देश दुनिया च वसते पंजाबियों ਨੂੰ जी आया। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट जी भास्कर जी इंद्रप्रीत जी। मैं जी आया आखदा बहुत बहुत शुक्रिया रंधावा जी। साਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਲੰਘੀ ਦੇਰ ਸ਼ਾਮ ਪੰਜਾਬ ਸਰਕਾਰ ਵੱਲੋਂ ਕੁਝ ਚੁਣਿੰਦਾ ਪੱਤਰਕਾਰਾਂ ਨੂੰ ਨੌਕ ਕੀਤਾ ਜਾਂਦਾ ਹੈ ਕਿ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਲਾਏ ਜਾਣਗੇ। ਐਡਵੋਕੇਟ ਵਿਨੋਦ ਘਈ ਨੂੰ ਬਦਲਿਆ ਜਾ ਰਿਹਾ, ਉਹਨਾਂ ਨੂੰ ਅਗਲੇ ਹੁਕਮਾਂ ਤੱਕ ਕੰਮ ਕਰਨ ਲਈ ਕਿਹਾ ਗਿਆ ਔਰ ਉਹ ਕੰਮ ਕਰ ਰਹੇ ਨੇ। ਨਵੇਂ ਏਜੀ ਦੀ ਤਲਾਸ਼ ਜਾਰੀ ਹੈ। ਲੇਕਿਨ ਇਹ ਸਵਾਲ ਇੱਥੋਂ ਤੱਕ ਮਹਿਦੂਦ ਨਹੀਂ। ਇਹ ਸਵਾਲ ਜਾ ਜੁੜਦਾ ਹੈ ਪੰਚਾਇਤਾਂ ਭੰਗ ਕਰਨ ਦੇ ਮਾਮਲੇ ਨਾਲ ਤੇ ਉਸ ਤੋਂ ਪਹਿਲਾਂ ਤੱਕ ਫੈਲੇ ਹੋਏ ਏਜੀ ਦਫ਼ਤਰ ਦੇ ਫੈਸਲਿਆਂ ਨਾਲ। ਕੀ ਪੰਚਾਇਤਾਂ ਭੰਗ ਕਰਨ ਦੇ ਮਾਮਲੇ 'ਚ ਹਾਈ ਕੋਰਟ 'ਚ ਜਿਹੜੀ ਕਿਰਕਰੀ ਹੋਈ, ਜਿਸ ਤਰੀਕੇ ਨਾਲ 2 IAS ਅਫਸਰ ਸਸਪੈਂਡ ਕੀਤੇ ਗਏ ਆ, ਜ਼ਿੰਮੇਵਾਰੀ ਤਾਂ ਫਿਕਸ ਕਰਤੀ ਗਈ ਸੀ। ਹੁਣ ਏਜੀ ਨੂੰ ਬਦਲਣ ਦੀ ਗੱਲ ਦੇ ਉੱਤੇ ਜੇਕਰ ਜ਼ਿੰਮੇਵਾਰੀ ਮੁੜ ਫਿਕਸ ਹੋ ਰਹੀ ਹੈ ਤਾਂ IAS ਅਫਸਰਾਂ ਨੂੰ ਕਿਹੜੇ ਖਾਤੇ 'ਚ ਪਾਓਗੇ? ਇਹ ਸਸਪੈਂਸ਼ਨ ਸੰਬੰਧੀ ਇੱਕ ਨਿਰਧਾਰਤ ਸਮੇਂ ਦੇ ਅੰਦਰ ਅੰਦਰ ਕੇਂਦਰੀ ਸਰਕਾਰ ਦੇ ਇੱਕ ਵਿਭਾਗ ਨੂੰ ਲਿਖਣਾ ਹੁੰਦਾ ਹੈ ਕਿ ਅਸੀਂ ਕਿਉਂ ਸਸਪੈਂਡ ਕੀਤੇ, ਜਵਾਬ ਦੇਣਾ ਹੁੰਦਾ, ਜਵਾਬ ਦਾਖਲ ਕਰਨਾ ਹੁੰਦਾ, ਜਿਸ ਤੋਂ ਬਾਅਦ ਮਹੀਨੇ ਦੇ ਅੰਦਰ ਅੰਦਰ ਪ੍ਰਵਾਨਗੀ ਆਉਣੀ ਹੁੰਦੀ ਹੈ ਸਰਕਾਰ ਵੱਲੋਂ ਇਸ ਫੈਸਲੇ ਦੀ ਸਹਿਮਤੀ ਜਾਂ ਅਸਹਿਮਤੀ। ਸੋ ਜ਼ਿੰਮੇਵਾਰੀਆਂ ਤਾਂ ਫਿਕਸ ਹੋਣ ਦਾ ਸਿਲਸਿਲਾ ਅੱਗੇ ਵਧਿਆ ਹੀ ਹੋਇਆ, ਲੇਕਿਨ ਸਿਲਸਿਲਾ ਇਹ ਵੀ ਹੈ ਕਿ ਇਹ ਵਰਕਿੰਗ ਕੀ ਆ। ਗਵਰਨਮੈਂਟ ਆਫ ਪੰਜਾਬ ਦੀ ਵਰਕਿੰਗ ਦੇ ਉੱਤੇ ਸਵਾਲ ਉੱਠ ਰਿਹਾ ਕਿ ਜਦੋਂ ਤੁਸੀਂ ਵਿਅਕਤੀਆਂ ਨੂੰ ਨਿਯੁਕਤ ਕਰਦੇ ਹੋ ਤਾਂ ਉਹਨਾਂ ਨੂੰ ਕਿੰਨਾ ਆਧਾਰਾਂ ਤੇ ਕਰਦੇ ਹੋ। ਲੰਘੇ ਦਿਨ ਹੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਸਾਬਕਾ ਚੀਫ ਜਸਟਿਸ VK ਜੰਜੂਆ ਦਾ ਫੈਸਲਾ ਆਇਆ। ਪੰਜਾਬ ਸਰਕਾਰ ਨੂੰ ਨਿਰਦੇਸ਼ਿਤ ਕੀਤਾ ਗਿਆ, ਨਿਰਦੇਸ਼ ਦਿੱਤੇ ਗਏ ਆ ਕਿ ਇਹਨਾਂ ਦਾ ਜਿਹੜਾ ਰਿਸ਼ਵਤ ਨਾਲ ਸੰਬੰਧਿਤ ਮਾਮਲਾ ਸੀਗਾ ਉਹਦੇ ਸੰਬੰਧੀ ਜ਼ਰੂਰੀ ਪ੍ਰਵਾਨਗੀ ਕੇਂਦਰ ਤੋਂ ਮੰਗੀ ਜਾਵੇ। ਹੁਣ ਇਹ ਮਾਮਲਾ ਵੀ ਇਸ ਕਰਕੇ ਵੱਡਾ ਹੋ ਜਾਂਦਾ ਕਿ ਜੰਜੂਆ ਸਾਹਿਬ ਉਹ ਕੇਸ ਦੇ ਚੱਲਦਿਆਂ ਹੀ ਚੀਫ ਸੈਕਟਰੀ ਬਣ ਗਏ ਸੀਗੇ। ਗਵਰਨਮੈਂਟ ਜੇਕਰ 2 ਮਹੀਨੇ ਪਹਿਲਾਂ ਇਸ ਕੇਸ ਨੂੰ ਫੇਸ ਕਰ ਰਹੀ ਹੁੰਦੀ ਤਾਂ ਉਹਨਾਂ ਨੂੰ ਅੱਜ ਸੰਕਟ ਦਾ ਸਾਹਮਣਾ ਹੁੰਦਾ ਕਿ ਪੰਜਾਬ ਦੇ ਚੀਫ ਸੈਕਟਰੀ ਫਸ ਜਾਂਦੇ ਹਾਈ ਕੋਰਟ ਦੇ ਵਿੱਚ। ਖੈਰ ਇਹਦੇ ਉੱਤੇ ਵੀ ਜਾਣਦੇ ਆ ਔਰ ਇਸ ਗੱਲ ਦੇ ਉੱਤੇ ਆਪਾਂ ਜਾਵਾਂਗੇ ਕਿ ਜਿਹੜੀ ਪਠਾਨਕੋਟ ਦੇ ਨਰੋਟ ਜੈਮਲ ਸਿੰਘ ਦੇ ਵਿੱਚ ਜਾਂਚ ਸ਼ੁਰੂ ਹੋਈ ਸੀ ਉਹਦਾ ਕੀ ਬਣਿਆ। ਇਹ ਤਾਂ ਰੋਸ਼ਨੀ 'ਚ ਮਾਮਲਾ ਆਉਂਦਾ ਹੈ ਕਿਉਂਕਿ ਪੰਜਾਬ ਦੇ ਚੀਫ ਸੈਕਟਰੀ ਅਨੁਰਾਗ ਵਰਮਾ ਇੱਕ ਪੱਤਰ ਲਿਖਦੇ ਆ ਕਿ ਲਗਭਗ 400 ਏਕੜ ਦੇ ਕਰੀਬ ਜ਼ਮੀਨ, 300 ਕੁਝ ਏਕੜ ਜਿਹੜੀ ਜ਼ਮੀਨ ਆ ਉਹ ਇੱਕ ਵਿਅਕਤੀ ਦੇ ਨਾਂ ਤੇ ਕਿਉਂ ਆ, ਜਦੋਂ ਕਿ ਇੱਕ ਵਿਅਕਤੀ ਦੇ ਨਾਂ ਦੇ ਉੱਤੇ ਨਿਰਧਾਰਤ ਜ਼ਮੀਨ ਤੋਂ ਵੱਧ ਹੋ ਹੀ ਨਹੀਂ ਸਕਦੀ। ਲੇਕਿਨ ਇਹਦੇ ਨਾਲ ਜੁੜਿਆ ਇਹ ਵੀ ਸਵਾਲ ਆ ਕਿ ਉਸ DDPO ਦਾ ਉਹਦੀ ਬਦਲੀ ਕਰਾਉਣ, ਉਹਨੂੰ ਚਾਰਜ ਦਿਵਾਉਣ ਵਾਲੇ ਮਾਮਲਿਆਂ ਦੇ ਵਿੱਚ ਕਿਹਦੀ ਭੂਮਿਕਾ ਸੀ। ਇਹਦੇ ਤੇ ਜਾਂਚ ਹੋ ਰਹੀ, ਉਹਨੇ ਕਿਵੇਂ ਆਖਰੀ ਦਿਨ ਦੇ ਵਿੱਚ ਉਹ ਜ਼ਮੀਨਾਂ ਅਲਾਟ ਕਰਤੀਆਂ ਉਹਦੇ ਉੱਤੇ ਵੀ। ਸੋ ਇਹਨਾਂ ਸਾਰੇ ਮਾਮਲਿਆਂ ਦੇ ਉੱਤੇ ਅਜੇ ਕੋਈ ਮੂੰਹ ਖੋਲਣ ਨੂੰ ਤਿਆਰ ਨਹੀਂ। ਲੇਕਿਨ ਉਧਰ CWC ਕਾਂਗਰਸ ਦੀ ਮੀਟਿੰਗ, ਇਸੇ ਤਰ੍ਹਾਂ RSS ਦਾ ਆਪਣਾ ਨਜ਼ਰੀਆ, ਰਾਸ਼ਟਰਪਤੀ ਸਾਬਕਾ ਰਾਮਨਾਥ ਕੋਵਿੰਦ ਦੀ ਅਗਵਾਈ ਦੇ ਵਿੱਚ ਜਿਹੜੀ ਵਨ ਨੇਸ਼ਨ ਵਨ ਪੋਲ ਕਮੇਟੀ ਦੀ ਮੀਟਿੰਗ ਸੰਬੰਧੀ ਔਰ ਇਹਦੇ ਏਜੰਡੇ ਸੰਬੰਧੀ, ਤੇ ਅੱਜ ਸਰਬ ਪਾਰਟੀ ਮੀਟਿੰਗ ਦੇ ਸੰਬੰਧੀ ਜਿਹਦੇ ਵਿੱਚ ਇਹ ਨਿਰਧਾਰਤ ਹੋਣਾ ਹੈ ਜਿਹੜਾ ਨਵਾਂ ਸੈਸ਼ਨ ਕੱਲ ਤੋਂ ਸ਼ੁਰੂ ਹੋਣਾ ਹੈ 5 ਰੋਜ਼ਾ, ਉਹਦੇ ਉੱਤੇ ਕੀ ਹੋ ਰਿਹਾ ਇਹਦੇ ਉੱਤੇ ਵੀ ਜਾਣਦੇ ਆ। ਪੰਜਾਬ ਦੇ ਸਿਆਸੀ ਘੇਰਿਆਂ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਕੀ ਬਣਨ ਵਾਲਾ, ਅੱਜ ਕੀ ਕਾਂਗਰਸ ਸਟੈਂਡ ਲੈਣ ਵਾਲੀ ਆ, ਇਹਦੇ ਉੱਤੇ ਵੀ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ ਮੈਨੂੰ ਇਸ ਗੱਲ ਸਮਝਾਇਓ ਜ਼ਰਾ, ਇਹ ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਘਈ ਨੂੰ ਹਟਾਉਣ ਦਾ ਸਿਧਾਂਤਕ ਫੈਸਲਾ ਹੋਇਆ ਔਰ ਇਹ ਫੈਸਲਾ ਬੜੇ ਤਰੀਕੇ ਨਾਲ, ਸਲੀਕੇ ਨਾਲ ਮੀਡੀਆ ਦੇ ਵਿੱਚ ਨਸ਼ਰ ਕੀਤਾ ਗਿਆ। ਨਵੇਂ ਏਜੀ ਦੀ ਭਾਲ ਸ਼ੁਰੂ ਹੋਈ ਹੋਊਗੀ। ਵੈਸੇ ਇਹ ਲਗਭਗ ਪਿਛਲੇ 2 ਸਾਲ ਦੇ ਵਿੱਚ ਕਈ ਵਾਰੀ ਏਜੀ ਲੱਭਣ ਦੀ ਕਵਾਇਦ ਪੰਜਾਬ 'ਚ ਹੋਈ ਆ। ਮੈਨੂੰ ਦੱਸਿਓ ਜ਼ਰਾ ਕਿ ਇਹਦੇ ਨਾਲ ਗੱਲ ਮੁੱਕ ਜੂ ਸਰਕਾਰ ਦੀ ਵਰਕਿੰਗ ਨੂੰ ਲੈ ਕੇ, ਔਰ ਜਿਸ ਤਰੀਕੇ ਨਾਲ 2 IAS ਅਫਸਰਾਂ ਨੂੰ ਕਾਲੀ 'ਚ ਸਸਪੈਂਡ ਕੀਤਾ ਗਿਆ ਕਿ ਉਹਦੇ ਸੰਬੰਧੀ ਕੇਂਦਰ ਨੂੰ ਭੇਜੀ ਜਾਣ ਵਾਲੀ ਖਤੋ ਖਤਾਬਤ ਭੇਜੀ ਜਾ ਚੁੱਕੀ ਹੈ। ਰੰਧਾਵਾ ਸਾਹਿਬ ਤੁਸੀਂ ਇੱਕੋ ਵਾਰ 'ਚ ਕਈ ਸਵਾਲ ਦਾਗਦੇ ਆ, ਇੱਕ ਕਰਕੇ ਡਿਸਕਸ ਕਰਦੇ ਆ। ਦੇਖੋ, ਜਦੋਂ ਆਪਾਂ ਪਹਿਲਾਂ ਵੀ ਇਹ ਇਸ਼ੂ ਡਿਸਕਸ ਕਰ ਰਹੇ ਸੀ ਇਸੇ ਪ੍ਰੋਗਰਾਮ ਦੇ ਵਿੱਚ ਤਾਂ ਮੈਂ ਤੁਹਾਨੂੰ ਇੱਕ ਗੱਲ ਕਹੀ ਸੀਗੀ ਕਿ ਇਹ ਪੰਚਾਇਤਾਂ ਨੂੰ ਤੇ ਜ਼ਿਲ੍ਹਾ ਸਮਤੀਆਂ ਨੂੰ, ਇਹਨਾਂ ਨੂੰ ਭੰਗ ਕਰਨ ਦੇ ਮਾਮਲੇ ਦੇ ਵਿੱਚ 2-3 ਪੱਧਰ ਤੇ ਮਤਲਬ ਜਿਹੜੀ ਹੈਗੀ ਹੈ ਉਤਾਹੀ ਹੋਈ ਹੈ। ਹੁਣ ਉਹ ਕਿਹੜੇ ਨੇ? ਇੱਕ ਤਾਂ ਪੋਲੀਟੀਕਲ ਹੈ, ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀ, ਇੱਕ ਤਾਂ ਪੋਲੀਟੀਕਲ ਹੈ ਕਿ ਪੋਲੀਟੀਕਲ ਤੌਰ ਤੇ ਫੈਸਲਾ ਲਿਆ ਗਿਆ ਕਿ ਪੰਚਾਇਤਾਂ ਨੂੰ ਭੰਗ ਕਰਨਾ ਹੈ। ਉਹ ਕਿਹਨੇ ਲਿਆ? ਮਿਨਿਸਟਰ ਨੇ ਲਿਆ, ਚੀਫ ਮਿਨਿਸਟਰ ਨੇ ਲਿਆ, ਜਾਂ ਕਿਹਨੇ ਲਿਆ? ਉਹਨਾਂ ਨੂੰ ਕਿਹਨੇ ਕਿਹਾ ਕਿ ਇਸ ਤਰ੍ਹਾਂ ਕਰ ਸਕਦੇ ਆ? ਇਹ ਇੱਕ ਸਵਾਲ ਹੈ। ਦੂਜਾ ਹੈਗਾ ਬਿਊਰੋਕ੍ਰੈਟਿਕ ਲੈਵਲ ਤੇ ਜਿਨ੍ਹਾਂ ਨੇ CM ਨੂੰ ਪੁਸ਼ ਕੀਤਾ ਕਿ ਹਾਂ ਆਪਾਂ ਇਹ ਕਰਦੇ ਨੇ। ਤੀਸਰਾ ਹੈ ਇਹਦੇ ਕਾਨੂੰਨੀ ਪੇਚੀਦਗੀਆਂ ਦੇ ਉੱਤੇ। ਸੋ ਜਦੋਂ ਇਹ ਗੱਲ ਪੰਚਾਇਤਾਂ ਨੂੰ ਭੰਗ ਕਰਨ ਦੇ ਵਿੱਚ ਸਰਕਾਰ ਦੀ ਕਿਰਕਰੀ ਹੋਈ, ਉਸੇ ਦਿਨ ਹੀ ਮੁੱਖ ਮੰਤਰੀ ਨੇ 2 ਸੀਨੀਅਰ IAS ਅਧਿਕਾਰੀ DK ਤਿਵਾਰੀ ਤੇ ਗੁਰਪ੍ਰੀਤ ਖਹਿਰਾ ਨੂੰ ਨਿਲੰਬਿਤ ਕਰਤਾ, ਸਸਪੈਂਡ ਕਰਤਾ। ਤਾਂ ਉਸੇ ਟਾਈਮ ਹੀ ਅਫਸਰਸ਼ਾਹੀ 'ਚ ਇਹ ਗੱਲ ਸ਼ੁਰੂ ਹੋ ਗਈ ਸੀ ਵੀ ਅਫਸਰਾਂ ਨੂੰ ਹੀ ਕਿਉਂ,
ਬਾਕੀਆਂ ਨੂੰ ਕਿਉਂ ਨਹੀਂ? ਇਹ ਇੱਕ ਤਰਫਾ ਕਾਰਵਾਈ ਕਿਉਂ ਹੋ ਰਹੀ ਹੈ? ਇਹ ਬਹੁਤ ਚਰਚਾ ਸੀਗੀ। ਉਹ ਇਸ ਕਰਕੇ ਵੀ ਸੀ ਵੀ ਇੱਕ ਤਾਂ ਨਾ ਤਾਂ ਏਜੀ ਨੇ ਕੇਸ ਲੜਿਆ ਪ੍ਰੋਪਰ, ਨਾ ਹੀ ਸਾਨੂੰ ਮਤਲਬ ਕਾਨੂੰਨੀ ਕੋਈ ਪੇਚੀਦਗੀਆਂ ਸਮਝਾਈਆਂ ਨੇ, ਤੇ ਇਹ ਸਾਰੀ ਚੀਜ਼ ਹੁਣ ਸਾਡੇ ਦੇ ਉੱਤੇ ਕਿਉਂ ਸਿੱਟਦੀ ਹੈ ਇਕੱਲੇ ਅਫਸਰਾਂ ਦੇ ਉੱਤੇ, ਤੇ ਉਹ ਵੀ ਇੰਨੇ ਸੀਨੀਅਰ ਜਿਹੜੇ ਅਫਸਰ ਨੇ ਉਹਨਾਂ ਨੂੰ ਮਤਲਬ ਸਸਪੈਂਡ ਕੀਤਾ। ਜੇ ਮੰਨ ਲਓ ਕੇਸ ਲੜਿਆ ਜਾਂਦਾ ਉੱਥੇ, ਹੋ ਸਕਦਾ ਗਵਰਨਮੈਂਟ ਹਾਰ ਜਾਂਦੀ। ਅੱਗੇ ਵੀ ਕਈ ਮਤਲਬ ਕੇਸ ਗਵਰਨਮੈਂਟਾਂ ਹਾਰਦੀਆਂ ਨੇ, ਪਰ ਘੱਟੋ ਘੱਟ ਇੱਕ ਮੈਸੇਜ ਜਾਂਦਾ ਕਿ ਹਾਂ ਗਵਰਨਮੈਂਟ ਲੜ ਰਹੀ ਹੈ, ਫਿਰ ਉਹ ਅੱਗੇ ਸੁਪਰੀਮ ਕੋਰਟ 'ਚ ਜਾਇਆ ਜਾ ਸਕਦਾ ਜਾਂ ਕਿਤੇ ਵੀ ਜਾਇਆ ਜਾ ਸਕਦਾ। ਉਹ ਇੱਕ ਮੈਸੇਜ ਵੀ ਕਹਿੰਦੇ ਅਸੀਂ ਦੇਣ 'ਚ ਮਤਲਬ ਸਫਲ ਨਹੀਂ ਹੋਏ, ਤਾਂ ਕਾਰਵਾਈ ਇੱਕ ਤਰਫਾ ਲੱਗਦੀ ਹੈ। ਤਾਂ ਮੈਨੂੰ ਜੋ ਲੱਗਦਾ ਕਿ ਜੋ ਹੁਣ ਏਜੀ ਨੂੰ ਹਟਾਉਣ ਦੀ ਇੱਕ ਜਿਹੜੀ ਉਹ ਕਵਾਇਦ ਸ਼ੁਰੂ ਹੋ ਗਈ ਹੈ, ਜਾਂ ਮਤਲਬ ਲਗਭਗ ਫੈਸਲਾ ਹੋ ਗਿਆ ਕਿ ਉਹ ਕਿਸੇ ਵੀ ਟਾਈਮ ਹਟਾਏ ਜਾ ਸਕਦੇ ਆ, ਉਹ ਉਸੇ ਦ੍ਰਿਸ਼ਟੀਕੋਣ ਚੋਂ ਲਿੱਤਾ ਹੋਇਆ ਫੈਸਲਾ ਹੈ। ਇਸ ਕਰਕੇ ਨਹੀਂ ਵੀ ਇਕੱਲਾ ਪੰਚਾਇਤਾਂ ਨੂੰ ਭੰਗ ਕਰਨਾ, ਹੋਰ ਵੀ ਕਈ ਇਸ਼ੂਜ਼ ਹੈਗੇ ਆ ਜਿਹਦੇ ਮਾਮਲੇ 'ਚ, ਚਾਹੇ ਉਹ ਡਰੱਗਸ ਦੇ ਮਾਮਲੇ ਹੋਣ, ਚਾਹੇ ਉਹ ਮਹਿਲਾ ਕਮਿਸ਼ਨ ਦਾ ਮਾਮਲਾ ਹੋਵੇ। ਇੰਦਰਪ੍ਰੀਤ ਜੀ, ਏਜੀ ਹਟਾਏ ਜਾ ਨਹੀਂ ਰਹੇ, ਉਹਨਾਂ ਨੂੰ ਹਟਾਇਆ ਜਾ ਚੁੱਕਿਆ, ਉਹਨਾਂ ਨੂੰ ਦੱਸਿਆ ਜਾ ਚੁੱਕਿਆ ਹੋਊਗਾ ਔਰ ਉਹਨਾਂ ਨੂੰ ਅਗਲੇ ਪ੍ਰਬੰਧਾਂ ਤੱਕ ਬਣੇ ਰਹਿਣ ਲਈ ਕਹਿਤਾ ਗਿਆ ਹੋਊਗਾ। ਜੇ ਕੋਈ ਹੋਰ ਕਿਸਮ ਦਾ ਏਜੀ ਹੁੰਦਾ ਤਾਂ ਉਹ ਸਭ ਤੋਂ ਪਹਿਲਾਂ ਅਸਤੀਫਾ ਦਿੰਦਾ ਕਿ ਤੁਸੀਂ ਨਹੀਂ, ਮੈਂ ਤੁਹਾਨੂੰ ਛੱਡਿਆ। ਲੇਕਿਨ ਕਿਉਂਕਿ ਸਰਕਾਰਾਂ ਦੇ ਵਿੱਚ ਰਹਿੰਦਿਆਂ ਤੁਸੀਂ ਸਰਕਾਰਾਂ ਨਾਲ ਵਿਗਾੜਦੇ ਨਹੀਂ, ਤਾਂ ਮੈਨੂੰ ਲੱਗਦਾ ਕਿ ਵਿਨੋਦ ਘਈ ਸਾਹਿਬ ਨੇ ਉਹਨਾਂ ਦਾ ਹੁਕਮ ਪ੍ਰਵਾਨ ਕਰਕੇ ਅਗਲੇ ਹੁਕਮਾਂ ਤੱਕ ਰਹਿਣ ਦਾ ਫੈਸਲਾ ਕੀਤਾ ਹੋਊਗਾ ਔਰ ਸਰਕਾਰ ਤਲਾਸ਼ ਵਿੱਚ ਲੱਗੀ ਹੋਊਗੀ। ਹਾਲਾਂਕਿ ਅਸੀਂ ਦਿਨ ਵੇਲੇ ਯਤਨ ਕਰਾਂਗੇ ਵੀ ਸਮਝਣ ਦਾ ਕਿ ਕਿਹੜੇ ਲੋਕ ਇਹਦੇ 'ਚ ਇਸ ਲਾਈਨ 'ਚ ਲੱਗੇ ਹੋਣਗੇ ਨਵੇਂ ਏਜੀ ਬਣਦੀ। ਵੈਸੇ ਪੰਜਾਬ ਦੇ ਵਿੱਚ ਬਹੁਤੇ ਲੋਕ ਏਜੀ ਬਣਨ ਦੀ ਖਾਹਿਸ਼ ਪਾਲ ਵੀ ਨਹੀਂ ਰਹੇ। ਮੈਨੂੰ ਪਤਾ ਲੱਗਿਆ ਕਿ 2-3 ਨੂੰ ਨੌਕ ਕੀਤਾ ਗਿਆ, ਉਹਨਾਂ ਨੂੰ ਪੁੱਛਿਆ ਗਿਆ ਔਰ ਉਹਨਾਂ ਨੇ ਨਾ ਕੀਤੀ ਸਿੱਧੀ। ਚਲੋ ਇਹ ਵੀ ਜ਼ਿਕਰ ਕਰਾਂਗੇ। ਹਾਂਜੀ ਜੀ, ਤੇ ਇੱਕ ਤਾਂ ਇਹ ਮੈਨੂੰ ਲੱਗਦਾ ਕਿ ਇਹ ਉਹਦੇ ਵਿੱਚੋਂ ਨਿਕਲਿਆ ਹੋਇਆ ਫੈਸਲਾ ਵੀ ਘੱਟੋ ਘੱਟ ਇਹ ਜਾਏ ਵੀ ਸਰਕਾਰੀ ਪੱਧਰ ਤੇ ਜਿਹਦੇ ਕੋਲੋਂ ਵੀ ਕੁਤਾਹੀ ਹੋਈ ਹੈ, ਸਰਕਾਰ ਉਹਨੂੰ ਮਤਲਬ ਹਟਾਏਗੀ। ਸੋ ਪਹਿਲਾਂ ਜਿਵੇਂ ਜਿਹੜੇ ਅਫਸਰ ਹੈ ਉਹ ਸਸਪੈਂਡ ਕੀਤੇ, ਉਸ ਤੋਂ ਬਾਅਦ ਹੁਣ ਏਜੀ ਦਾ ਨੰਬਰ ਆ ਗਿਆ। ਪਰ ਹਜੇ ਵੀ ਸਵਾਲ ਉੱਥੇ ਹੀ ਹੈ ਕਿ ਮਿਨਿਸਟਰ ਦਾ ਕੀ, ਮਿਨਿਸਟਰ ਵੀ ਤਾਂ ਇਨਵੋਲਵ ਹੈ ਨਾ ਇਹਦੇ ਵਿੱਚ, ਤਾਂ ਮਿਨਿਸਟਰ ਦਾ ਕੀ ਮਹਿਕਮਾ ਬਦਲਿਆ ਜਾਏਗਾ ਕਿ ਨਹੀਂ, ਇਹ ਵੀ ਹਜੇ ਸਵਾਲ ਉਸੇ ਤਰ੍ਹਾਂ ਹੀ ਖੜਾ ਹੈ। ਚਲੋ ਇਹਦੇ ਵਿੱਚ ਵੀ ਮਤਲਬ ਮੈਨੂੰ ਹੋ ਸਕਦਾ ਕਿ ਸਰਕਾਰ ਕਿਸੇ ਪੱਧਰ ਤੇ ਇਸ ਤੇ ਅੱਗੇ ਵੀ ਵਧੇ। ਤਾਂ ਦੂਜਾ ਇਹ ਗੱਲ ਵੀ ਕੱਲਾ ਇਹੀ ਨਹੀਂ ਸੀਗਾ। ਦੇਖੋ ਬਹੁਤ ਸਾਰੇ ਇਹ ਕੇਸਿਸ ਨੇ ਜਿਨ੍ਹਾਂ ਦੇ ਉੱਤੇ ਸਰਕਾਰ ਦੀ ਕਿਰਕਰੀ ਹੋ ਰਹੀ ਹੈ। ਪੰਚਾਇਤਾਂ ਵਾਲਾ ਇੱਕ ਮਾਮਲਾ ਆਪਾਂ ਅਲੱਗ ਵੀ ਰੱਖ ਦਈਏ, ਉਸ ਤੋਂ ਇਲਾਵਾ ਵੀ ਚਾਹੇ ਡਰੱਗਸ ਦੇ ਮਾਮਲੇ ਹੋਣ, ਚਾਹੇ ਡੇਰਾ ਪ੍ਰਮੁੱਖ ਨਾਲ ਸੰਬੰਧਿਤ ਮਾਮਲਾ ਹੋਵੇ ਉਹਨਾਂ ਦਾ, ਜਾਂ ਆਸ਼ੂ ਵਾਲਾ ਮਾਮਲਾ ਹੋਵੇ, ਜਾਂ ਕੀ ਨਾਮ ਹੈ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਲਗਾਉਣ ਦਾ ਫਿਰ ਉਸੇ ਤਰ੍ਹਾਂ ਹੀ ਹਟਾਉਣ ਦਾ, ਵਾਪਸ ਲੈਣ ਦਾ ਆਰਡਰ, ਇਹ ਵਾਲਾ ਮਾਮਲਾ ਹੋਵੇ। ਇੱਕ ਉਹਨਾਂ ਦਾ ਨਿੱਜੀ ਵੀ ਹੈ, ਜਿਹੜਾ ਤੁਹਾਨੂੰ ਯਾਦ ਹੋਊਗਾ ਇੱਕ ਵੀਡੀਓ ਆਇਆ ਸੀ ਸਾਹਮਣੇ ਇੱਕ ਲੇਡੀ ਦਾ ਕਿ ਉਹਦੀ ਭੈਣ ਨਾਲ ਯੌਨਾਚਾਰ ਹੋਇਆ ਹੈ, ਪਰ ਸਰਕਾਰ ਨੇ ਉਸ ਤੇ ਉਹਦੇ ਵਿੱਚ ਇਸ ਕਰਕੇ ਨਹੀਂ ਸੀ ਗਈ ਕਿ ਉਹ ਪਿਓਰਲੀ ਇੱਕ ਨਿੱਜੀ ਮਾਮਲਾ ਹੈ, ਕਿਸੇ ਇੱਕ ਵਿਅਕਤੀ ਦਾ ਇੱਕ ਨਿੱਜੀ ਮਾਮਲਾ ਹੈ, ਸੋ ਸਾਨੂੰ ਉਹਦੇ 'ਚ ਕੋਈ ਇੰਟਰਫੇਅਰ ਨਹੀਂ ਕਰਨਾ ਚਾਹੀਦਾ। ਤੋ ਇਸ ਕਰਕੇ ਉਹ ਨਹੀਂ ਗਏ। ਪਰ ਜਦੋਂ ਇਹਨਾਂ ਸਾਰਿਆਂ ਨੂੰ ਤੁਸੀਂ ਕੁੱਲ ਮਿਲਾ ਕੇ ਦੇਖਦੇ ਹੋ ਤਾਂ ਫਿਰ ਲੱਗਦਾ ਕਿ ਯਾਰ ਹਰ ਥਾਂ ਤੇ ਮਤਲਬ ਕਿਰਕਰੀ ਹੋ ਰਹੀ ਹੈ, ਇਹਨਾਂ ਨਾਲੋਂ ਅੱਛਾ ਕਿ ਏਜੀ ਨੂੰ ਬਦਲ ਹੀ ਦਿੱਤਾ ਜਾਏ। ਸੋ ਮੈਨੂੰ ਲੱਗਦਾ ਕਿ ਸਰਕਾਰ ਉਸ ਡਿਸੀਜਨ ਤੇ ਹੁਣ ਪਹੁੰਚ ਗਈ ਹੈ ਜਦੋਂ ਏਜੀ ਨੂੰ ਬਦਲਣ ਦੀ ਕਵਾਇਦ ਸ਼ੁਰੂ ਹੋ ਗਈ ਹੈ। ਇੰਦਰਪ੍ਰੀਤ ਜੀ, ਜਦੋਂ ਇਹ ਮਾਮਲਾ ਇੱਕ ਲੜਕੀ ਵੱਲੋਂ ਇਲਜ਼ਾਮ ਲਾਇਆ ਗਿਆ ਸੀ ਕਿ ਉਹਦੀ ਭੈਣ ਜਾਂ ਏਜੀ ਸਾਹਿਬ ਦੇ ਸਬੰਧਾਂ ਨੂੰ ਲੈ ਕੇ, ਤਾਂ ਇਹ ਮੰਨਿਆ ਗਿਆ ਸੀਗਾ ਕਿ ਦੋਨੇ ਬਾਲਗ ਨੇ ਔਰ ਜਿੰਨਾ ਚਿਰ ਕੋਈ ਇੰਡੀਵਿਜੂਅਲ ਕੋਈ ਕੰਪਲੇਂਟ ਨਹੀਂ ਦਿੰਦਾ, ਖਾਸ ਤੌਰ ਤੇ ਜਿਹਦੇ ਨਾਲ ਜ਼ਿਆਦਤੀ ਹੋਈ ਆ, ਇਹ ਸਹਿਮਤੀ ਦੇ ਮਾਮਲੇ ਨੇ ਜਾਂ ਇਹਨਾਂ ਦੇ ਉੱਤੇ ਨੈਤਿਕ ਆਧਾਰਾਂ ਤੇ ਗੱਲ ਹੋਵੇ, ਇਹ ਗੱਲਾਂ ਹੋਈਆਂ। ਲੇਕਿਨ ਅਲਟੀਮੇਟਲੀ ਇਹ ਗੱਲ ਮਿੱਟੀ ਘੱਟੇ ਪੈ ਗਈ। ਹੁਣ ਸਵਾਲ ਇਸ ਗੱਲ ਦਾ ਹੈ ਕਿ ਸਰਕਾਰ ਕੋਈ ਵੀ ਕੰਮ ਬਹੁਤ ਦੇਰੀ ਨਾਲ ਕਿਉਂ ਕਰਦੀ। ਜਿਸ ਦਿਨ ਵਿਨੋਦ ਘਈ ਸਾਹਿਬ ਦੀ ਨਿਯੁਕਤੀ ਹੁੰਦੀ ਆ, ਉਸੇ ਦਿਨ ਰੌਲਾ ਪੈ ਗਿਆ ਸੀ ਕਿ ਨੈਤਿਕਤਾ ਦੇ ਆਧਾਰ ਤੇ, ਅਖਲਾਕ ਦੇ ਆਧਾਰ ਤੇ ਜਦੋਂ ਸਰਕਾਰ ਵੱਲੋਂ ਇਹ ਕੇਸ ਲੜਨਗੇ ਤਾਂ ਇਹ ਆਪਣੇ ਪੁਰਾਣੇ ਕਲਾਇੰਟ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਦੇ ਨਜ਼ਰੀਏ ਤੋਂ ਕਿਵੇਂ ਪੇਸ਼ ਹੋਣਗੇ। ਸੋ ਉਦੋਂ ਵੀ ਇਹ ਮਾਮਲਾ ਹੋਇਆ ਸੀ ਕਿ ਤੁਸੀਂ ਨਿਯੁਕਤੀ ਕਰਨ ਤੋਂ ਪਹਿਲਾਂ ਕਿਉਂ ਨਹੀਂ ਸੋਚਦੇ। ਫਿਰ ਇਹ ਵੀ ਮਾਮਲਾ ਆਉਂਦਾ ਹੈ ਕਿ ਜਦੋਂ ਕੋਈ ਗਲਤੀ ਹੁੰਦੀ ਆ ਤਾਂ ਗਲਤੀ ਤੇ ਤੁਰੰਤ ਬਾਅਦ ਤੁਸੀਂ ਤੁਰੰਤ ਫੈਸਲਾ ਕਿਉਂ ਨਹੀਂ ਲੈਂਦੇ। ਇੰਨੀ ਕਿਰਕਰੀ ਕਰਾਉਣ ਤੋਂ ਬਾਅਦ ਹੁਣ ਏਜੀ ਨੂੰ ਜੇ ਉਹਨਾਂ ਮਾਮਲਿਆਂ 'ਚ ਤੁਰੰਤ ਬਦਲਿਆ ਹੁੰਦਾ, ਏਜੀ ਨੂੰ ਜੇ ਉਦੋਂ ਕਹਿ ਦਿੱਤਾ ਗਿਆ ਹੁੰਦਾ ਕਿ ਤੁਸੀਂ ਵੱਖ ਹੋ ਜਾਓ ਉਹਦੇ ਨਾਲੋਂ ਆਪਣੇ ਆਪ, ਜਦੋਂ ਉਹਨਾਂ ਤੇ ਦੋਸ਼ ਲੱਗ ਰਹੇ ਸੀ, ਔਰ ਜਦੋਂ ਤੁਹਾਡੀ ਗੱਲ ਠੀਕ ਹੈ ਕਿ ਜਿਸ ਦਿਨ ਇਹ ਸਸਪੈਂਡ ਕੀਤੇ 2 IAS, ਜੇ ਉਸੇ ਦਿਨ ਏਜੀ ਸਾਹਿਬ ਨੂੰ ਕਿਹਾ ਜਾਂਦਾ ਕਿ ਤੁਸੀਂ ਵੀ ਜੀ ਹੁਣ ਆਪਣੇ ਅਹੁਦੇ ਤੋਂ ਬਣੇ ਨਾ ਰਹੋ, ਤੇ ਉਹ ਆਪੇ ਰਿਜ਼ਾਈਨ ਕਰ ਜਾਂਦੇ। ਜੇ ਕੋਈ ਪੋਲੀਟੀਕਲ ਨਿਭਾਉਣੀਆਂ ਹੁੰਦੀਆਂ ਸਾਂਝਾਂ ਵੀ ਤਾਂ ਅੱਗੇ ਬੰਦੇ ਵਰਤਨੇ ਹੋਣ ਤਾਂ। ਸੋ ਭਾਸਕਰ ਸਾਹਿਬ, ਇਹ ਬੜਾ ਵੱਡਾ ਸਵਾਲ ਆ
ਕਿ ਆਖਰ ਪੰਜਾਬ ਦੇ ਵਿੱਚ ਏਜੀ ਦਫ਼ਤਰ ਚਰਚਾ 'ਚ ਕਿਉਂ ਰਹਿੰਦਾ ਹੈ? ਰੰਧਾਵਾ ਜੀ, ਪੰਜਾਬ ਦੇ ਵਿੱਚ ਏਜੀ ਦਫ਼ਤਰ ਬੜੇ ਸਿਗਨੀਫੀਕੈਂਟ ਤੇ ਰੈਲੇਵੈਂਟ ਹੁੰਦੇ ਸੀ, ਔਰ ਅਕਾਲੀਆਂ ਦੇ ਰਾਜ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਐਚਐਸ ਮੱਤੇਵਾਲ ਸਾਹਿਬ, ਉਹਨਾਂ ਦੀ ਰੁਤਬਾ ਕਹਿ ਲਓ, ਉਹਨਾਂ ਦੀ ਚਲਦੀ ਕਹਿ ਲਓ, ਉਹ ਮੰਤਰੀਆਂ ਤੋਂ ਵੀ ਜ਼ਿਆਦਾ ਸੀਗੇ। ਮੰਤਰੀਆਂ ਨੂੰ ਕਈ ਵਾਰ ਮੁੱਖ ਮੰਤਰੀ ਟਾਈਮ ਨਹੀਂ ਦਿੰਦੇ ਸੀ, ਪਰ ਏਜੀ ਆਫਿਸ ਜਾਂ ਏਜੀ ਦਾ ਮੁੱਖ ਮੰਤਰੀ ਦੇ ਦਫ਼ਤਰ ਵਿੱਚ ਜਾਣਾ ਤਕਰੀਬਨ ਇੱਕ ਆਮ ਦੀ ਗੱਲ ਸੀ। ਅਤੁਲ ਨੰਦਾ ਉਹਨਾਂ ਜਦੋਂ ਤੋਂ ਏਜੀ ਬਣੇ ਨੇ, ਔਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਖਾਸ ਮੰਨੇ ਜਾਂਦੇ ਸੀ। ਅਤੁਲ ਨੰਦਾ ਉਹਨਾਂ ਨੂੰ ਪਿਕ ਕੀਤਾ ਸੀਗਾ। ਰਿਜ਼ਾਈਨ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ, ਨਾਲ ਦੇ ਨਾਲ ਅਤੁਲ ਨੰਦਾ ਉਹਨਾਂ ਨੇ ਵੀ ਰਿਜ਼ਾਈਨ ਦਿੱਤਾ ਸੀ, ਇਹ ਕਹਿੰਦੇ ਹੋਏ ਕਿ ਜਦ ਤੱਕ ਕੈਪਟਨ ਅਮਰਿੰਦਰ ਸਿੰਘ ਸੀਗੇ ਤਦ ਤੱਕ ਮੈਂ ਸੀ, ਔਰ ਉਹਨਾਂ ਦੇ ਜਾਣ ਤੋਂ ਬਾਅਦ ਮੈਂ ਰਿਜ਼ਾਈਨ ਦੇ ਰਿਹਾ। ਉਸ ਤੋਂ ਪਹਿਲੇ ਪ੍ਰਤਾਪ ਸਿੰਘ ਬਾਜਵਾ ਤੋਂ ਲੈ ਕੇ ਸੁਨੀਲ ਜਾਖੜ ਜਿਹੜੇ ਇਹ ਪੀਪੀਸੀਸੀ ਪ੍ਰਧਾਨ ਸੀਗੇ, ਉਹਨਾਂ ਨੇ ਅਤੁਲ ਨੰਦਾ ਉਹਨਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ, ਉਹਨਾਂ ਦੇ ਲੜੇ ਹੋਏ ਕੇਸਾਂ ਨੂੰ ਲੈ ਕੇ ਕਈ ਵਾਰ ਸਵਾਲ ਉਠਾਏ ਸੀ, ਪਰ ਉਹਨਾਂ ਤੋਂ ਕਦੀ ਰੈਜ਼ਿਗਨੇਸ਼ਨ ਨਹੀਂ ਮੰਗਿਆ ਗਿਆ ਸੀ। ਪਰ ਉਸ ਤੋਂ ਬਾਅਦ ਜਦ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਦੇ ਨੇ, ਤਦ ਤੋਂ ਲੈ ਕੇ ਅੱਜ ਤੱਕ ਏਜੀ ਆਫਿਸ ਦੇ ਉੱਤੇ ਇੱਕ ਤਰੀਕੇ ਨਾਲ ਪੋਲੀਟੀਕਲ ਵਿਵਾਦ ਰਿਹਾ ਹਮੇਸ਼ਾ, ਕਿਉਂਕਿ ਜਦ ਨਵੇਂ ਏਜੀ ਲਾਏ ਜਾਂਦੇ ਨੇ, ਨਵਜੋਤ ਸਿੰਘ ਸਿੱਧੂ ਇਸ ਕਰਕੇ ਰਿਜ਼ਾਈਨ ਕਰ ਦਿੰਦੇ ਨੇ। ਡੀਜੀਪੀ ਔਰ ਏਜੀ ਉਹਨਾਂ ਨੂੰ ਅਗਰ ਨਹੀਂ ਬਦਲਿਆ ਗਿਆ ਤਾਂ ਉਹ ਪੀਪੀਸੀਸੀ ਦੇ ਪ੍ਰਧਾਨਗੀ ਤੋਂ ਰਿਜ਼ਾਈਨ ਤੱਕ ਕਰ ਦਿੰਦੇ ਨੇ। ਉਹ ਤਦ ਤੋਂ ਲੈ ਕੇ ਅੱਜ ਤੱਕ ਹਰ ਏਜੀ ਇੱਕ ਨਾ ਇੱਕ ਜਾਂ ਕਿਸੇ ਨਾ ਕਿਸੇ ਕੰਟਰੋਵਰਸੀ 'ਚ ਰਹੇ ਨੇ। ਹੁਣ ਵਿਨੋਦ ਕਈ ਉਹਨਾਂ ਦੀ ਵਾਰੀ ਹੈਗੀ ਹੈ, ਇਹ ਪਹਿਲਾ ਟਾਈਮ ਨਹੀਂ ਹੈ ਜਦ ਵਿਨੋਦ ਕਈ ਉਹਨਾਂ ਕਿਸੇ ਇਸ ਤਰੀਕੇ ਦੀ ਕੰਟਰੋਵਰਸੀ 'ਚ ਆਉਣ। ਹੁਣ ਮਾਮਲਾ ਭਾਵੇਂ ਪੰਚਾਇਤ ਇਲੈਕਸ਼ਨ ਦੇ ਭੰਗ ਕਰਨ ਦੀ ਨੋਟੀਫਿਕੇਸ਼ਨ ਦਾ ਹੈ, ਪਰ ਉਸ ਮੁੱਦੇ ਦੇ ਉੱਤੇ ਅਸ਼ੋਕ ਅਗਰਵਾਲ ਦੀ ਵੀ ਗੱਲ ਆਈ ਸੀ। ਅਸ਼ੋਕ ਅਗਰਵਾਲ ਨੂੰ ਅਪਾਇੰਟ ਕਿੰਨੇ ਕੀਤਾ ਸੀ? ਜਿਨ੍ਹਾਂ ਨੇ ਆਪਣੀ ਰਾਏ ਪੰਚਾਇਤ ਇਲੈਕਸ਼ਨਾਂ ਦੀ ਨੋਟੀਫਿਕੇਸ਼ਨ ਯਾਨੀ ਉਹਨਾਂ ਨੂੰ ਭੰਗ ਕਰਨ ਦੀ ਨੋਟੀਫਿਕੇਸ਼ਨ ਦੇ ਉੱਤੇ ਆਪਣੀ ਰਾਏ ਦਿੱਤੀ ਸੀ। ਉਹ ਰਾਏ ਵੀ ਲਿਖਿਤ ਤੌਰ ਤੇ ਉਸ ਫਾਈਲ ਦੇ ਵਿੱਚ ਨਹੀਂ ਸੀ। ਇਹ ਗੱਲਾਂ ਚੱਲਣ ਤੋਂ ਬਾਅਦ ਏਜੀ ਆਫਿਸ ਦੇ ਉੱਤੇ ਗਾਜ ਗਿਰਨੀ ਲਗਭਗ ਤੈਅ ਤੇ ਸੀਗੀ, ਪਰ ਕੱਲ ਇਹਦਾ ਫੈਸਲਾ ਹੋ ਗਿਆ, ਮੈਸੇਜ ਦੇ ਦਿੱਤਾ ਗਿਆ। ਹੁਣ ਨਵੇਂ ਏਜੀ ਦੀ ਤਲਾਸ਼ ਹੈ। ਤੁਹਾਡੇ ਕੋਲ ਵੀ ਕੋਈ ਹੋਣ ਇੱਕ ਰਿਕਮੈਂਡ ਕਰ ਦਿਓ, ਕਿਉਂਕਿ ਸਰਕਾਰ ਬੜੇ ਜ਼ਬਰਦਸਤ ਤਰੀਕੇ ਨਾਲ ਨਵੇਂ ਏਜੀ ਦੀ ਤਲਾਸ਼ ਕਰ ਰਹੀ। ਨਹੀਂ ਸਰਕਾਰ ਬੜੇ ਜ਼ਬਰਦਸਤ ਤਰੀਕੇ ਨਾਲ ਪੰਗੇ 'ਚ ਆਇਆ ਵੀ ਬੰਦਾ ਕਿਹੜਾ ਲੱਭ ਕੇ ਲਾਇਆ ਜਾਵੇ। ਮੈਨੂੰ ਤਾਂ ਲੱਗਦਾ ਵੀ ਕੋਈ ਜ਼ਿਲ੍ਹਿਆਂ 'ਚ ਬੈਠੇ ਬੰਦੇ ਵੀ ਚੰਡੀਗੜ੍ਹ ਜਿਹੜੇ ਜਾਣਾ ਚਾਹੁੰਦੇ ਹੋਣ ਉਹ ਵੀ ਅਪਲਾਈ ਕਰ ਸਕਦੇ। ਕੋਈ ਪਤਾ ਹੁੰਦਾ ਕਿਸੇ ਵੇਲੇ ਦਾ ਲੱਗ ਜੇ, ਕਿਉਂਕਿ ਏਜੀ ਦਫ਼ਤਰ ਪਿਛਲੇ ਸਮਿਆਂ 'ਚ ਲੜਦੇ ਤਾਂ ਇੰਦਰਪ੍ਰੀਤ ਜੀ ਨਜ਼ਰ ਨਹੀਂ ਆਉਂਦੇ। ਏਜੀ ਦਾ ਤਾਂ ਚਿਹਰਾ ਹੀ ਵਿਖਾਉਣਾ ਹੈ, ਬੰਦੇ ਤੇ ਬਾਹਰੋਂ ਹੀ ਹਾਇਰ ਕਰਨੇ, ਕੋਈ ਦਿੱਲੀ ਤੋਂ ਕਰਨਾ ਹੈ ਤੇ ਕੋਈ ਚੰਡੀਗੜ੍ਹ 'ਚੋਂ ਕਰਨਾ ਹੈ। ਖੈਰ, ਮੈਂ ਇੱਕ ਵਾਰੀ ਲਾਸਟ ਗੱਲ ਇੰਦਰਪ੍ਰੀਤ ਜੀ ਤੁਹਾਡੇ ਨਾਲ ਇਹ ਕਰਨੀ ਚਾਹੁੰਦਾ। ਮੱਤੇਵਾਲ ਸਾਹਿਬ ਦਾ ਜ਼ਿਕਰ ਕੀਤਾ ਭਾਸਕਰ ਸਾਹਿਬ ਨੇ। ਮੱਤੇਵਾਲ ਸਾਹਿਬ ਦੀ ਅਕਸਰ ਸ਼ਿਕਾਇਤ ਮੰਤਰੀ ਲਾ ਦਿੰਦੇ ਹੁੰਦੇ ਸੀ ਸਦਾ ਪ੍ਰਕਾਸ਼ ਸਿੰਘ ਬਾਦਲ ਮਰਹੂਮ ਕੋਲੋਂ ਵੀ ਸਾਨੂੰ ਜੀ ਦੇਖੋ ਤਾਂ ਮਿਲਣ ਦਾ ਹੀ ਨਹੀਂ ਸਮਾਂ ਦਿੰਦੇ ਜੀ, ਸਾਨੂੰ ਕੋਈ ਰਾਏ ਚਾਹੀਦੀ ਹੁੰਦੀ ਹੈ ਤਾਂ ਸਾਨੂੰ ਵੇਟ ਬੜੀ ਕਰਨੀ ਪੈਂਦੀ। ਤਾਂ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਛੱਡੋ ਜੀ ਕਾਕਾ ਜੀ, ਛੱਡੋ ਜੀ, ਉਹ ਤਾਂ ਜੀ ਉਹਨਾਂ ਕੋਲ ਕੰਮ ਬੜਾ ਜੀ, ਤੁਸੀਂ ਵੇਟ ਕਰ ਲਿਆ ਕਰੋ ਜੀ। ਸੋ ਮੱਤੇਵਾਲ ਸਾਹਿਬ ਦਾ ਆਪਣਾ ਇੱਕ ਔਰਾ ਸੀਗਾ ਜਿਹਨੇ ਏਜੀ ਦਫ਼ਤਰ ਦੇ ਰੁਤਬੇ ਨੂੰ, ਜਿਵੇਂ ਟੌੜਾ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਨੂੰ ਵੱਡਾ ਕਰਤਾ, ਇਸੇ ਤਰ੍ਹਾਂ ਮੱਤੇਵਾਲ ਸਾਹਿਬ ਨੇ ਵੀ ਏਜੀ ਦਫ਼ਤਰ ਦੀ ਜਿਹੜੀ ਗਰਮਾ ਸੀ ਉਹਨੂੰ ਵਧਾਇਆ। ਪਰ ਜਦੋਂ ਅਤੁਲ ਨੰਦਾ ਆਏ ਤੇ ਉਦੋਂ ਚਰਚਾ ਬੜੀ ਹੋਰ ਤਰ੍ਹਾਂ ਦੀ ਸ਼ੁਰੂ ਹੋ ਗਈ। ਦੌਰ ਕਈ ਮਹਿਫਲਾਂ ਦੇ, ਪਾਰਟੀਆਂ ਤੇ ਉਹਨਾਂ ਨੇ ਬਾਹਰੋਂ ਬੰਦੇ ਹਾਇਰ ਕਰਨ ਦੀ ਕਵਾਇਦ, ਔਰ ਉਹ ਸਾਰੇ ਮਾਮਲੇ। ਇੰਦਰਪ੍ਰੀਤ ਜੀ, ਤੁਸੀਂ ਤਾਂ ਸੱਤਾ ਦੇ ਗਲਿਆਰਿਆਂ 'ਚ ਰਹਿੰਦੇ ਹੋ, ਕਦੇ ਏਜੀ ਦਫ਼ਤਰ ਦੀ ਵਰਕਿੰਗ ਦੇ ਉੱਤੇ ਵੀ ਸਾਡੀ ਝਾਤ ਪਵਾ ਦਿਓ। ਜਿਹੜੀ ਤੁਸੀਂ ਗੱਲ ਕੀਤੀ ਕਿ ਇਸ ਕੇਸ ਨੂੰ ਪਾਰਟਿਕੂਲਰ ਇਸ ਕੇਸ ਦੀ ਉਦਾਹਰਨ ਦੇ ਤੌਰ ਤੇ ਮੈਂ ਕਹਿ ਰਿਹਾ ਕਿ ਜਦੋਂ ਇਹ ਕੇਸ ਆਇਆ ਤਾਂ ਉਦੋਂ ਬਹੁਤ ਸਾਰੇ ਬੰਦਿਆਂ ਨੂੰ, ਇਹ ਜਿਹੜੇ ਸਾਬਕਾ ਏਜੀ ਹੈਗੇ ਨੇ ਜਿਹੜੇ ਵੀ ਕੰਟਰੋਵਰਸੀ 'ਚ ਰਹੇ ਨੇ, ਉਹਨਾਂ ਨੇ ਬਹੁਤ ਸਾਰੇ ਬੰਦਿਆਂ ਨੂੰ ਇਹ ਫੋਨ ਕਰਕੇ ਕਿਹਾ ਵੀ ਜਦੋਂ ਤਾਂ ਸਾਡੇ ਤੋਂ ਕੋਈ ਗਲਤੀ ਹੁੰਦੀ ਸੀ ਤਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਉਹਦੀ ਕਹਿ ਦਿੰਦੀਆਂ ਸੀ ਵੀ ਏਜੀ ਅਸਤੀਫਾ ਦੇਵੇ, ਏਜੀ ਅਸਤੀਫਾ ਦੇਵੇ, ਵੀ ਹੁਣ ਕਿਉਂ ਕੋਈ ਅਸਤੀਫਾ ਨਹੀਂ ਮੰਗ ਰਿਹਾ ਹੈਗਾ। ਤੋ ਮਤਲਬ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਏਜੀ ਦਫ਼ਤਰ ਤਾਂ ਹਮੇਸ਼ਾ ਤੋਂ ਹੀ ਕੰਟਰੋਵਰਸੀ 'ਚ ਰਿਹਾ। ਪਰ ਭਾਸਕਰ ਸਾਹਿਬ ਦੀ ਇੱਕ ਮੈਂ ਕਰੈਕਸ਼ਨ ਭਾਸਕਰ ਸਾਹਿਬ ਦੀ ਸਟੇਟਮੈਂਟ 'ਚ ਵੀ ਕਰਦਾ, ਅਸ਼ੋਕ ਅਗਰਵਾਲ ਨੇ ਕਦੇ ਹਜੇ ਕੋਈ ਇਸ 'ਚ ਦਿੱਤੀ ਨਹੀਂ ਸੀ ਰਾਏ, ਕਿਉਂਕਿ ਉਹਨਾਂ ਨੂੰ ਤਾਂ ਸੇਮ ਡੇ ਹੀ ਪੇਸ਼ ਕਰਵਾਇਆ ਗਿਆ ਸੀ ਤੇ ਉਹਨਾਂ ਨੇ ਇਹੀ ਕਹਿ ਕੇ ਮਤਲਬ 3 ਦਿਨ ਦਾ ਸਮਾਂ ਮੰਗਿਆ ਸੀ ਵੀ ਮੈਂ ਤਾਂ ਅੱਜ ਹੀ ਪੇਸ਼ ਹੋਇਆ, ਫਾਈਲ ਮੈਨੂੰ ਅੱਜ ਹੀ ਮਿਲੀ ਹੈ, ਤਾਂ ਮੈਨੂੰ 2-3 ਦਿਨ ਪੜ੍ਹਨ ਦਾ ਟਾਈਮ ਦਿਓ, ਉਸ ਤੋਂ ਬਾਅਦ ਫਿਰ ਮੈਂ ਇਸ ਤੇ ਆਪਣੀ ਰਾਏ ਦਊਂਗਾ। ਜਦੋਂ ਫਿਰ 3 ਦਿਨ ਦਾ ਟਾਈਮ ਦਿੱਤਾ ਸੀ ਕੋਰਟ ਨੇ ਤਾਂ ਉਹ ਇਸੇ ਕਰਕੇ ਦਿੱਤਾ ਸੀ, ਲੇਕਿਨ ਅਗਲੀ ਵਾਰ ਫਿਰ ਉਹਨਾਂ ਨੂੰ ਪੇਸ਼ ਹੀ ਨਹੀਂ ਕਰਾਇਆ ਗਿਆ। ਸੋ ਇਹ ਥੋੜੀ ਜਿਹੀ ਕਰੈਕਸ਼ਨ ਹੈ ਇਹਦੇ 'ਚ ਕਿ ਉਹਨਾਂ ਨੇ ਆਪਣੀ ਹਜੇ ਰਾਏ ਦਿੱਤੀ ਨਹੀਂ। ਇੰਦਰਪ੍ਰੀਤ ਜੀ, ਹੁਣ ਮਾਮਲਾ ਜਿਹੜਾ ਐਕਚੁਅਲੀ ਮੈਨੂੰ ਲੱਗਦਾ ਕਿ ਇਹਨੂੰ ਸਮਝਣਾ ਨਾ, ਏਜੀ ਦਫ਼ਤਰ ਦੀ ਵਰਕਿੰਗ ਨੂੰ ਸਮਝਣਾ, ਮੁੱਖ ਮੰਤਰੀ ਦਫ਼ਤਰ ਦੀ ਵਰਕਿੰਗ ਨੂੰ ਸਮਝਣਾ, ਸਰਕਾਰ ਦੇ ਤਰੀਕਾਕਾਰਾਂ ਨੂੰ ਸਮਝਣਾ, ਇਹ ਬੜਾ ਅਹਿਮ ਆ। ਹੁਣ ਸਰਕਾਰ ਨੇ ਫੈਸਲਾ ਲੈ ਲਿਆ ਕਿ ਅਸੀਂ
2 IAS ਅਫਸਰ ਸਸਪੈਂਡ ਕਰਤੇ ਜਿਨ੍ਹਾਂ ਨੇ ਟੈਕਨੀਕੈਲਿਟੀਜ਼ ਨਹੀਂ ਦੇਖੀਆਂ, ਸਰਕਾਰ ਨੂੰ ਗੁੰਮਰਾਹ ਕੀਤਾ, ਇਹਨਾਂ ਨੇ ਠੀਕ ਤਰੀਕੇ ਨਾਲ ਹਰ ਤੱਥ ਕਿਉਂ ਨਹੀਂ ਖੰਗਾਲਿਆ, ਬਣਦਾ ਵੀ ਸੀ। ਤੇ ਹੁਣ ਉਹਨਾਂ ਨੇ ਏਜੀ ਦਫ਼ਤਰ ਦੀ ਬਲੀ ਲੈ ਲਈ। ਸਵਾਲ ਇਸ ਗੱਲ ਤੇ ਆ ਕਿ ਇਹ ਸਾਰਾ ਮਾਮਲਾ ਪੈ ਗਿਆ ਚੀਫ ਸੈਕਟਰੀ ਦੇ ਮੋਢਿਆਂ ਤੇ ਕਿ ਹੁਣ ਤੁਸੀਂ ਕੇਂਦਰ ਦੇ ਉਸ ਸੰਬੰਧਿਤ ਵਿਭਾਗ ਨੂੰ ਇਹਨਾਂ 2 IAS ਅਫਸਰਾਂ ਦੀ ਸਸਪੈਂਸ਼ਨ ਸੰਬੰਧੀ ਬਿਊਰਾ ਭੇਜਣਾ, ਜਿਨ੍ਹਾਂ ਨੇ ਅੱਗੋਂ ਮਹੀਨੇ ਦੇ ਵਿੱਚ ਜਾਂ ਤਾਂ ਪ੍ਰਵਾਨਗੀ ਦੇਣੀ ਆ ਤੇ ਜਾਂ ਨਹੀਂ ਦੇਣੀ ਆ। ਸੋ ਮੈਂ ਤੁਹਾਡੇ ਤੋਂ ਇਹ ਸਮਝਣਾ ਹੈ ਕਿ ਚੀਫ ਸੈਕਟਰੀ ਸਾਹਿਬ ਨੇ, ਮੁੱਖ ਪ੍ਰਮੁੱਖ ਸਕੱਤਰ ਸਾਹਿਬ ਨੇ ਕੀ ਲਿਖ ਕੇ ਭੇਜਿਆ ਜੀ? ਕਿ 2 IAS ਅਫਸਰਾਂ ਦੇ ਜਿੰਨੇ ਵੀ ਵੇਰਵੇ ਨੇ ਕਿ ਇਹਨਾਂ ਦੀ ਆਹ ਗਲਤੀ ਇਹਦੇ ਕਰਕੇ ਅਸੀਂ ਸਸਪੈਂਡ ਕੀਤਾ, ਤਰਕ ਸੰਗਤ ਨੇ? ਹੁਣ ਜਦੋਂ ਏਜੀ ਦੀ ਵੀ ਜ਼ਿੰਮੇਵਾਰੀ ਫਿਕਸ ਹੋ ਗਈ ਤਾਂ ਅਗਲੇ ਤਾਂ ਕਹਿਣਗੇ ਜੀ ਅਸੀਂ ਤਾਂ ਠੀਕ ਸੀ, ਏਜੀ ਦਫ਼ਤਰ ਦੀ ਠੀਕ ਸਲਾਹ ਨਹੀਂ ਸੀ। ਹੁਣ ਇਹ ਕਿਵੇਂ ਮਤਲਬ ਦਲੀਲ ਪੂਰਵਕ ਕਿਵੇਂ ਚੀਫ ਸੈਕਟਰੀ ਸਾਹਿਬ ਨੇ ਕੇਂਦਰ ਨੂੰ ਕੇਸ ਭੇਜਿਆ ਜੀ? ਰੰਧਾਵਾ ਸਾਹਿਬ, ਇਹਦੇ ਚ ਇੱਕ ਮੈਂ ਗੱਲ ਹੋਰ ਕਰਨੀ ਹੈ, ਇਹਦੇ ਨਾਲ ਹੀ ਕਿਉਂਕਿ ਰੈਲੀਵੈਂਟ ਹੈ ਇਹਦੇ ਉਹ ਇਹ ਹੈਗੀ ਹੈ ਵੀ ਏਜੀ ਔਰ LR ਦਾ ਦਫ਼ਤਰ ਦਾ ਅਲੱਗ-ਅਲੱਗ ਕੰਮ ਹੈ। ਦੇਖੋ ਅਜੇ ਤੱਕ ਅਸੀਂ ਏਜੀ ਦਫ਼ਤਰ ਨੂੰ ਤਾਂ ਕਟਗਰੇ 'ਚ ਖੜਾ ਕੀਤਾ ਹੋਇਆ, ਪਰ LR ਨੂੰ ਨਹੀਂ ਕੀਤਾ ਹੋਇਆ। LR ਦੇ ਉੱਤੇ ਹਜੇ ਤੱਕ ਕਿਸੇ ਨੇ ਕੋਈ ਟਿੱਪਣੀ ਵੀ ਨਹੀਂ ਕੀਤੀ ਜੀ। ਜਦੋਂ ਕੋਈ ਚੀਜ਼ ਤਿਆਰ ਹੁੰਦੀ ਹੈ, ਮਤਲਬ ਕਿ ਜਦੋਂ ਵੀ ਕੋਈ ਕੇਸ ਤਿਆਰ ਹੁੰਦੇ ਨੇ ਆਫਿਸ ਲੈਵਲ ਤੋਂ, ਤਾਂ ਅਗਰ ਕੋਈ ਕਾਨੂੰਨੀ ਰਾਏ ਚਾਹੀਦੀ ਹੈ ਤਾਂ ਉਹ ਕੇਸ LR ਕੋਲੇ ਜਾਂਦੇ ਆ। ਯਾਨੀ ਕਿ ਜਦੋਂ ਇਹ ਕੇਸ ਤਿਆਰ ਕੀਤਾ ਗਿਆ ਹੋਊਗਾ ਕਿ ਪੰਚਾਇਤਾਂ ਨੂੰ ਭੰਗ ਕਰਨਾ ਹੈ ਤੇ ਇਲੈਕਸ਼ਨ ਕਰਾਣੇ ਨੇ ਨਵੇਂ, ਤਾਂ ਇਹ ਸਾਰੀ ਜਿਹੜੀ ਵੈਟਿੰਗ ਹੈ ਉਹ LR ਨੇ ਕੀਤੀ ਹੋਊਗੀ, ਨਾ ਕਿ ਏਜੀ ਦਫ਼ਤਰ ਨੇ। ਏਜੀ ਦਫ਼ਤਰ 'ਚ ਤਾਂ ਉਦੋਂ ਜਾਂਦਾ ਹੈ ਜਦੋਂ ਕੇਸ ਲੜਨਾ ਹੈ। ਤਾਂ ਮੈਨੂੰ ਥੋੜਾ ਜਿਹਾ ਲੱਗਦਾ ਕਿ ਸ਼ਾਇਦ ਇਸ ਮਾਮਲੇ ਦੇ ਵਿੱਚ ਹਜੇ LR ਆਫਿਸ ਦਾ ਵੀ ਜਿਹੜਾ ਇੱਕ ਰੋਲ ਹੈਗਾ ਉਸ ਦੇ ਉੱਤੇ ਵੀ ਗੱਲ ਕਰਨੀ ਬਣਦੀ ਹੈ ਵੀ ਕੀ ਉਹਨਾਂ ਦੀ ਰਾਏ ਆਈ ਹੋਈ ਸੀ ਕਿ ਨਹੀਂ ਆਈ ਹੋਈ ਸੀ। ਅਜੇ ਤੱਕ ਇਹ ਚੀਜ਼ ਬਾਹਰ ਨਹੀਂ ਆਈ ਹੈ ਕਿ ਉਸ ਕੇਸ ਦੇ ਵਿੱਚ LR ਦੀ ਰਾਏ ਕੀ ਸੀਗੀ। ਦੂਜੀ ਗੱਲ ਜਿਹੜੀ ਤੁਸੀਂ ਕਹੀ ਕਿ ਉੱਥੇ ਕੇਸ ਜਿਹੜਾ ਭੇਜਿਆ DOPT ਗਵਰਨਮੈਂਟ ਆਫ ਇੰਡੀਆ ਨੂੰ, ਉਹਦੇ ਵਿੱਚ ਵੀ ਦੇਖੋ ਉਹਦੇ 'ਚ ਕੋਈ ਜ਼ਿਆਦਾ ਨਹੀਂ ਚੀਜ਼ ਦੱਸਣੀ, ਉਹਦੇ 'ਚ ਤਾਂ ਸਾਰਾ ਕੇਸ ਦੀ ਇੱਕ ਬਰੀਫਿੰਗ ਦੇਣੀ ਹੈ ਕਿ ਆਹ ਕੇਸ ਸੀਗਾ, ਉਹਦੇ ਵਿੱਚ ਆਹ ਬੰਦਿਆਂ ਦਾ ਇਹ ਰੋਲ ਸੀ, ਇਸ ਬੰਦਿਆਂ ਨੇ ਇੱਥੇ ਕਰਕੇ ਗੁੰਮਰਾਹ ਕੀਤਾ, ਨਹੀਂ ਕਰਨਾ ਚਾਹੀਦਾ ਸੀ। ਉਹ ਸਾਰਾ ਬਣਾ ਕੇ ਇੱਕ ਕੇਸ ਬਣਾ ਕੇ ਉਹਨਾਂ ਨੂੰ ਦੇ ਦੇਣਾ ਵੀ ਚਾਹੀਦਾ ਹੈ, ਦਿੰਦੇ ਆ ਵੀ ਅਸੀਂ ਇਹ ਸਸਪੈਂਡ ਕਰਤੇ ਆ। ਸੋ ਹੁਣ ਉਹ ਸਾਰੇ ਦੇ ਵਿੱਚ ਕੀ ਕੋਈ ਲਕੂਨੇ ਹੈ, ਉਸ ਦੇ ਸਵਾਲ ਜਿਹੜੇ ਨੇ ਉਹ DOPT ਪੁੱਛੇਗਾ ਸਟੇਟ ਗਵਰਨਮੈਂਟ ਨੂੰ। ਜੇ ਉਹ ਸੈਟੀਸਫਾਈ ਹੈ ਜਿਹੜਾ ਕੇਸ ਭੇਜਿਆ ਹੋਇਆ, ਫਿਰ ਤਾਂ ਉਹ ਸਸਪੈਂਸ਼ਨ ਅੱਗੇ ਤੱਕ ਕਾਇਮ ਰਹੇਗੀ। ਜੇਕਰ ਨਹੀਂ ਹੈ ਤਾਂ ਫਿਰ ਉਹ ਸਵਾਲ ਪੁੱਛ ਸਕਦਾ ਹੈ, ਤੇ ਸਵਾਲ ਪੁੱਛਣ ਤੋਂ ਬਾਅਦ ਜਿਹੜੇ ਅਗਰ ਸੰਤੁਸ਼ਟ ਹੋਇਆ ਤਾਂ ਠੀਕ, ਨਹੀਂ ਤਾਂ ਫਿਰ 1 ਮਹੀਨੇ ਬਾਅਦ ਜਿਹੜੀ ਹੈ ਉਹ ਰਿਵੋਕ ਹੋ ਜਾਏਗੀ ਔਰ ਸਾਰੇ ਰੀਇਨਸਟੇਟ ਹੋ ਜਾਣਗੇ। ਪਰ ਇੱਥੇ ਸਵਾਲ ਤਾਂ ਇਹ ਵੀ ਇੰਦਰਪ੍ਰੀਤ ਜੀ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੇ ਲਿਖਤ ਵਿੱਚ ਭੇਜੋਗੇ ਤਾਂ ਅਗਲੇ ਸਵਾਲ ਨਹੀਂ ਪੁੱਛਣਗੇ ਕਿ ਕੀ ਡਿਸੀਜਨ ਇਹਨਾਂ 2 IAS ਅਫਸਰਾਂ ਨੇ ਲਿਆ ਸੀ, ਜਾਂ ਇਹ 2 IAS ਅਫਸਰ ਇਸ ਸਥਿਤੀ 'ਚ ਨੇ ਕਿ ਇਹ ਕਿਸੇ ਸਿਆਸੀ ਡਿਸੀਜਨ ਨੂੰ ਰੋਕ ਲੈਂਦੇ। ਇਹ ਸਵਾਲ ਵੀ ਤਾਂ ਹੋ ਸਕਦੇ ਆ ਨਾ ਜੀ। ਜਾਂ ਇਹ ਦੇਖੋ ਜ਼ਿੰਮੇਵਾਰੀ ਤਾਂ ਫਿਕਸ ਹੁੰਦੀ ਆ ਕਿ ਜਦੋਂ ਕੋਈ ਕੇਸ ਟੈਕਨੀਕਲ ਆਧਾਰਾਂ ਦੇ ਉੱਤੇ ਅੱਗੇ ਵਧਣਾ, ਭਾਵੇਂ ਫੈਸਲਾ ਪੋਲੀਟੀਕਲ ਹੋਵੇ, ਉਹ ਅਫਸਰਾਂ ਨੇ ਚੈੱਕ ਕਰਨਾ, ਫੈਕਟ ਚੈੱਕ ਤਾਂ ਉਹਨਾਂ ਨੇ ਕਰਨੇ। ਪਰ ਫਿਰ ਵੀ ਇਸ ਮਾਮਲੇ 'ਚ ਮੈਨੂੰ ਲੱਗਦਾ ਆਖਰੀ ਸੇਕ ਮੰਤਰੀ ਸਾਹਿਬ ਤੱਕ ਪਹੁੰਚ ਜਾਣਾ ਹੈ ਕਰਾ ਕੇ। ਜੇ IAS ਅਫਸਰਾਂ ਨੂੰ ਤੁਸੀਂ ਟੈਕਨੀਕਲੀ ਤਾਂ ਠੀਕ ਹੋ ਸਕਦੇ ਹੋ, ਪਰ ਜੇ ਤੁਸੀਂ ਸੈਟੀਸਫਾਈ ਕਰਨਾ ਚਾਹੁੰਦੇ ਹੋ ਕਿ ਫੈਸਲਾ ਕਿਤੇ ਹੋਰ ਹੋਇਆ, ਸਜ਼ਾ ਕਿਤੇ ਹੋਰ ਲੱਗੀ, ਫਿਰ ਤਾਂ ਸਾਰੀਆਂ ਫਾਈਲਾਂ ਦੇ ਉੱਤੇ ਅਫਸਰ ਲਿਖ ਦਿਆ ਕਰਨਗੇ ਕਿ ਇਹਦੇ ਉੱਤੇ ਅੰਤਿਮ ਰਾਏ ਕਾਨੂੰਨ ਵਿਭਾਗ ਦੀ ਮੰਨੀ ਜਾਵੇ ਜੀ। ਫਿਰ ਕੀ ਕਰੋਗੇ? ਬਿਲਕੁਲ, ਮੈਨੂੰ ਲੱਗਦਾ ਕਿ ਇਹ ਤਾਂ ਹੋਰ ਵੀ ਮੁਸ਼ਕਿਲ ਹੋ ਜਾਏਗਾ। ਦੇਖੋ ਕਿਸੇ ਵੀ ਡਿਪਾਰਟਮੈਂਟ 'ਚ ਕਿਸੇ ਵੀ ਸੈਕਟਰੀ ਨੂੰ ਲਗਾਇਆ ਜਦੋਂ ਜਾਂਦਾ ਤਾਂ ਇੱਕ ਬਹੁਤ ਹੀ ਇਹ ਮੰਨਿਆ ਜਾਂਦਾ ਕਿ ਉਹ ਉਸ ਮੰਤਰੀ ਦਾ ਜਾਂ ਉਹਦਾ ਵਿਸ਼ਵਾਸ ਪਾਤਰ ਹੈ, ਉਹਨੂੰ ਗਲਤੀ ਨਹੀਂ ਕਰਦੇ, ਕਿਉਂਕਿ ਕਾਨੂੰਨੀ ਤੌਰ ਤੇ ਸਾਰੀਆਂ ਚੀਜ਼ਾਂ ਤਾਂ ਅਫਸਰ ਹੀ ਜਾਣਦੇ ਆ, ਨੁਕਤੇ ਤਾਂ ਸਾਰੇ ਉਹਨਾਂ ਨੂੰ ਹੀ ਪਤਾ ਹੁੰਦੇ ਆ, ਔਰ ਉਹਨਾਂ ਦੇ ਉੱਤੇ ਤਾਂ ਮੰਤਰੀ ਵਿਸ਼ਵਾਸ ਕਰਦੇ ਹੀ ਨੇ, ਇਹੀ ਸੋਚ ਕੇ ਕਿ ਜੋ ਵੀ ਮੇਰਾ ਸੈਕਟਰੀ ਮੈਨੂੰ ਰਾਏ ਦੇ ਰਿਹਾ ਹੈ ਉਹ ਸਾਰੇ ਪਹਿਲੂਆਂ ਨੂੰ ਦੇਖ ਕੇ ਰਾਏ ਦਿੱਤੀ ਹੈ ਤੇ ਮੈਂ ਸਿਰਫ ਉੱਤੇ ਸਾਈਨ ਹੀ ਕਰਨੇ ਆ। ਤੋ ਇਹ ਤੁਹਾਡੀ ਗੱਲ ਠੀਕ ਹੈ ਕਿ ਜਦੋਂ ਤੁਸੀਂ ਸਿਰਫ ਇੱਕ ਅਫਸਰ ਨੂੰ ਹੀ ਜ਼ਿੰਮੇਵਾਰ ਠਹਿਰਾ ਦੋਗੇ, ਬਾਕੀ ਸਾਰੀਆਂ ਚੀਜ਼ਾਂ ਨੂੰ ਕੱਢ ਦੋਗੇ ਬਾਹਰ, ਤਾਂ ਫਿਰ ਅਫਸਰਸ਼ਾਹੀ ਕੋਲੇ ਇਹ ਕੋਈ ਰਹੇਗਾ ਹੀ ਨਹੀਂ ਕਿ ਉਹ ਫਿਰ ਕੋਈ ਫੈਸਲਾ ਨਾ ਲੈਣ। ਉਹ ਸਾਰੇ ਫੈਸਲੇ ਜਿਹੜੇ ਹੈ ਜਾਂ ਤਾਂ ਕੈਬਨਿਟ ਦੇ ਉੱਤੇ ਛੱਡ ਦੇਣਗੇ, ਜਾਂ ਚੀਫ ਮਿਨਿਸਟਰ ਦੇ ਉੱਤੇ ਛੱਡ ਦੇਣਗੇ, ਜਾਂ ਮਿਨਿਸਟਰ ਦੇ ਉੱਤੇ ਛੱਡ ਦੇਣਗੇ। ਫਿਰ ਤਾਂ ਤੁਹਾਨੂੰ ਕ੍ਰਿਸ਼ਨ ਕੁਮਾਰ ਵਰਗੇ ਅਫਸਰ ਲਾ ਦੇਣੇ ਚਾਹੀਦੇ ਆ ਜਿਹੜੇ ਫਾਈਲ ਨੂੰ ਰੱਖ ਕੇ ਬਹਿ ਜਾਣਗੇ ਤੇ ਐਨਕ ਕਦੇ ਤਾਂ ਕਰਨਗੇ ਕਦੇ ਠਾਂ ਕਰਨਗੇ ਵੀ ਇਹਦੇ 'ਚ ਸਿਆਸਤ ਹੈ ਜਾਂ ਨਹੀਂ ਸਿਆਸਤ ਵੱਖਰੀ ਗੱਲ ਆ, ਫਾਈਲ 'ਚ ਕਮੀ ਜ਼ਰੂਰ ਆ। ਹੁਣ ਭਾਸਕਰ ਸਾਹਿਬ ਤੁਹਾਡੇ ਕੋਲ ਮੈਂ ਆਉਣ ਲੱਗਿਆ ਇਸੇ ਮਾਮਲੇ ਤੇ ਕਿ ਪਿਛਲੀਆਂ ਸਰਕਾਰਾਂ 'ਚ
मैं सदा प्रकाश सिंह बादल का बार-बार जिक्र आ रहा, कई अफसर पुराने दसते हैं कि उस दौर दे विच जिस मंत्री दे काम काज तो उन्होंने बहुती तसल्ली नहीं होंदी जां जिथे पंगेबाजी की संभावना होंदी सी, वो मंत्री नूं घट कुछ कहंदे सी, उत्थे एक कड़क जिहा अफसर ला दिंदे सी, चुप करके ना कुछ नहीं सी मूंहों बोलदे, वो अफसर ला दो, वो भावें ब्रह्मपुरा होण जां कोई होर भी होण, उस दौर दे जिहड़े तगड़े खाड़कू मंत्री हुंदे सीगे भी IAS अफसर नाल ही उलझे रहण जी, वो भी IAS अफसर ने कोई भी काम ऐसा होण ही नहीं देना जिहड़ा सरकार नूं पंगे च पावे। अच्छा, पिछली सरकार दे विच भी इंज रहा भी कई मंत्रियों दे नाल जिहड़े मंत्रियों नूं बनाउणा ही पिया केंद्री हाई कमांड दे कहण ते, उन्हां नाल अफसर इहो जिहे ला दिओ कि जिहड़े अफसर तुहानूं नाल नाल रिपोर्ट भी दिंदे रहण मुੱਖ मंत्री दफ्तर नूं भी आह हो रहा जे। सो भास्कर साहब, अफसरां दी अजकल भूमिका मैनूं लगदा एफिशिएंसी नालों काबलियत नालों वो जी हजूरी च ज़्यादा है। अफसर जिहड़े आ वो नाल ही खलोते हुंदे मुੱਖ मंत्री दफ्तर दे इदां हत्थ जोड़ के, मैं देखिआ सਹੁੰ चुੱਕਣ ਤੋਂ तुरंत बाद जी। ਜਿੱਥੇ ਤੱਕ ਦੋ ਅਫਸਰਾਂ ਨੂੰ ਸਜ਼ਾ ਦੇਣ ਦੀ ਗੱਲ ਹੈ ਰੰਧਾਵਾ ਜੀ, ਇੱਕ ਤੇ ਹੁੰਦੀ ਹੈ ਗਲਤੀ, ਇੱਕ ਹੁੰਦੀ ਹੈ ਕ੍ਰਾਈਮ, ਯਾਨੀ ਤੁਸੀਂ ਕੋਈ ਬਲੰਡਰ ਕੀਤੀ ਹੈ ਔਰ ਜਾਣਬੁੱਝ ਕੇ ਕੀਤੀ ਹੈ। ਜਿੱਥੇ ਤੱਕ ਕਿਸੇ ਕ੍ਰਾਈਮ ਦੀ ਜਾਂ ਕਿਸੇ ਗਲਤੀ ਦੀ ਸਜ਼ਾ ਦੇਣੀ ਹੁੰਦੀ ਹੈ, ਕਿਉਂਕਿ ਦੋ ਵੱਡੇ ਅਫਸਰਾਂ ਨੂੰ ਇਸ ਮਾਮਲੇ ਦੇ ਵਿੱਚ ਸਸਪੈਂਡ ਕੀਤਾ ਗਿਆ ਹੈ, ਉਹਦੇ ਵਿੱਚ ਮੋਟਿਵ ਦੇਖਿਆ ਜਾਂਦਾ ਹੈ ਵੀ ਇਹਨਾਂ ਦਾ ਇਸ ਗਲਤੀ ਜਾਂ ਸਰਕਾਰ ਨੂੰ ਗਲਤ ਗਾਈਡ ਕਰਨ ਦੇ ਪਿੱਛੇ ਮੋਟਿਵ ਕੀ ਸੀਗਾ। ਤੁਸੀਂ ਇਹ ਦੇਖੋ ਕਿ ਭਾਵੇਂ ਪੰਚਾਇਤ ਡਿਪਾਰਟਮੈਂਟ ਦੇ ਡਾਇਰੈਕਟਰ ਸਾਹਿਬ ਗੁਰਪ੍ਰੀਤ ਸਿੰਘ ਖਹਿਰਾ ਜਾਂ DK ਤਿਵਾੜੀ, ਉਹਨਾਂ ਦਾ ਕੋਈ ਮੋਟਿਵ ਹੋ ਸਕਦਾ, ਉਹਨਾਂ ਨੂੰ ਪੰਚਾਇਤਾਂ ਕੋਈ ਚੂੰਡੀਆਂ ਵੱਟਦੀ ਸੀਗੀ ਜਿਨ੍ਹਾਂ ਨੂੰ ਭੰਗ ਕਰਨ ਵਾਸਤੇ ਉਹਨਾਂ ਨੂੰ ਇਹ ਕਵਾਇਦ ਕਰਨੀ ਪਈ। ਇਹ ਸਾਰੇ ਜਾਣਦੇ ਨੇ ਇੱਕ ਪੋਲੀਟੀਕਲ ਫੈਸਲਾ ਸੀਗਾ, ਅਫਸਰਾਂ ਦੇ ਉੱਤੇ ਦਬਾਅ ਸੀਗਾ, ਉਹਨਾਂ ਨੇ ਇਹ ਗੱਲ ਕੀਤੀ, ਕਰਨ ਤੋਂ ਬਾਅਦ ਜਦ ਗੱਲ ਪੁੱਠੀ ਪੈ ਗਈ ਤੇ ਕਿਸੇ ਦੇ ਸਿਰ ਤੇ ਪਾਣੀ ਪਾਣੀ ਹੈ, ਫਿਰ ਦੋ ਅਫਸਰਾਂ ਨੂੰ ਟੰਗ ਦਿੱਤਾ ਗਿਆ। ਹੁਣ ਗੱਲ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਬਾਦਲ ਸਾਹਿਬ ਦੇ ਟਾਈਮ ਵਿੱਚ ਉਹ ਕੋਈ ਮੰਤਰੀ ਘੈਂਟ ਮੰਤਰੀ ਜਿਹੜੇ ਹੁੰਦੇ ਸੀਗੇ ਉਹਨਾਂ ਦੇ ਕੋਲ ਇੱਕ ਅਫਸਰ ਇੱਦਾਂ ਦੇ ਤੈਨਾਤ ਕਰ ਦਿੰਦੇ ਸੀ ਜਿਹੜੇ ਆਪੇ ਹੀ ਸਾਰੀ ਗੱਲ ਨੂੰ ਸਾਂਭ ਲੈਂਦੇ ਸੀਗੇ। ਇੱਥੇ ਵੀ ਸਿਚੁਏਸ਼ਨ ਆਈ ਹੈ। ਅਸੀਂ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਬਹੁਤ ਵਾਰ ਇਹ ਗੱਲ ਕਰ ਚੁੱਕੇ ਹਾਂ ਕਿ ਸਾਰੇ ਮੰਤਰੀਆਂ ਦੇ ਨਾਲ ਇੱਕ ਨਾ ਇੱਕ ਉਹ ਜਿਹੜਾ ਇਨਵਿਜ਼ੀਬਲ ਦਿੱਲੀ ਵਾਲਾ ਜਿਹੜਾ ਸਿਸਟਮ ਹੈਗਾ ਉਹ ਹੈਗਾ ਕਿ ਉਹ ਇਸ ਫਾਈਲ ਦੇ ਉੱਤੇ ਨਜ਼ਰ ਗਾੜ ਕੇ ਨਹੀਂ ਬੈਠਾ ਸੀਗਾ ਕਿ ਉਹਦੇ ਤੋਂ ਵੀ ਕੋਈ ਗਲਤੀ ਹੋਈ। ਚਲੋ, ਕਿਉਂਕਿ ਕੁਝ ਗੱਲਾਂ ਅਨਅਫੀਸ਼ੀਅਲ ਹੁੰਦੀ ਹੈ, ਪਰ ਅਨਅਫੀਸ਼ੀਅਲ ਦੇ ਵਿੱਚ ਕੋਈ ਸਜ਼ਾ ਨਹੀਂ ਹੁੰਦੀ, ਲੇਕਿਨ ਆਫੀਸ਼ੀਅਲ ਜਿਨ੍ਹਾਂ ਨੇ ਜੋ ਕੰਮ ਕੀਤਾ ਹੈ ਭਾਵੇਂ ਅਨਅਫੀਸ਼ੀਅਲ ਬੰਦੇ ਦੇ ਕਹਿਣ ਤੇ ਹੀ ਕੀਤਾ ਹੋਏ, ਪਰ ਸਜ਼ਾ ਆਫੀਸ਼ੀਅਲ ਬੰਦੇ ਨੂੰ ਹੋ ਜਾਂਦੀ ਹੈ। ਔਰ ਇਸ ਸਜ਼ਾ ਦੇ ਪਿੱਛੇ ਪਤਾ ਨਹੀਂ ਅੱਗੇ ਚੱਲ ਕੇ ਕੀ ਹੋਏਗਾ, ਪਰ ਹਜੇ AG ਆਫਿਸ ਤੱਕ ਗੱਲ ਪਹੁੰਚੀ ਹੈ, ਮੰਤਰੀ ਤੱਕ ਵੀ ਪਹੁੰਚਣੀ ਚਾਹੀਦੀ ਹੈ, ਤਾਂ ਹੀ ਕਰਕੇ ਇਸ ਮੁੱਦੇ ਦਾ ਨਿਪਟਾਰਾ ਹੋ ਸਕਦਾ। ਕਿ ਲਾਲਜੀਤ ਸਿੰਘ ਭੁੱਲਰ ਹਟਾਏ ਜਾਣਗੇ ਜਾਂ ਉਹਨਾਂ ਦਾ ਮਹਿਕਮਾ ਵਾਪਸ ਲਿਆ ਜਾਊਗਾ, ਇਹ ਸਵਾਲ ਨਾਲ ਅਸੀਂ ਅੱਗੇ ਵੱਧ ਜਾਂਦੇ ਹਾਂ। ਪਰ ਮਾਮਲਾ ਇੰਦਰਪ੍ਰੀਤ ਜੀ ਇਸ ਗੱਲ ਤੇ ਹੈ ਕਿ ਇਹ ਫੈਸਲਾ ਮੁੱਖ ਮੰਤਰੀ ਨੇ ਕੀਤਾ ਲਈ ਆਪਣੇ ਐਡਵੋਕੇਟ ਜਨਰਲ ਦਫ਼ਤਰ ਦੇ ਵਿੱਚ ਤਬਦੀਲੀ ਦਾ ਫੈਸਲਾ ਮੁੱਖ ਮੰਤਰੀ ਸਾਹਿਬ ਨੇ ਕੀਤਾ, ਭਾਵੇਂ ਉਹਨਾਂ ਨੇ ਆਪਣੇ ਸੁਪਰੀਮੋ ਨਾਲ ਸਲਾਹ ਕਰਕੇ ਜਾਂ ਜਿੱਦਾਂ ਵੀ, ਪਰ ਉਹ ਇਹਦੇ ਵਿੱਚ ਹਮਲਾਵਰ ਦਿਸੇ ਨੇ, ਦੇਰੀ ਨਾਲ ਦਿਸੇ ਨੇ, ਪਰ ਦਿਸੇ ਜ਼ਰੂਰ ਨੇ। ਹੁਣ ਅਗਲੀ ਗੱਲ ਕਿ ਵਾਲ ਬਚੇ ਵੀ ਨੇ। ਵਾਲ ਕਿਵੇਂ ਬਚੇ? ਜੇ ਜੰਜੂਆ ਸਾਹਿਬ ਦੇ ਖਿਲਾਫ 3 ਮਹੀਨੇ ਪਹਿਲਾਂ ਸੁਣਵਾਈ ਹੋਈ ਹੁੰਦੀ ਨਾ ਕੇਸ ਦੀ, ਤਾਂ ਫਿਰ ਸਰਕਾਰ ਨੂੰ ਆਪਣਾ ਚੀਫ ਸੈਕਟਰੀ ਹਟਾਉਣਾ ਪੈਣਾ ਸੀ। ਹੁਣ ਚੀਫ ਸੈਕਟਰੀ ਲਾਉਣ ਦੀ ਪ੍ਰਕਿਰਿਆ, AG ਲਾਉਣ ਦੀ ਪ੍ਰਕਿਰਿਆ ਤੇ ਬਾਕੀ ਜਿੰਨੇ ਵੀ DGP ਦੇ ਮਾਮਲੇ 'ਚ ਵੀ ਕੇਂਦਰ ਦੀਆਂ ਚਿੱਠੀਆਂ ਹੁਣ ਤਾਂ ਸ਼ਾਂਤ ਹੋਈਆਂ ਨੇ, ਅਜੇ ਉਹ ਬਿੱਲ ਵੀ ਸਿਰੇ ਨਹੀਂ ਚੜੇ ਜਿਹਦੇ ਵਿੱਚ ਸਟੇਟ ਹੱਕ ਮੰਗ ਰਹੀ ਹੈ। ਸੋ ਮੈਨੂੰ ਇੰਦਰਪ੍ਰੀਤ ਜੀ ਇਹ ਸਮਝਾਓ ਕਿ ਕੱਲ ਕੋਰਟ 'ਚ ਆਖਰ ਕੀ ਵਾਪਰ ਗਿਆ? ਜੰਜੂਆ ਸਾਹਿਬ ਤਾਂ ਕਿਸੇ ਨਵੀਂ ਨਿਯੁਕਤੀ ਦੀ ਉਡੀਕ ਵਿੱਚ ਖੜੇ ਸੀ, ਪੱਬਾਂ ਭਾਰ ਸੀਗੇ, ਉਹਨਾਂ ਨੂੰ ਇਸ ਗੱਲ ਦਾ ਮਲਾਲ ਨਹੀਂ ਹੋਊਗਾ ਹੁਣ ਕਿ ਅਹੁਦਾ ਨਹੀਂ ਮਿਲਿਆ, ਉਹਨਾਂ ਨੂੰ ਇਹ ਹੋਊਗਾ ਕਿ ਘੱਟੋ ਘੱਟ ਚੀਫ ਸੈਕਟਰੀ ਤਾਂ ਰਿਟਾਇਰ ਹੋ ਗਏ, ਅਦਰਵਾਈਜ਼ ਤਾਂ ਗੁੰਮਨਾਮ ਹਨੇਰੀਆਂ ਗਲੀਆਂ 'ਚੋਂ ਹੀ ਘਰ ਨੂੰ ਤੁਰ ਜਾਣਾ ਸੀ। ਕੀ ਕਹਿੰਦੇ ਰੰਧਾਵਾ ਸਾਹਿਬ? ਦੇਖੋ, ਇਹ ਇੱਕ ਵੱਡਾ ਝਟਕਾ ਮੈਨੂੰ ਲੱਗਦਾ ਕਿ VK ਜੰਜੂਆ ਹੋਰਾਂ ਨੂੰ ਜਿਹੜਾ ਕੱਲ ਮਿਲਿਆ ਹੈ। ਇਹ ਨਹੀਂ ਕਿ ਉਹਨਾਂ ਨੂੰ ਇਹ ਆਸ ਨਹੀਂ ਸੀ, ਇਸੇ ਤਰ੍ਹਾਂ ਦੀ ਹੀ ਆਸ ਸੀ ਉਹਨਾਂ ਨੂੰ, ਕਿਉਂਕਿ ਜਦੋਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਪਹਿਲਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕੁਝ ਦਿਨ ਪਹਿਲਾਂ, ਤਾਂ ਉਹਨਾਂ ਨੇ ਆਪਣੇ ਉਸ ਕੇਸ ਨੂੰ ਜਸਟੀਫਾਈ ਕੀਤਾ ਸੀਗਾ ਕਿ ਮੈਨੂੰ ਕਿਸ ਤਰ੍ਹਾਂ ਫਸਾਇਆ ਗਿਆ। ਆਪਾਂ ਉਸ ਤੇ ਡਿਸਕਸ ਕਰ ਚੁੱਕੇ ਹਾਂ ਤੇ ਮੈਂ ਹੁਣ ਉਸ ਗੱਲ ਤੇ ਨਹੀਂ ਜਾਂਦਾ ਕਿ ਆਪਾਂ ਦੁਬਾਰਾ ਉਹਨੂੰ ਡਿਸਕਸ ਕਰੀਏ ਕਿ ਉਹਨਾਂ ਦੀ ਫਸਾਇਆ ਗਿਆ ਜਾਂ ਕੀ ਸੀਗਾ, ਉਹ ਕੋਰਟਾਂ ਦੇ ਮਾਮਲੇ ਆ। ਲੇਕਿਨ ਇਹ ਉਹਨਾਂ ਨੂੰ ਆਸ਼ੰਕਾ ਸੀਗੀ ਕਿ ਹਾਈ ਕੋਰਟ ਚੋਂ ਉਹਨਾਂ ਨੂੰ ਸ਼ਾਇਦ ਰਿਆਇਤ ਨਾ ਮਿਲੇ, ਤੇ ਉਹ ਕਹਿੰਦੇ ਸੀ ਕੋਈ ਗੱਲ ਨਹੀਂ, ਕੇਸ ਅੱਗੇ ਚੱਲੇਗਾ ਤਾਂ ਆਪਾਂ ਲੜਾਂਗੇ, ਕੇਸ ਤਾਂ ਡਟ ਕੇ ਲੜਿਆ ਜਾਊਗਾ। ਹੁਣ ਜਿਹੜੀ ਸਟੇਟਮੈਂਟਸ ਨੇ ਜੱਜ ਸਾਹਿਬ ਦੀਆਂ, ਉਹਨਾਂ ਨੇ ਇਹ ਕਿਹਾ ਵੀ ਇੱਕ ਐਡੇ ਵੱਡੇ ਅਹੁਦੇ ਤੇ ਜਿਹੜਾ ਬੰਦਾ ਹੈਗਾ, ਉਦੋਂ ਦੀ ਗੱਲ ਉਹ ਕਰ ਰਹੇ ਆ ਜਦੋਂ ਡਾਇਰੈਕਟਰ ਇੰਡਸਟਰੀ ਸੀਗੇ, ਉਦੋਂ ਉਹਨਾਂ ਦੇ ਉੱਤੇ ਇਹ ਇਲਜ਼ਾਮ ਲੱਗੇ ਆ 2 ਲੱਖ ਰੁਪਏ ਰਿਸ਼ਵਤ ਲੈਣ ਦੇ, ਤੇ ਉਹਦੇ ਤੇ ਤੁਸੀਂ ਹਜੇ ਤੱਕ
ਉਹਨਾਂ ਦੇ ਕੇਸ ਚਲਾਉਣ ਦੀ ਜਿਹੜੀ ਹੁੰਦੀ ਹੈ ਪਰਮਿਸ਼ਨ ਹੁੰਦੀ ਹੈ, ਉਹ ਕਿਉਂ ਨਹੀਂ ਦਿੱਤੀ? ਇਹ ਸਭ ਤੋਂ ਵੱਡਾ ਸਵਾਲ ਸੀ। ਤੇ ਉਹਨਾਂ ਨੇ ਕਿਹਾ ਵੀ ਇਹਦੇ ਨਾਲ ਆਮ ਆਦਮੀ ਦਾ ਇੱਕ ਵਿਸ਼ਵਾਸ ਘਟਦਾ ਹੈ ਇਨਸਾਫ ਲਈ। ਉਹਨਾਂ ਨੂੰ ਆਮ ਆਦਮੀ ਨੂੰ ਇਹ ਲੱਗਦਾ ਹੈ ਵੀ ਜਿਹੜੇ ਇਸ ਤਰ੍ਹਾਂ ਦੇ ਕੇਸਿਸ ਨੇ ਉਹਦੇ 'ਚ ਸਿਰਫ ਇੱਕ ਛੋਟੇ ਛੋਟੇ ਪਟਵਾਰੀਆਂ ਨੂੰ ਜਾਂ ਇਹਨਾਂ ਨੂੰ ਤਾਂ ਫਸਾਇਆ ਜਾ ਸਕਦਾ, ਲੇਕਿਨ ਇੱਕ ਚੀਫ ਸੈਕਟਰੀ ਦੇ ਉੱਤੇ ਜਦੋਂ ਗੱਲ ਆਉਂਦੀ ਹੈ ਉਦੋਂ ਇਸ ਤੇ ਸਭ ਚੁੱਪ ਹੋ ਜਾਂਦੇ ਆ। ਇਸ ਕਰਕੇ ਸਪੈਸੀਫਿਕ ਸ਼ਬਦ ਵਰਤੇ ਆ ਉਹਨਾਂ ਨੇ ਕਿਹਾ ਕਿ 3 ਮਹੀਨੇ ਦੇ ਅੰਦਰ ਅੰਦਰ ਸੈਂਟਰ ਗਵਰਨਮੈਂਟ ਤੋਂ ਅਪਰੂਵਲ ਲੈ ਕੇ ਕੇਸ ਅੱਗੇ ਵਧਾਇਆ ਜਾਏ, ਤਾਂ ਕਿ ਜਿਹੜਾ ਇਨਸਾਫ ਦੇ ਬਹਾਲ ਹੋ ਸਕੇ, ਇੱਕ ਵਿਸ਼ਵਾਸ ਇਨਸਾਫ ਦੇ ਉੱਤੇ ਕਿ ਯਾਰ ਕੋਰਟਾਂ ਜਿਹੜਾ ਇਨਸਾਫ ਕਰਦੀਆਂ ਨੇ। ਇਹ ਜਿਹੜੀ ਸਟੇਟਮੈਂਟਸ ਨੇ ਮੈਨੂੰ ਲੱਗਦਾ ਕਿ ਇਹ ਵੀ ਜ਼ਿਆਦਾ ਰੈਲੀਵੈਂਟ ਨੇ। ਜੱਜ ਜੀ ਨੇ ਉਹ ਦੇਖੋ, ਜਦੋਂ ਤੁਸੀਂ ਕਿਸੇ ਵੱਡੇ ਵਿਅਕਤੀ ਨੂੰ ਛੱਡੋਗੇ ਔਰ ਛੋਟੇ ਛੋਟਿਆਂ ਤੇ ਹੀ ਇਕੱਲੇ ਗਾਜ ਗੇਰੋਗੇ ਤਾਂ ਇਹ ਲੱਗੂਗਾ ਹੀ ਸਾਫ਼ ਕਿ ਇਨਸਾਫ ਸਿਰਫ ਵੱਡਿਆਂ ਵਾਸਤੇ ਹੈ, ਛੋਟਿਆਂ ਵਾਸਤੇ ਕੋਈ ਨਹੀਂ। ਜੀ ਭਾਸਕਰ ਸਾਹਿਬ, ਜਦੋਂ ਆਪਾਂ ਇਸ ਕੇਸ ਨੂੰ ਡਿਸਕਸ ਕਰਦੇ ਰਹੇ ਹਾਂ ਤਾਂ ਇੱਕ ਵਾਰੀ ਮੌਕਾ ਇਹੋ ਜਿਹਾ ਆ ਗਿਆ ਸੀ, ਉਦੋਂ ਚੀਫ ਸੈਕਟਰੀ ਸ਼ਾਇਦ ਬਣ ਚੁੱਕੇ ਸੀਗੇ ਜੰਜੂਆ ਸਾਹਿਬ ਔਰ ਕੇਸ ਦੀ ਸੁਣਵਾਈ ਆਈ ਸੀ, ਤਾਂ ਸ਼ਿਕਾਇਤਕਰਤਾ ਨੇ ਇਹ ਪਟੀਸ਼ਨ ਵਾਪਸ ਲੈ ਲਈ ਸੀ ਜਾਂ ਉੱਥੇ ਉਹ ਲਗਭਗ ਜੰਜੂਆ ਸਾਹਿਬ ਨਾਲ ਸਹਿਮਤੀ ਪ੍ਰਗਟ ਕਰ ਗਏ ਸੀਗੇ। ਕੇਸ ਖਤਮ ਹੋ ਗਿਆ ਸੀਗਾ ਔਰ ਜੰਜੂਆ ਸਾਹਿਬ ਆਪਣੀ ਚੀਫ ਸੈਕਟਰੀ ਵਾਲੀ ਟੈਨਿਓਰ ਪੂਰੀ ਕਰਨ ਤੋਂ ਬਾਅਦ ਪੂਰੇ ਸ਼ਾਨੋ ਸ਼ੌਕਤ ਨਾਲ ਵਿਦਾਇਗੀ ਪਾਰਟੀ ਲੈ ਕੇ ਗਏ। ਹੁਣ ਆਖਿਰ ਕੀ ਵਾਪਰਿਆ ਕਿ ਇਹ ਦੁਬਾਰਾ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਹੈ। ਵੈਸੇ ਮੈਂ ਇਹ ਕਹਿਣਾ ਨਹੀਂ ਚਾਹੁੰਦਾ, ਜਦੋਂ ਇਸ ਤਰ੍ਹਾਂ ਦੇ ਵੱਡੇ ਕੇਸ ਦੁਬਾਰਾ ਲਾਈਮਲਾਈਟ ਚ ਆਉਂਦੇ ਆ ਤਾਂ ਫਿਰ ਕਦੇ ਕਦੇ ਸਿਟੀ ਸੈਂਟਰ ਘੁਟਾਲਾ ਤੇ ਕਦੇ ਕਦੇ ਬਾਦਲ ਸਾਹਿਬ ਦੇ ਵੱਡੇ ਬਾਦਲ ਸਾਹਿਬ ਔਰ ਸੁਖਬੀਰ ਦੇ ਖਿਲਾਫ ਸਾਧਨਾ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮਾਮਲਿਆਂ ਦਾ ਜਿਹੜਾ ਕੇਸ ਚੱਲਿਆ ਸੀ, ਕਦੇ ਕਿਸੇ ਨੇ ਉਹਦੇ ਵਿੱਚ ਵੀ ਹਾਈ ਕੋਰਟ 'ਚ ਜਾ ਕੇ ਪੁੱਛਿਆ ਵੀ ਏਡੇ ਵੱਡੇ ਮਾਮਲੇ ਮੁੜ ਕੇ ਖਤਮ ਕਿੱਦਾਂ ਹੋ ਗਏ, ਕੀ ਇਹਦੇ 'ਚ ਕੋਈ ਪੋਲੀਟੀਕਲ। ਖੈਰ ਮੈਂ ਭਾਸਕਰ ਸਾਹਿਬ ਅੱਗੇ ਤੋਰਾਂ ਗੱਲ ਜੀ। ਲੁਧਿਆਣਾ ਦੇ ਤੀਰਥ ਰਾਮ ਮਿਸ਼ਰਾ, ਉਹਨਾਂ ਦਾ ਇੱਕ ਕੇਸ ਸੀਗਾ, ਉਹਨਾਂ ਦੀ ਇਹ ਪਟੀਸ਼ਨ ਸੀ। ਬਿਲਕੁਲ ਠੀਕ ਕਹਿ ਰਹੇ ਤੁਸੀਂ, ਪਿਛਲੇ ਦਿਨਾਂ ਦੇ ਵਿੱਚ ਸੁਲ੍ਹਾ ਸਫਾਈ ਹੋ ਗਈ ਸੀਗੀ ਔਰ ਤਕਰੀਬਨ ਪਟੀਸ਼ਨ ਵਾਪਸ ਲੈਣ ਦੀ ਵੀ ਗੱਲ ਤੁਰ ਪਈ ਸੀ ਅੱਗੇ। ਉਸੇ ਪਟੀਸ਼ਨ ਨੂੰ ਸੁਣਦੇ ਹੋਏ ਕੱਲ ਜੱਜ ਸਾਹਿਬ ਹੋ ਗਏ ਸਖਤ। ਉਹ ਕਹਿੰਦੇ ਵੀ ਜੇ ਇਸ ਤਰੀਕੇ ਨਾਲ ਇੱਦਾਂ ਦੇ ਕੇਸਾਂ ਦਾ ਨਿਪਟਾਰਾ ਹੋਣ ਲੱਗ ਗਿਆ ਤੇ ਲੋਕਾਂ ਦਾ ਕਰਪਸ਼ਨ ਦੇ ਵਿੱਚ ਜੱਜ ਸਾਹਿਬ ਦੀ ਜਿਹੜੀ ਟਿੱਪਣੀਆਂ ਹੈਗੀਆਂ ਉਹ ਬੜੀ ਇੰਪੋਰਟੈਂਟ ਹੈਗੀ ਹੈ। ਉਹ ਕਹਿੰਦੇ ਨੇ ਤਨਖਾਹਾਂ ਵੱਧ ਗਈਆਂ ਸਰਕਾਰੀ ਅਫਸਰਾਂ ਦੀ, ਪਰ ਉਹਦੇ ਵਿੱਚ ਕਰਪਸ਼ਨ ਦੇ ਵਿੱਚ ਇੰਡਲਜ ਹੋਣ ਦੇ ਵਿੱਚ ਜਿਹੜਾ ਰਿਸਕ ਹੁੰਦਾ ਹੈ, ਔਰ ਅਗਰ ਇਸ ਕੇਸ ਨੂੰ ਇੱਦਾਂ ਹੀ ਛੱਡ ਦਿੱਤਾ ਜਾਏ ਤੇ ਇੱਦਾਂ ਲੱਗਦਾ ਹੈ ਵੀ ਕਰਪਸ਼ਨ ਦੇ ਵਿੱਚ ਰਿਸਕ ਘੱਟ ਹੈਗਾ, ਪ੍ਰੋਫਿਟ ਜ਼ਿਆਦਾ ਹੈਗਾ। ਕਿਉਂਕਿ ਜਿਹੜੇ ਵਿਅਕਤੀ ਦੇ ਖਿਲਾਫ 2 ਲੱਖ ਰੁਪਏ ਰੰਗੇ ਹੱਥ ਰਿਸ਼ਵਤ ਲੈਣ ਦਾ ਆਰੋਪ ਲੱਗਿਆ ਹੋਏ ਔਰ ਫੜਿਆ ਜਾ ਚੁੱਕਿਆ ਹੋਏ ਤੇ ਉਹਦੀ ਸੈਂਕਸ਼ਨ ਨਾ ਮਿਲਣੀ, ਇਹਦੇ ਉੱਤੇ ਆਮ ਜਨਤਾ ਦੇ ਵਿੱਚ ਵੀ ਕਾਫੀ ਸਵਾਲ ਉੱਠਦੇ ਨੇ ਕਿ ਇਹ ਕੀ ਚੱਕਰ ਹੈਗਾ। ਯਾਨੀ ਕੋਈ ਵਿਅਕਤੀ ਕੋਈ ਵੀ ਗਲਤ ਕੰਮ ਕਰਦਾ ਔਰ ਉਹ ਰੰਗੇ ਹੱਥ ਫੜੇ ਜਾਏ ਤੇ ਉਸ ਤੋਂ ਬਾਅਦ ਉਹਨੂੰ ਇੱਕ ਤਰੀਕੇ ਨਾਲ ਉਹਨੂੰ ਸਜ਼ਾ ਉਸੇ ਟਾਈਮ ਮਿਲ ਜਾਂਦੀ ਹੈ ਜਾਂ ਉਹਦਾ ਕੋਰਟ ਦੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ। ਪਰ IAS ਆਫੀਸਰਸ ਦੇ ਕੇਸ ਦੇ ਵਿੱਚ ਇੱਦਾਂ ਦੀ ਪਰਮਿਸ਼ਨ ਦੀ ਲੋੜ ਕੀ ਹੁੰਦੀ ਹੈ, ਉਹ ਵੀ ਖਾਸ ਕਰਕੇ ਤਦ ਜਦ ਕੋਈ ਵਿਅਕਤੀ ਰੰਗੇ ਹੱਥੋਂ ਫੜਿਆ ਜਾਏ। ਰਿਟਾਇਰਮੈਂਟ ਤੋਂ ਬਾਅਦ ਜੰਜੂਆ ਸਾਹਿਬ ਭਾਲ ਰਹੇ ਸੀਗੇ ਉਹ PPSC ਦੀ ਚੇਅਰਮੈਨਸ਼ਿਪ ਜਾਂ ਫਿਰ ਉਹ ਜਿਹੜੀ ਸੂਚਨਾ ਕਮਿਸ਼ਨਰ ਬਣਨ ਦੀ ਕੋਸ਼ਿਸ਼, ਲੇਕਿਨ ਇਹ ਜਿਹੜਾ ਪੰਗਾ ਕੱਲ ਹਾਈ ਕੋਰਟ ਦੇ ਵਿੱਚ ਪੈ ਗਿਆ, ਉਹਨਾਂ ਦੀ ਸਾਰੀ ਜਿਹੜੀ ਐਕਸਪੈਕਟੇਸ਼ਨ ਸੀ, ਆਸ਼ਾਵਾਂ ਸੀ, ਆਸਾਂ ਸੀ, ਉਹਨਾਂ ਦੇ ਉੱਤੇ ਵੀ ਪਾਣੀ ਫਿਰਦਾ ਹੋਇਆ ਨਜ਼ਰ ਆ ਰਿਹਾ। 1 ਮਹੀਨੇ ਦੇ ਵਿੱਚ ਸੂਬੇ ਦੀ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਭੇਜਣਾ ਤੇ ਕੇਂਦਰ ਸਰਕਾਰ ਨੇ 3 ਮਹੀਨੇ ਦੇ ਅੰਦਰ ਅੰਦਰ ਇਹ ਪਰਮਿਸ਼ਨ ਦੇਣੀ ਹੈ ਜਿਹੜੀ ਪਰਮਿਸ਼ਨ ਮੰਗੀ ਜਾਂਦੀ ਹੈ। ਇੱਥੋਂ ਇਹ ਵੀ ਗੱਲ ਸਾਫ਼ ਹੁੰਦੀ ਹੈ ਕਿ ਭਾਵੇਂ ਬਾਦਲ ਸਰਕਾਰ ਦੇ ਟਾਈਮ ਵਿੱਚ ਉਹ ਪਰਮਿਸ਼ਨ ਸਟੇਟ ਨੇ ਦੇ ਦਿੱਤੀ ਸੀ ਪਰ ਉਹ ਕੇਂਦਰ ਨੂੰ ਨਹੀਂ ਭੇਜੀ ਸੀ, ਜਿਹੜੀ ਹੁਣ ਭੇਜਣ ਦੀ ਲੋੜ ਪੈ ਰਹੀ ਹੈ। ਇਹ ਕਈ ਸਵਾਲ ਕੱਲ ਦੀ ਅਦਾਲਤ ਦੀ ਸੁਣਵਾਈ ਤੋਂ ਬਾਅਦ ਪੈਦਾ ਹੋਏ। ਕੈਪਟਨ ਅਮਰਿੰਦਰ ਸਿੰਘ ਦੀ ਟੈਨਿਓਰ ਦੇ ਵਿੱਚ ਇਸ ਮਾਮਲੇ ਨੇ ਤੂਲ ਫੜਿਆ ਸੀ, ਲੇਕਿਨ ਉਦੋਂ ਸ਼ਾਇਦ ਸਰਕਾਰ ਦੇ ਪੱਧਰ ਤੇ ਫੈਸਲਾ ਕੀਤਾ ਗਿਆ ਸੀ ਕਿ ਸੈਂਕਸ਼ਨ ਨਹੀਂ ਆਈ, ਇਸ ਕਰਕੇ ਇਸ ਕੇਸ ਨੂੰ ਅੱਗੇ ਨਾ ਵਧਾਇਆ ਜਾਏ। ਇੰਦਰਪ੍ਰੀਤ ਜੀ ਇਸ ਇੱਥੇ ਹੋਰ ਸਪਸ਼ਟ ਕਰ ਸਕਣਗੇ ਔਰ ਜੰਜੂਆ ਸਾਹਿਬ ਸ਼ਾਂਤੀ ਨਾਲ ਆਪਣੇ ਸਰਵਿਸ ਜੀਵਨ ਦੇ ਵਿੱਚ ਪਬਲਿਕ ਸਰਵੈਂਟ ਵਜੋਂ ਅੱਗੇ ਵਧ ਗਏ। ਹੁਣ ਚਲੋ ਇੱਕ ਤੇ ਰਾਤ ਦੀ ਖਬਰ ਉਹਨਾਂ ਨੂੰ ਵੀ ਆ ਕਿ ਮੁੱਖ ਦੀਆਂ ਉਡੀਕਾਂ ਤਾਂ ਖਤਮ ਹੋਈਆਂ। ਜਿਹੜੀ ਖਾਹਿਸ਼ ਹੁੰਦੀ ਆ ਉਹ ਐਵੇਂ ਸੀਨੇ ਨਾਲ ਲਾ ਕੇ ਨਾ ਰਾਤੀ ਨੀਂਦ ਆਉਂਦੀ ਆ ਨਾ ਦਿਨੇ ਚੈਨ ਆਉਂਦਾ, ਸੋ ਉਹਦੇ ਉੱਤੋਂ ਤੇ ਉਹ ਹੁਣ ਸੁਰਖਰੂ ਹੋਣਗੇ ਤੇ ਆਪਣਾ ਕੇਸ ਆਰਾਮ ਨਾਲ ਲੜਨਗੇ, ਜਿਹਦੇ ਵਿੱਚ ਉਹ ਅਕਸਰ ਕਹਿੰਦੇ ਰਹੇ ਕਿ ਮੈਨੂੰ ਫਸਾਇਆ ਗਿਆ ਔਰ ਪੋਲੀਟੀਕਲੀ ਫਸਾਇਆ ਗਿਆ। ਉਹ ਕਹਿੰਦੇ ਰਹੇ ਉਦੋਂ ਦੇ ਵੱਡੇ ਲੋਕਾਂ ਦੇ ਖਿਲਾਫ ਉਹ ਦੋਸ਼ ਲਾਉਂਦੇ ਰਹੇ ਕਿ ਮੈਨੂੰ ਫਸਾਇਆ ਗਿਆ ਔਰ ਇਹ ਸਿਆਸੀ ਰੰਜਿਸ਼ ਸੀ 2 ਪਾਰਟੀਆਂ ਦੇ ਵੱਡੇ ਆਗੂਆਂ ਦੀ, ਟਾਰਗੇਟ ਕੋਈ ਹੋਰ ਸੀ, ਫਸਾ ਮੈਨੂੰ ਦਿੱਤਾ ਗਿਆ।
ਪਰ ਇੰਦਰਪ੍ਰੀਤ ਜੀ, ਇਹ ਤੇ ਤੁਸੀਂ ਦੱਸ ਹੀ ਦਿਓਗੇ ਵੀ ਇਹ ਕੈਪਟਨ ਅਮਰਿੰਦਰ ਸਿੰਘ ਵਾਲੀ ਗੱਲ ਕਿ ਕਿਉਂ ਉਹਨਾਂ ਨੇ ਕਿਹਾ ਚਲੋ ਛੱਡੋ ਜੀ। ਤੇ ਪਰ ਨਾਲ ਦੀ ਨਾਲ ਹੀ ਕੱਲ ਚੀਫ ਸੈਕਟਰੀ ਸਾਹਿਬ ਨੇ ਜਿਹੜਾ ਪੱਤਰ ਪਠਾਨਕੋਟ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲ ਘੱਲਿਆ, ਕਿ ਪਤਾ ਕਰਾਓ 400 ਏਕੜ ਦੇ ਕਰੀਬ ਜ਼ਮੀਨ ਇੱਕ ਹੀ ਬੰਦੇ ਜਾਂ 200 ਏਕੜ ਤੋਂ ਵੱਧ ਇੱਕ ਹੀ ਬੰਦੇ ਦੇ ਨਾਂ ਤੇ ਕਿਉਂ ਆ। ਇਹ ਮਾਮਲਾ ਤਾਂ ਉਹੀ ਹੈ ਜਿਹੜਾ ਮਾਮਲਾ DDPO ਤੋਂ ADC ਚਾਰਜ ਲੈਣ ਤੋਂ ਬਾਅਦ ਔਰ ਉਸ ਤੋਂ ਬਾਅਦ ਜਿਹੜੀ 92 ਏਕੜ ਜ਼ਮੀਨ ਦਾ, ਜਿਹਦੇ ਵਿੱਚ ਅਜੇ ਵੀ ਜਾਂਚ ਕਿੱਥੇ ਆ। ਚੀਫ ਸੈਕਟਰੀ ਸਾਹਿਬ ਨੇ ਉਹਦੇ ਵਿੱਚ ਇਹ ਲਿਖਿਆ ਕਿਤੇ ਕਿ ਉਹਦੇ ਸੰਬੰਧੀ ਵੀ ਕੋਈ ਰਿਪੋਰਟ ਭੇਜ ਦਿਓ ਜਾਂ ਕੋਈ ਵੱਖਰੀ ਚਿੱਠੀ ਲਿਖੀ ਹੋਵੇ। ਦੇਖੋ, ਜਿਹੜਾ ਤੁਸੀਂ ਪਹਿਲਾਂ ਜੰਜੋਆ ਸਾਹਿਬ ਵਾਲਾ ਮਾਮਲਾ ਭੇਜਿਆ ਉਹ ਭੇਜਿਆ ਸੀ ਸੈਂਟਰ ਨੂੰ, ਉਹਦੀ ਪਰਮਿਸ਼ਨ ਨਹੀਂ ਸੀ ਆਈ, ਇਸ ਕਰਕੇ ਉਹ ਕੇਸ ਰੁਕਿਆ ਹੋਇਆ, ਉਹਦੇ ਤੇ ਕੋਈ ਅੱਗੇ ਨਹੀਂ ਵਧਿਆ। ਹੁਣ ਮੈਨੂੰ ਲੱਗਦਾ ਕਿ ਉੱਥੇ ਕਿਹਾ ਜਾਏਗਾ ਕਿ ਹੁਣ ਕੋਰਟ ਦੀ ਵੀ ਕੋਈ ਡਾਇਰੈਕਸ਼ਨ ਦੱਸੀ ਜਾਏਗੀ। ਮੇ ਬੀ ਇਹ ਵੀ ਹੋਵੇ ਵੀ ਉਦੋਂ ਵੀ ਜਿਹੜਾ ਗਵਰਨਮੈਂਟ ਆਫ ਇੰਡੀਆ ਜਾਂ ਦਾ DOP ਡਿਪਾਰਟਮੈਂਟ ਆ ਉਹਨੇ ਪੁੱਛਿਆ ਹੋਵੇ ਕਿ ਯਾਰ ਇਹ ਕੀ ਚੀਜ਼ਾਂ ਨੇ, ਜਿਹੜੀਆਂ ਚੀਜ਼ਾਂ ਕੋਈ ਕੁਐਰੀਜ਼ ਬਹੁਤ ਹੁੰਦੀਆਂ ਨੇ। ਹੋ ਸਕਦਾ ਕਿ ਸਰਕਾਰ ਨੇ ਕੁਐਰੀਜ਼ ਦਾ ਕੋਈ ਜਵਾਬ ਨਾ ਦਿੱਤਾ ਹੋਵੇ, ਇਸ ਕਰਕੇ ਮਤਲਬ ਉਹ ਕੇਸ ਅੱਗੇ ਨਹੀਂ ਵਧਾਇਆ ਜਾ ਸਕਿਆ। ਹੁਣ ਸਪੈਸੀਫਿਕ ਜਾਏਗਾ, ਹਾਈ ਕੋਰਟ ਦਾ ਆਰਡਰ ਵੀ ਨਾਲ ਲੱਗੇਗਾ, ਇਸ ਕਰਕੇ ਮੈਨੂੰ ਲੱਗਦਾ ਕਿ ਅੱਗੇ ਹੁਣ ਕੇਸ ਵਧੇਗਾ। ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਚੀਫ ਸੈਕਟਰੀ ਸਾਹਿਬ ਨੇ, ਅਨੁਰਾਗ ਵਰਮਾ ਨੇ ਜਿਹੜਾ ਲਿਖਿਆ DC ਤੋਂ ਰਿਪੋਰਟ ਤਲਬ ਕੀਤੀ ਹੈ। ਇੱਕ ਮਾਈਨਿੰਗ ਵਾਸਤੇ ਇੱਕ ਸਟੇਟ ਲੈਵਲ ਦੀ ਜਿਹੜੀ ਸਰਵੇ ਰਿਪੋਰਟ ਹੁੰਦੀ ਹੈ, ਹਰ 30 ਸਤੰਬਰ ਤੋਂ ਪਹਿਲਾਂ ਉਹ ਪੇਸ਼ ਕਰਨੀ ਹੁੰਦੀ ਹੈ। ਪਿਛਲੇ ਸਾਲ ਦੀ ਜਦੋਂ ਇਹ ਰਿਪੋਰਟ ਪੇਸ਼ ਹੋਈ ਸੀਗੀ 2022 ਵਾਲੀ, ਤਾਂ ਉਹਦੇ 'ਚ ਇਹ ਆਇਆ ਸੀਗਾ ਕਿ 384 ਏਕੜ ਜ਼ਮੀਨ ਜਿਹੜੀ ਹੈ ਉਹ ਇੱਕ ਨਿਪੁੰਨ ਮਹਾਜਨ ਦੇ ਨਾਮ ਤੇ ਹੈ। ਉਹਦੇ ਸੀਰੀਅਲ ਨੰਬਰ ਵੀ ਪਾਏ ਹੋਏ ਉਹਨਾਂ ਨੇ ਕਿ ਆਹ ਰਿਪੋਰਟ ਦੇ ਵਿੱਚ ਇਹ ਸੀਰੀਅਲ ਨੰਬਰ ਤੋਂ ਲੈ ਕੇ ਇਹ ਸੀਰੀਅਲ ਨੰਬਰ ਤੱਕ ਇੱਕੋ ਵਿਅਕਤੀ ਕਾਬਜ਼ ਹੈ, ਇਹਦੇ ਨਾਂ ਤੇ ਬੋਲਦੀ ਹੈ ਜ਼ਮੀਨ। ਦੂਜੇ ਪਾਸੇ ਇੱਕ ਵਿਪਿਨ ਗੁਪਤਾ ਨਾਂ ਦੇ ਬੰਦੇ ਆ ਜਿਹਦੇ ਕੋਲ 86 ਏਕੜ ਹੈ। ਸੋ ਇਹ ਜਦੋਂ ਸਰਵੇ ਰਿਪੋਰਟ ਮਤਲਬ ਜਦੋਂ ਕੇਸ ਚੱਲ ਰਿਹਾ ਸੀਗਾ, ਇਹ ਜਦੋਂ ਕੇਸ ਚੱਲ ਆਇਆ ਸੀ ਸਾਹਮਣੇ ਕਿ ਬਈ ਇੱਕ DDPO ਨੇ ਜੋ ਇੱਕ ਦਿਨ ਪਹਿਲਾਂ ਹੀ DDPO ਬਣਿਆ ਸੀਗਾ ਔਰ ਨਾਲ ਦੀ ਨਾਲ ਉਹਨੂੰ ADC D ਦਾ ਚਾਰਜ ਦਿੱਤਾ, ਤੇ ਰਿਟਾਇਰਮੈਂਟ ਤੋਂ ਠੀਕ ਇੱਕ ਦਿਨ ਪਹਿਲਾਂ ਉਹਨੇ ਇੱਕ ਕੇਸ ਦੀ ਸੁਣਵਾਈ ਲਈ ਸੂਚੀਬੱਧ ਕੀਤਾ ਤੇ ਉਹਦੀ ਸੁਣਵਾਈ ਕਰਕੇ ਉਹਦੇ ਹੱਕ 'ਚ ਫੈਸਲਾ ਦਿੱਤਾ। ਪ੍ਰਾਈਵੇਟ ਪਲੇਅਰਾਂ ਦੇ ਜਿਹੜੇ ਬੰਦੇ ਹੈਗੇ ਆ, ਜਿਨ੍ਹਾਂ 'ਚ 2 ਬੰਦੇ ਵੀ ਸ਼ਾਮਿਲ ਸੀ, ਉਹਨਾਂ ਦੇ ਨਾਂ ਤੇ ਜ਼ਮੀਨ ਕਰਤੀ ਹੈ। ਦੇਖੋ, ਇਹ ਕੇਸ ਖੁੱਲਣ ਤੋਂ ਬਾਅਦ ਇਹਦੀ ਜਾਂਚ ਦੇ ਆਰਡਰ ਵੀ ਦਿੱਤੇ ਸੀ, ਪਰ ਜਿਸ ਨੂੰ ਜਾਂਚ ਦਿੱਤੀ ਸੀ ਉਹ ਤਾਂ ਸਸਪੈਂਡ ਹੀ ਹੋ ਗਏ ਤੇ ਹੁਣ ਅੱਗੇ, ਇਸ ਕਰਕੇ ਉਹ ਕੇਸ ਤਾਂ ਅੱਗੇ ਵਧਿਆ ਨਹੀਂ। ਸੋ ਇਹ ਇੱਕ ਅਲੱਗ ਮਾਮਲਾ ਹੈਗਾ। ਹੁਣ ਇੱਕ ਡਿਸਟ੍ਰਿਕਟ ਰਿਪੋਰਟ ਸਰਵੇ ਰਿਪੋਰਟ ਜਿਹੜੀ ਪਠਾਨਕੋਟ ਦੀ ਸੀ, ਉਹ ਜਦੋਂ ਚੀਫ ਸੈਕਟਰੀ ਆਫਿਸ ਦੇ ਵਿੱਚ ਆਈ ਤਾਂ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਖੁੱਲ ਗਿਆ ਕਿ ਇਹਨਾਂ ਦੇ ਬੰਦਿਆਂ ਦੇ ਨਾਂ ਤੇ ਇੰਨੀਆਂ ਜ਼ਮੀਨਾਂ ਕਿਉਂ ਨੇ। ਸੋ ਜਿਹੜੀ ਕੱਲ ਅਨੁਰਾਗ ਵਰਮਾ ਹੋਰਾਂ ਨੇ ਚਿੱਠੀ ਲਿਖੀ ਹੈ, ਉਹ ਰਿਪੋਰਟ ਮੰਗੀ ਹੈ, ਐਕਚੁਅਲੀ ਚਿੱਠੀ ਨਹੀਂ ਲਿਖੀ, ਉਹ ਰਿਪੋਰਟ ਮੰਗੀ ਹੈ ਪਠਾਨਕੋਟ ਦੇ DC ਹਰਬੀਰ ਸਿੰਘ ਤੋਂ ਕਿ 29 ਤਰੀਕ ਤੱਕ ਇਹ ਦੱਸਿਆ ਜਾਏ ਕਿ ਇਹਨਾਂ ਬੰਦਿਆਂ ਦੇ ਨਾਂ ਤੇ ਇੰਨੀ ਜ਼ਮੀਨ ਕਿਵੇਂ ਹੈ, ਜਦਕਿ ਜਿਹੜਾ ਪੰਜਾਬ ਲੈਂਡ ਰਿਫਾਰਮਸ ਐਕਟ 1972 ਹੈ, ਉਹਦਾ ਸੈਕਸ਼ਨ 4 ਕਹਿੰਦਾ ਹੈ ਵੀ ਕਿਸੇ ਕੋਲੇ ਵੀ 16 ਏਕੜ ਤੋਂ ਜ਼ਿਆਦਾ ਜ਼ਮੀਨ ਨਹੀਂ ਹੋ ਸਕਦੀ ਜਿਹੜੀ ਇਰੀਗੇਟਡ ਲੈਂਡ ਹੈ। ਜਿਹੜੀ ਬਰਾਨੀ ਲੈਂਡ ਹੈ ਉਹ ਥੋੜੀ 20 ਏਕੜ ਤੱਕ ਚਲੀ ਜਾਂਦੀ ਹੈ, ਜਾਂ ਕੁਝ ਹੋਰ ਟੈਕਨੀਕਲਿਟੀਜ਼ ਹੈਗੀਆਂ ਨੇ ਵੀ ਇਹਦੇ ਕੋਲ ਨਹੀਂ, ਲੇਕਿਨ ਫਿਰ ਵੀ ਉਹ 20-22 ਏਕੜ ਤੋਂ ਜ਼ਿਆਦਾ ਤਾਂ ਫਿਰ ਵੀ ਕਿਸੇ 'ਚ ਨਹੀਂ ਹੈਗੀ। ਤਾਂ ਇਹ ਜ਼ਮੀਨਾਂ ਜਿਹੜੀਆਂ ਨੇ 384 ਏਕੜ ਜਾਂ 86 ਏਕੜ, ਉਹ ਇੱਕ 2 ਵਿਅਕਤੀਆਂ ਦੇ ਨਾਂ ਤੇ ਕਿਵੇਂ ਬੋਲ ਰਹੀਆਂ ਨੇ, ਇਹਦੀ ਰਿਪੋਰਟ ਉਹਨਾਂ ਨੇ ਮੰਗੀ ਹੋਈ ਹੈ। ਅਦਰਵਾਈਜ਼ ਉਹ ਕੇਸ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਹ ਕੇਸ ਵਿਜੀਲੈਂਸ ਨੂੰ ਵੀ ਦਿੱਤਾ ਹੋਇਆ, ਵਿਜੀਲੈਂਸ ਵੀ ਜਾਂਚ ਕਰ ਰਹੀ ਹੈ ਇਹਦੇ ਉੱਤੇ, ਤੇ ਕੱਲ ਵਾਲਾ ਜਿਹੜਾ ਲੈਟਰ DC ਨੂੰ ਕੱਢਿਆ ਹੋਇਆ ਉਹ ਵਿਜੀਲੈਂਸ ਨੂੰ ਵੀ ਭੇਜਿਆ ਗਿਆ ਕਿ ਵਿਜੀਲੈਂਸ ਵਾਲੇ ਵੀ ਦੱਸਣ ਇਸ ਦੇ ਕੀ ਇਹ ਕਿਵੇਂ ਇਹਦੇ ਨਾਂ ਤੇ ਆਈ ਹੈ। ਜੀ ਭਾਸਕਰ ਸਾਹਿਬ, ਇੱਕ ਤਾਂ ਤੁਸੀਂ ਆਰਾਮ ਨਾਲ ਬੈਠ ਕੇ ਚੈੱਕ ਕਰ ਲਿਓ ਵੀ ਤੁਹਾਡੇ ਕਿਤੇ ਇੱਧਰ ਉੱਧਰ 16 ਏਕੜ ਜਾਂ 20 ਏਕੜ ਤੋਂ ਵੱਧ ਜ਼ਮੀਨ ਤੁਹਾਡੇ ਨਾਂ ਤਾਂ ਨਹੀਂ ਬੋਲਦੀ, ਕਿਉਂਕਿ ਜਦੋਂ ਰੌਲੇ ਪੈ ਜਾਣ ਫਿਰ ਧਿਆਨ ਰੱਖ ਲੈਣਾ ਚਾਹੀਦਾ। ਦੂਜੀ ਗੱਲ, ਪਰ ਤੁਸੀਂ ਇਸ ਕੇਸ ਦੇ ਵਿੱਚ ਵਾਹਵਾ ਵੜਦੇ ਨਿਕਲਦੇ ਰਹੇ ਹੋ ਤੇ ਤੁਸੀਂ ਵੀ ਕੋਈ ਚੁੱਪੀ ਮਾਰ ਕੇ ਕੱਢਿਆ ਜੀ ਕਿ ਵਿਜੀਲੈਂਸ ਦੀ ਜਾਂਚ ਉਸ DDPO ਜਾਂ ਰਿਟਾਇਰਡ ADC ਸਾਹਿਬ ਤੱਕ ਹੀ ਹੈ, ਜਾਂ ਕਿਧਰੇ ਮੰਤਰੀ ਦੋ, ਇੱਕ ਦਾ DO, ਦੂਜੇ ਨੇ ਫਾਈਨਲ ਹਰਾ ਪੈਨ ਚਲਾਇਆ ਹੋਇਆ, ਕੋਈ ਕਿਧਰੇ ਨੌਕ ਨੂੰ ਕੀਤਾ, ਜਾਂ ਮੰਤਰੀਆਂ ਲਈ ਛੋਟ ਹੁੰਦੀ ਹੈ ਜੀ ਕੋਈ ਸੰਵਿਧਾਨਕ, ਜਿੱਦਾਂ ਵਿਧਾਨ ਸਭਾਵਾਂ ਤੇ ਪਾਰਲੀਮੈਂਟ ਦੇ ਵਿੱਚ ਕੋਈ ਡੈਫਾਮੇਸ਼ਨ ਨਹੀਂ ਹੁੰਦਾ, ਮੰਤਰੀ ਬਣਨ ਤੋਂ ਬਾਅਦ ਕੋਈ ਕੇਸ ਨਹੀਂ ਹੁੰਦਾ ਕਹਿੰਦੇ ਆ। ਲਾਵਾ ਜੀ, ਇਹ ਬੜਾ ਇੰਟਰਸਟਿੰਗ ਕੇਸ ਹੈਗਾ ਹੈ। ਭਾਵੇਂ ਅੱਜ ਚੀਫ ਸੈਕਟਰੀ ਸਾਹਿਬ ਨੇ ਜਿਹੜੀ ਚਿੱਠੀ ਲਿਖੀ ਹੈ 29 ਸਤੰਬਰ ਤੱਕ ਜਵਾਬ ਮੰਗਿਆ, ਇਹ ਤੁਸੀਂ ਡਿਸਟ੍ਰਿਕਟ ਸਰਵੇ ਰਿਪੋਰਟ ਪੂਰੀ ਦੇਖੋਗੇ ਨਾ,
ਪੂਰੀ ਰਿਪੋਰਟ ਦੇ ਵਿੱਚ ਇਹ ਸਿਰਫ 2 ਹੀ ਵਿਅਕਤੀ ਨਹੀਂ ਹੈਗੇ ਜਿਨ੍ਹਾਂ ਦੇ ਕੋਲ 16 ਏਕੜ ਤੋਂ ਜ਼ਿਆਦਾ ਜ਼ਮੀਨ ਹੈਗੀ ਹੈ। ਬਹੁਤ 3 ਦਾ ਤੇ ਮੈਨੂੰ ਪੱਕਾ ਹੀ ਪਤਾ ਹੈ। ਔਰ ਉਹਦੇ ਵਿੱਚ ਜ਼ਮੀਨ 1000 ਏਕੜ ਤੱਕ ਦੀ ਹੈ। 470 ਏਕੜ ਦੀ ਗੱਲ ਕੀਤੀ ਹੈ ਚੀਫ ਸੈਕਟਰੀ ਸਾਹਿਬ ਨੇ। ਇਹ 1000 ਏਕੜ ਜ਼ਮੀਨ 3 ਲੋਕਾਂ ਕੋਲ ਹੀ ਹੈ ਔਰ ਇਹ ਸਾਰੇ ਰਿਸ਼ਤੇਦਾਰ ਨੇ, ਇੱਕੋ ਹੀ ਪਰਿਵਾਰ ਦੇ ਨੇ। ਤੁਸੀਂ ਇਹ ਵੀ ਦੇਖੋ ਕਿ ਇਹ ਗੱਲਾਂ ਤੁਰਦੀ ਸੀਗੀ। ਏਡੀਸੀ ਨੇ ਜਿਹੜੇ 92 ਏਕੜ ਦਾ ਫੈਸਲਾ ਕੀਤਾ ਸੀ ਨਾ ਪ੍ਰਾਈਵੇਟ ਪਾਰਟੀ ਦੇ ਪੱਖ ਵਿੱਚ, ਉਹ ਵੀ ਇਹਨਾਂ ਤਿੰਨਾਂ ਦੇ ਵਿੱਚੋਂ ਹੀ ਉਹ ਵਿਅਕਤੀ ਹੈਗੇ ਨੇ ਜਿਨ੍ਹਾਂ ਦੇ ਫੈਸਲੇ ਦੇ ਨਾਲ ਉਹ ਸਾਰੀ ਜ਼ਮੀਨ ਜਾਂ ਮਾਈਨਿੰਗ ਵਾਲੀ ਜ਼ਮੀਨ ਇਹਨਾਂ ਲੋਕਾਂ ਨੂੰ ਹੀ ਦਿੱਤੀ ਗਈ ਸੀ। ਔਰ ਦੂਜੀ ਗੱਲ, ਇਹ 2022 ਦੀ ਡਿਸਟ੍ਰਿਕਟ ਸਰਵੇ ਰਿਪੋਰਟ ਹੈਗੀ ਹੈ। 2022 ਤੋਂ ਪਹਿਲੇ ਤੁਹਾਨੂੰ ਯਾਦ ਹੋਏਗਾ ਅਪ੍ਰੈਲ 7 2022 ਨੂੰ ਸੁਪਰੀਮ ਕੋਰਟ ਦਾ ਆਰਡਰ ਆਇਆ ਸੀਗਾ ਜਿਹਦੇ ਵਿੱਚ ਸ਼ਾਮਲਾਟ ਜ਼ਮੀਨਾਂ ਜਾਂ ਕਾਮਨ ਲੈਂਡ ਪੰਚਾਇਤੀ ਜ਼ਮੀਨਾਂ ਨੂੰ ਕਿਸੇ ਹੋਰ ਦੇ ਨਾਂ ਤੇ ਟ੍ਰਾਂਸਫਰ ਨਹੀਂ ਕੀਤਾ ਜਾ ਸਕਦਾ, ਇਸ ਤਰ੍ਹਾਂ ਦਾ ਆਰਡਰ ਸੀਗਾ। ਔਰ ਜੋ ਕੀਤੀ ਵੀ ਗਈ ਹੈ ਉਹਨਾਂ ਨੂੰ ਵੀ ਰੱਦ ਕਰਨ ਦੇ ਹੁਕਮ ਸੀਗੇ ਕਿ ਇਹ ਨਹੀਂ ਸਰਕਾਰ ਇੱਦਾਂ ਦੀ ਜ਼ਮੀਨਾਂ ਵਾਪਸ ਲੈ ਲੈਂਦੀ ਹੈ। ਇਹ ਸਾਰੀ ਜ਼ਮੀਨ ਜਾਂ ਇਹਦੇ ਵਿੱਚੋਂ ਕਾਫੀ ਸਾਰੀ ਜ਼ਮੀਨ ਤੇ ਸ਼ਾਮਲਾਟ ਜ਼ਮੀਨ ਹੈ ਔਰ ਇਹ ਮਾਈਨਿੰਗ ਲੈਂਡ ਡਿਸਟ੍ਰਿਕਟ ਸਰਵੇ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ। ਔਰ ਉਹਦੇ ਵਿੱਚ ਵੀ 1000 ਏਕੜ ਦੇ ਕਰੀਬ, 470 ਦੇ ਏਕੜ ਦੇ ਕਰੀਬ, 384 ਏਕੜ ਦੇ ਕਰੀਬ ਇੱਕ ਵਿਅਕਤੀ ਦੇ ਨਾਂ ਤੇ ਬੋਲਦੀ ਹੈ। ਇਸ ਗੱਲ ਦੇ ਉੱਤੇ ਸਰਕਾਰੀ ਡਿਪਾਰਟਮੈਂਟ ਕਰ ਕੀ ਰਹੇ ਸੀ? ਇਹ ਡੀਸੀ ਸਾਹਿਬ ਕੋਲ ਵੀ ਰਿਪੋਰਟ ਗਈ ਸੀ ਔਰ ਇਸ ਰਿਪੋਰਟ ਦੇ ਵਿੱਚ 4 ਵੱਡੇ ਅਧਿਕਾਰੀਆਂ ਦੇ ਸਿਗਨੇਚਰ ਵੀ ਹੈਗੇ ਨੇ। ਤੁਸੀਂ ਇਹ ਦੇਖੋ ਕਿ ਇਹ ਗੱਲ ਤੁਰੀ ਜਾ ਰਹੀ ਹੈ। ਲਾਸਟ ਵਿੱਚ ਚੀਫ ਸੈਕਟਰੀ ਸਾਹਿਬ ਕੋਈ ਆਬਜੈਕਸ਼ਨ ਉਠਾਉਂਦੇ ਨੇ ਕਿ ਵੀ ਇੰਨੀ ਜ਼ਮੀਨ ਇੱਕ ਵਿਅਕਤੀ ਦੇ ਨਾਂ ਤੇ ਕਿੱਦਾਂ ਹੋ ਸਕਦੀ ਹੈ। ਇਹਦਾ ਮਤਲਬ ਅਫਸਰਾਂ ਨੂੰ ਪਤਾ ਹੈ ਕਿ ਇਹ ਬੜੀ ਆਮ ਜੀ ਗੱਲ ਹੈਗੀ ਹੈ। ਭਾਵੇਂ ਸਰਕਾਰ ਦੇ ਹੁਕਮ ਜਾਂ ਲੈਂਡ ਰਿਫਾਰਮ ਦੇ ਹਿਸਾਬ ਨਾਲ 16 ਏਕੜ ਤੋਂ ਵੱਧ ਜ਼ਮੀਨ ਨਹੀਂ ਹੁੰਦੀ, ਤਾਂ ਵੀ ਅਸੀਂ ਕਈ ਵਾਰ ਵੱਡੇ ਕਿਸਾਨਾਂ ਦਾ ਜ਼ਿਕਰ ਕਰਦੇ ਹੋਏ 50 ਏਕੜ 100 ਏਕੜ 200 ਏਕੜ ਜਾਂ ਫਿਰ ਇੰਨੇ ਕਿੱਲੇ ਫਲਾਣੇ ਪੋਲੀਟੀਸ਼ੀਅਨਸ ਕੋਲ ਹੈ, ਗੱਲਾਂ ਬਾਤਾਂ ਦੇ ਵਿੱਚ ਇੱਕ ਆਮ ਜੀ ਗੱਲ ਹੈਗੀ ਹੈ ਕਿਉਂਕਿ ਪਰਿਵਾਰਾਂ ਦੇ ਨਾਂ ਤੇ ਵੰਡ ਹੋ ਜਾਂਦੀ ਹੈ। ਲੇਕਿਨ ਇੱਕ ਵਿਅਕਤੀ ਦੇ ਨਾਂ ਤੇ ਇੰਨੀ ਜ਼ਮੀਨ ਹੋਣਾ ਔਰ ਬਹੁਤ ਸਾਰੇ ਅਫਸਰਾਂ ਦੇ ਹੱਥੋਂ ਇਹ ਲਿਸਟ ਪਾਸ ਹੋਣੀ, ਕਿਉਂਕਿ ਜਦ ਮਾਈਨਿੰਗ ਵਾਸਤੇ ਕੋਈ ਲੈਂਡ ਆਇਡੈਂਟੀਫਾਈ ਕੀਤੀ ਜਾਂਦੀ ਹੈ ਨਾ ਤੇ ਸਰਕਾਰੀ ਰੇਟ ਦੇ ਹਿਸਾਬ ਨਾਲ ਉਸ ਵਿਅਕਤੀ ਤੋਂ ਇਜਾਜ਼ਤ ਮੰਗੀ ਜਾਂਦੀ ਹੈ ਕਿ ਤੁਹਾਡੀ ਇਸ ਜ਼ਮੀਨ ਦੇ ਉੱਤੇ ਇਹ ਮਾਈਨਿੰਗ ਲੈਂਡ ਹੈਗੀ ਹੈ, ਇਹਦੇ ਉੱਤੇ ਮਾਈਨਿੰਗ ਕਰਨੀ ਹੈ, ਇਜਾਜ਼ਤ ਦਿੰਦੇ ਹੋ। ਜੇ ਇਜਾਜ਼ਤ ਦਿੰਦੇ ਨੇ ਤੇ 5.5 ਰੁਪਏ ਪ੍ਰਤੀ ਫਿਟ ਦੇ ਹਿਸਾਬ ਨਾਲ ਉਹ ਰੇਟ ਲੱਗਦਾ ਹੈ, ਜਿਹਦੇ ਵਿੱਚੋਂ 2-2.5 ਰੁਪਏ ਤੇ ਜੋ ਲੈਂਡ ਓਨਰ ਹੈ ਉਹਨੂੰ ਮਿਲਦੇ ਨੇ। ਇਹ ਜਿਹੜਾ ਕੇਸ ਹੈ ਨਾ ਜਿਹਦੇ ਵਿੱਚ ਪ੍ਰਿੰਸੀਪਲ ਸੈਕਟਰੀ ਨੇ ਲਿਖਿਆ, ਇਹਦੇ ਵਿੱਚ ਇਹ ਖੁਦ ਹੀ ਮਾਈਨਿੰਗ ਕਰਦੇ ਨੇ ਆਪਣੀ ਹੀ ਜ਼ਮੀਨ ਦੇ ਉੱਤੇ। ਇਹਨਾਂ ਨੇ ਜ਼ਮੀਨ ਸਰਕਾਰ ਨੂੰ ਨਹੀਂ ਦਿੱਤੀ, ਯਾਨੀ ਉਹ 2.5 ਰੁਪਏ ਦੇ ਵੀ ਖੁਦ ਲੈਂਦੇ ਨੇ, 5.5 ਰੁਪਏ ਵੀ ਖੁਦ ਲੈਂਦੇ ਨੇ ਔਰ ਦਬਾ ਕੇ ਮਾਈਨਿੰਗ ਹੁੰਦੀ ਹੈ। ਇਹ ਸਾਰਾ ਮਾਮਲਾ ਹੁਣੇ ਖੁੱਲਣਾ ਸ਼ੁਰੂ ਹੋਇਆ ਜਦ ਹੁਣ ਇਸ ਕੇਸ ਦੇ ਵਿੱਚ ਹੋਇਆ ਕੀ, ਤੁਸੀਂ ਇਹ ਬਿਲਕੁਲ ਠੀਕ ਕਿਹਾ ਕਿ ਏਡੀਸੀ ਵਾਲੇ ਕੇਸ ਦੇ ਵਿੱਚ ਅੱਗੇ ਗੱਲ ਕਿੱਥੇ ਤੱਕ ਪਹੁੰਚੀ। ਉਹਦੇ ਵਿੱਚ ਏਡੀਸੀ ਨੂੰ ਨਾਮਜ਼ਦ ਕਰ ਦਿੱਤਾ ਸੀਗਾ ਸੀ ਔਰ 7 ਔਰਤਾਂ ਜਿਹੜੀ ਬੈਨੀਫੀਸ਼ਰੀ ਸੀਗੀ ਜਿਨ੍ਹਾਂ ਦੇ ਨਾਂ ਤੇ ਹੁਣ ਜ਼ਮੀਨ ਨਹੀਂ ਹੈ, ਹੁਣ ਉਹੀ ਜ਼ਮੀਨ ਜਿਹੜੀ 7 ਔਰਤਾਂ ਦੇ ਨਾਂ ਸੀ ਉਹ ਇਹਨਾਂ ਲੋਕਾਂ ਦੇ ਨਾਂ ਤੇ ਹੈਗੀ ਹੈ, ਪਰ ਨਾਮਜ਼ਦ ਕੀਤਾ ਸੀ ਉਹਨਾਂ ਔਰਤਾਂ ਨੂੰ। ਉਹਨਾਂ ਵਿੱਚੋਂ ਤਕਰੀਬਨ 2 ਫੜੀਆਂ ਗਈਆਂ ਸੀ ਔਰ ਦੋਨਾਂ ਦੀ ਬੇਲ ਹੋ ਚੁੱਕੀ ਹੈ ਔਰ ਉਹ 60 ਸਾਲ ਤੋਂ ਵੱਧ ਦੀ ਉਮਰ ਦੀ ਹੈਗੀ ਹੈ ਔਰ ਇਸ ਆਧਾਰ ਦੇ ਉੱਤੇ ਉਹਨਾਂ ਨੂੰ ਬੇਲ ਮਿਲੀ ਹੈ। ਹਾਲਾਂਕਿ ਏਡੀਸੀ ਸਾਹਿਬ ਨੂੰ ਬੇਲ ਤੋਂ ਨਹੀਂ ਮਿਲੀ, ਪਰ ਇਹਨਾਂ ਲੋਕਾਂ ਨੂੰ ਹਜੇ ਤੱਕ ਨਾਮਜ਼ਦ ਨਹੀਂ ਕੀਤਾ ਗਿਆ ਉਸ ਕੇਸ ਦੇ ਵਿੱਚ, ਜਦ ਕਿ ਬੈਨੀਫੀਸ਼ਰੀ ਇਹ ਨੇ। ਇਹਦਾ ਜ਼ਿਕਰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਕੀਤਾ ਸੀ। ਚਲੋ ਹੁਣ ਗੱਲ ਪਿਟਾਰਾ ਖੁੱਲਿਆ ਹੈ ਤੇ ਹੁਣ ਖਲਾਰਾ ਤੇ ਪਊਗਾ ਔਰ ਕਿੱਥੇ ਤੱਕ ਜਾਂਦੀ ਹੈ ਗੱਲ, ਇਹ ਦੇਖਣ ਵਾਲੀ ਗੱਲ। ਨਹੀਂ, ਬੇਲ ਏਡੀਸੀ ਰਿਟਾਇਰਡ ਸਾਹਿਬ ਨੂੰ ਤਾਂ ਨਹੀਂ ਮਿਲੀ, ਪਰ ਉਹ ਫੜੇ ਗਏ ਕਿ ਨਹੀਂ ਅਜੇ ਤੱਕ? ਜੇ ਫੜੇ ਗਏ ਤਾਂ ਫਿਰ ਤਾਂ ਚੀਜ਼ਾਂ ਕਾਫੀ ਕਲੀਅਰ ਹੋਣੀਆਂ ਸੀ। ਮੈਨੂੰ ਨਹੀਂ ਕਦੇ ਖਬਰ ਮਿਲੀ ਕਿ ਉਹ ਫੜੇ ਗਏ। ਚਲੋ ਖੈਰ, ਫੜੇ ਨਹੀਂ ਗਏ, ਉਹਨਾਂ ਨੇ ਐਂਟੀਸਿਪੇਟ ਦੀ ਬੇਲ ਅਪਲਾਈ ਕੀਤੀ ਸੀ ਪਰ ਬੇਲ ਉਹਨਾਂ ਨੂੰ ਨਹੀਂ ਮਿਲੀ, ਪਰ ਉਹ 2 ਔਰਤਾਂ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਸੀ ਉਹਨਾਂ ਨੂੰ ਬੇਲ ਮਿਲ ਗਈ। ਤੁਸੀਂ ਤਾਂ ਇੰਜ ਪਹਿਲਾਂ ਕਿਹਾ ਸੀ ਨਾ, ਮੇਰਾ ਤਾਂ ਮੱਥਾ ਠਣਕਿਆ ਵੀ ਯਾਰ ਇਹ ਕਿੱਦਾਂ ਕਿਤੇ ਉਹਨੂੰ ਮਹਿਮਾਨ ਬਣਾ ਕੇ ਤਾਂ ਨਹੀਂ ਰੱਖਿਆ। ਖੈਰ, ਸਾਡੇ ਸਟੇਟ ਦੇ ਚੀਫ ਸੈਕਟਰੀ ਅਨੁਰਾਗ ਵਰਮਾ ਬੜੇ ਸਲੀਕੇਦਾਰ ਬੰਦੇ ਨੇ, ਬੜਾ ਉਹਨਾਂ ਦਾ ਚਿਹਰਾ ਸੁਹਿਰਦ ਜਿਹਾ। ਉਹਨਾਂ ਨੂੰ ਪ੍ਰਵੋਕ ਕਰਕੇ ਵੇਖਦੇ ਆ ਕਿ ਚਿੱਠੀ ਲਿਖ ਕੇ ਜਾਂ ਸਫਾਈ ਮੰਗਣ ਦੀ ਕੀ ਲੋੜ ਆ। ਸਵੇਰੇ ਆਪਣੇ ਦਫ਼ਤਰ ਤੋਂ ਹੁਕਮ ਕਰਾਓ, ਡੀਸੀ ਸਾਹਿਬ ਸ਼ਾਮ ਤੱਕ ਪੂਰੇ ਅਮਲੇ ਫੈਲੇ ਨਾਲ ਰਿਪੋਰਟ ਲੈ ਕੇ ਪੇਸ਼ ਹੋਣ। ਚੀਫ ਸੈਕਟਰੀ ਸਾਹਿਬ ਇੰਜ ਕਰੋ, ਏਦਾਂ ਨਹੀਂ ਗੱਲ ਬਣਦੀ ਹੁੰਦੀ ਵੀ ਚਿੱਠੀ ਲਿਖੋ 15 ਦਿਨ ਉਡੀਕ ਕਰਦੇ ਰਹੋ, ਮੈਂ ਚਿੱਠੀ ਲਿਖੀ ਸੀ ਜਵਾਬ ਆਊਗਾ। ਤੋਂ ਭਾਸਕਰ ਸਾਹਿਬ, ਨੈਸ਼ਨਲ ਪੋਲਿਟਿਕਸ ਨੂੰ ਨਰੇਟ ਕਰਿਓ। ਮਤਲਬ ਅੱਜ ਆਲ ਪਾਰਟੀ ਮੀਟਿੰਗ ਵੀ ਆ ਕੱਲ ਦੇ ਸੈਸ਼ਨ ਤੋਂ ਪਹਿਲਾਂ, ਅੱਜ CWC ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵੀ ਆ ਜਿਹਦੇ ਚ ਕਾਂਗਰਸੀਏ ਤਲਬ ਕੀਤੇ ਗਏ ਆ, ਮਤਲਬ ਸੱਦੇ ਗਏ ਆ ਤੇ ਇਹਨਾਂ ਨੇ ਉੱਥੇ ਹਜੂਰ ਮਾਈ ਬਾਪ ਕਰਕੇ ਖੜੇ ਹੋਣਾ ਮੇਰੇ ਖਿਆਲ। ਤੇ ਇਹਦੇ ਨਾਲ ਹੀ ਅਗਲਾ ਮਾਮਲਾ ਕਿ ਜੇ ਅਸੀਂ ਓਵਰਆਲ ਹੀ ਦੇਖਦੇ ਹਾਂ, RSS ਕਹਿ ਰਹੀ ਹੈ ਕਿ ਅਸੀਂ ਤਾਂ ਅਜੇ ਕਾਫੀ ਲੰਬੇ ਚਿਰ ਤੱਕ ਉਮੀਦ ਕਰਦੇ ਹਾਂ, ਇੰਡੀਆ ਗੱਠਜੋੜ ਵਾਲੇ ਕੱਢਣ ਨੂੰ ਫਿਰਦੇ ਆ ਸਾਡੀ ਸਰਕਾਰ ਨੂੰ, ਪਰ ਅਸੀਂ ਸੋਚਦੇ ਹਾਂ ਵੀ ਅਜੇ 2 ਦਹਾਕੇ ਹੋਰ ਰਾਜ ਕਰ ਹੀ ਲਈਏ। ਸੋ ਸਾਰੀਆਂ ਖਬਰਾਂ ਨੂੰ ਕਲੱਬ ਕਰਕੇ ਇੱਕ ਵਾਰੀ
ਬੁਲਟ ਟ੍ਰੇਨ ਵਾਂਗ ਨਿਕਲ ਜਾਓ ਫਿਰ। ਲੋ ਜੀ, ਸ਼ੁਰੂ ਹੁੰਦੀ ਹੈ ਬੁਲਟ ਟ੍ਰੇਨ। ਕੱਲ ਦਾ ਦਿਨ ਬੜਾ ਇੰਪੋਰਟੈਂਟ ਸੀਗਾ ਕਾਂਗਰਸ ਔਰ ਕਾਂਗਰਸ ਦੇ ਵਿੱਚ ਪੰਜਾਬ ਵਾਸਤੇ, ਕਾਰਨ ਕਿ CWC ਦੀ ਮੀਟਿੰਗ ਹੈਦਰਾਬਾਦ ਵਿੱਚ ਸ਼ੁਰੂ ਹੋਈ। ਉਹਦੇ ਵਿੱਚ ਕੱਲ ਲਿੱਤੇ ਹੋਏ ਫੈਸਲਿਆਂ ਦੇ ਵਿੱਚ ਇਹ ਜ਼ਰੂਰ ਦੇਖਿਆ ਗਿਆ ਕਿ ਅਸੀਂ ਜਿਹੜੀ ਰਿਜ਼ਰਵੇਸ਼ਨ ਦੇ ਮੁੱਦੇ ਦੇ ਉੱਤੇ ਅਪਰ ਕੈਪ ਲਿਮਿਟ ਨੂੰ ਖਤਮ ਕਰਨਾ ਚਾਹੁੰਦੇ ਹਾਂ, ਯਾਨੀ ਰਿਜ਼ਰਵੇਸ਼ਨ ਦੀ ਜਿਹੜੀ ਕੈਪ ਹੈਗੀ ਉਹਨੂੰ ਵਧਾ ਕੇ ਹੋਰ ਵਧਾਇਆ ਜਾਏ ਤਾਂ ਕਿ ਰਿਜ਼ਰਵੇਸ਼ਨ ਹੋਰ ਵੱਡੇ ਤਾਦਾਦ ਤੇ ਹੋ ਸਕੇ। ਇਸ ਮੁੱਦੇ ਦੇ ਉੱਤੇ ਹਜੇ ਤੱਕ ਕਾਂਗਰਸ ਭਾਜਪਾ ਨੂੰ ਕ੍ਰਿਟੀਸਾਈਜ਼ ਕਰਦੀ ਰਹੀ ਹੈ, ਲੇਕਿਨ ਹੁਣ ਆਪ ਇਸ ਪਾਸੇ ਤੁਰੀ ਹੈ। ਇੱਕ ਆਕਰੋਸ਼ ਰੈਲੀ ਕਰਨ ਦੀ ਇੱਕ ਰਿਜ਼ੋਲੂਸ਼ਨ ਪਾਸ ਹੋਇਆ ਜਿਹੜਾ ਮੱਧ ਪ੍ਰਦੇਸ਼ ਜਿੱਥੇ ਇਲੈਕਸ਼ਨ ਡਿਊ ਹੈ, ਉੱਥੇ ਸੈਪਟੈਂਬਰ 19 ਤੋਂ ਇਹ ਯਾਤਰਾ ਕੱਢੀ ਜਾਏਗੀ, ਆਕਰੋਸ਼ ਯਾਤਰਾ। ਔਰ ਜਿੱਥੇ ਤੱਕ ਗੱਲ ਹੈਗੀ ਹੈ ਮਿਸਯੂਜ਼ ਆਫ ਗਵਰਨਰ ਆਫਿਸ, ਕਿਉਂਕਿ 9 ਸੂਬਿਆਂ ਦੇ ਵਿੱਚ ਗੈਰ ਭਾਜਪਾ ਰੂਲ ਸਟੇਟ ਜਿਹੜੀ ਹੈਗੀ ਹੈ ਉਹਦੇ ਵਿੱਚ ਗਵਰਨਰ ਦਾ ਤੇ ਇਲੈਕਟਿਡ ਚੀਫ ਮਿਨਿਸਟਰ ਦਾ ਰਫੜ ਜਿਹਾ ਪਿਆ ਹੋਇਆ ਸੀ। ਉਸ ਮੁੱਦੇ ਦੇ ਉੱਤੇ ਵੀ ਰੈਜ਼ੋਲੂਸ਼ਨ ਕੱਲ ਦੀ CWC ਦੇ ਵਿੱਚ ਪਾਸ ਹੋਇਆ। ਅੱਜ ਦਾ ਦਿਨ ਪੰਜਾਬ ਵਾਸਤੇ ਬੜਾ ਇੰਪੋਰਟੈਂਟ ਹੈ ਕਿ ਆ ਜਾਂਦਾ ਹੈ ਕਿ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਵਿੱਚ ਜਿਹੜਾ ਸੀਟ ਸ਼ੇਅਰਿੰਗ ਦਾ ਫਾਰਮੂਲਾ ਹੈ ਉਹ ਤੈਅ ਹੋ ਸਕਦਾ ਹੈ। ਲੇਕਿਨ ਇਸ ਮੁੱਦੇ ਦੇ ਉੱਤੇ ਰਵਨੀਤ ਬਿੱਟੂ, ਜਿਨ੍ਹਾਂ ਨੂੰ ਬਾਜਵਾ ਸਾਹਿਬ ਨੇ ਕੱਲ ਕੁਝ ਖਰੀ ਖੋਟੀ ਸੁਣਾਈ ਸੀਗੀ, ਉਹ ਕਹਿੰਦੇ ਨੇ ਮੈਂ ਤੇ ਹਾਈਕਮਾਨ ਦਾ ਹੀ ਸੁਨੇਹਾ ਦੇ ਰਿਹਾ ਸੀਗਾ। ਕਾਰਨ ਕੀ ਸੁਨੇਹਾ ਸੀਗਾ ਹਾਈਕਮਾਨ ਦਾ, ਇਹ ਗਠਬੰਧਨ ਹੋ ਚੁੱਕਿਆ ਹੈ, ਜਨਵਰੀ ਤੱਕ ਸੀਟ ਸ਼ੇਅਰਿੰਗ ਦਾ ਫਾਰਮੂਲਾ ਪੂਰਾ ਇੱਕ ਤਰੀਕੇ ਨਾਲ ਮੁੱਕ ਵੀ ਜਾਏਗਾ, ਸਾਰੀ ਗੱਲਾਂ ਹੋ ਚੁੱਕੀਆਂ ਹੋਣਗੀ। ਹੁਣ ਚਲੋ ਇਹ ਗੱਲਾਂ ਤੇ ਅੱਗੇ ਤੁਰੀ ਹੈ। RSS ਦੀ ਗੱਲ ਕੀਤੀ ਤੁਸੀਂ, RSS ਦੀ ਵੀ ਪੂਨੇ ਦੇ ਵਿੱਚ ਇੱਕ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਸੀਗੀ, ਜਿਹਦੇ ਵਿੱਚ 36 ਸਿਸਟਰ ਕੰਸਰਨ ਮਤਲਬ ਜਿਹੜੀ ਆਪਣੀ ਰਲਦੀ ਮਿਲਦੀ ਜਥੇਬੰਦੀਆਂ, ਜਿਹਦੇ ਵਿੱਚ BJP ਵੀ ਹੈ, ਉਹਦੇ ਵਿੱਚ ਵੀ JP ਨੱਡਾ ਉਹਨਾਂ ਵੀ ਸ਼ਾਮਿਲ ਹੋਏ ਸੀ। ਉੱਥੇ BJP ਦਾ ਰਾਜ 25 ਤੋਂ 30 ਸਾਲਾਂ ਤੱਕ ਰਹਿਣਾ ਚਾਹੀਦਾ ਹੈ, ਇਹਦੀ ਇੱਕ ਕਵਾਇਦ ਡਾਕਟਰ ਮਨਮੋਹਨ ਵੈਦਿਆ ਜਿਹੜੇ ਸੰਘ ਸੰਚਾਲਕ ਨੇ, ਉਹਨਾਂ ਨੇ ਇਹ ਗੱਲ ਕੀਤੀ ਔਰ ਕਿਹਾ ਕਿ ਜਿਹੜਾ ਸਮਾਜਿਕ ਚੇਂਜ ਹੈ ਉਹ 5 ਸਾਲਾਂ ਬਾਅਦ 10 ਸਾਲਾਂ ਦੇ ਵਿੱਚ ਨਹੀਂ ਆਉਂਦਾ, ਉਹਦੇ ਵਾਸਤੇ ਇੱਕ ਲੰਬਾ ਟਾਈਮ ਚਾਹੀਦਾ, ਐਕਸਪੈਨ ਚਾਹੀਦਾ। ਔਰ ਨਾਲ ਦੇ ਨਾਲ RSS ਨੇ ਕੁਝ ਇੱਦਾਂ ਦੀ ਵੀ ਗੱਲਾਂ ਕੀਤੀਆਂ ਕਿ ਇੱਕ ਪਾਲਿਸੀ, ਭਾਵੇਂ ਐਜੂਕੇਸ਼ਨ ਦੀ ਪਾਲਿਸੀ ਹੋਏ, ਹੈਲਥ ਪਾਲਿਸੀ ਹੋਏ, ਫੋਰਨ ਪਾਲਿਸੀ ਹੋਏ, ਉਹਨੂੰ ਐਸਟੈਬਲਿਸ਼ ਕਰਨ ਵਾਸਤੇ 25-30 ਸਾਲ ਦਾ ਰਾਜ ਤੇ ਚਾਹੀਦਾ। ਗੱਲਾਂ ਰਾਜ ਵਧਾਉਣ ਦੀ ਵੀ ਚਾਹੀਏ ਔਰ ਅੱਗੇ ਚੱਲ ਕੇ ਭਾਰਤ ਨਾਮ ਜਿਹੜਾ ਚੇਂਜ ਹੋਣਾ ਇੰਡੀਆ ਦਾ, ਉਹਦੀ ਵੀ ਐਡਵੋਕੇਸੀ ਕੀਤੀ। ਸਨਾਤਨ ਧਰਮ ਦੇ ਉੱਤੇ ਵੀ ਕੁਝ ਗੱਲਾਂ ਹੋਈਆਂ। ਔਰ ਉਸ ਤੋਂ ਬਾਅਦ TDP ਦੀ ਗੱਲ ਕਰੀਏ, ਚੰਦਰਬਾਬੂ ਨਾਇਡੂ, ਜਿਨ੍ਹਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਸਵੇਰੇ 3 ਵਜੇ ਦੇ ਕਰੀਬ ਅਰੈਸਟ ਕਰ ਲਿਆ ਗਿਆ ਸੀ। ਹੁਣ ਇਹ ਗੱਲ ਤੈਅ ਹੋ ਗਈ ਹੈ ਕਿ ਉਹ ਇੰਡੀ ਗਠਬੰਧਨ ਦੇ ਵਿੱਚ ਸ਼ਾਮਲ ਨਹੀਂ ਹੋਣਗੇ, ਹੋ ਸਕਦਾ NDA ਦੇ ਵਿੱਚ ਉਹ ਚਲੇ ਜਾਣ। ਔਰ ਜਿੱਥੇ ਤੱਕ ਗੱਲ ਆਲ ਪਾਰਟੀ ਮੀਟਿੰਗ ਦੀ ਹੈ, ਅੱਜ ਸੰਸਦ ਕੱਲ ਤੋਂ ਸ਼ੁਰੂ ਹੋ ਰਿਹਾ ਸੈਸ਼ਨ, ਅੱਜ ਆਲ ਪਾਰਟੀ ਮੀਟਿੰਗ ਬੁਲਾਈ ਗਈ ਹੈ। ਉਸ ਆਲ ਪਾਰਟੀ ਮੀਟਿੰਗ ਦੇ ਵਿੱਚ ਵਿਰੋਧੀ ਪਾਰਟੀਆਂ ਨੇ ਆਪਣੀ ਰਣਨੀਤੀ ਤਿਆਰ ਕੀਤੀ ਹੈ ਔਰ ਸਰਕਾਰ ਨੇ ਆਪਣਾ ਏਜੰਡਾ ਅੱਗੇ ਤੋਰਨ ਦੀ ਗੱਲ ਠਾਣੀ ਹੋਈ ਹੈ। ਇਹਦੇ ਵਿੱਚ ਕਲੈਸ਼ ਹੋਏਗਾ ਜਾਂ ਸੰਸਦ ਦਾ ਸਪੈਸ਼ਲ ਸੈਸ਼ਨ ਠੀਕ ਤਰੀਕੇ ਨਾਲ ਜਾਏਗਾ, ਇਹਦੀ ਕਵਾਇਦ ਅੱਜ ਰੱਖੀ ਜਾਏਗੀ, ਜਿਹਦੇ ਵਿੱਚ ਮਨੀਪੁਰ ਦੇ ਉੱਤੇ ਇੱਕ ਵਾਰ ਫੇਰ ਡਿਸਕਸ਼ਨ ਦੀ ਮੰਗ ਆਪੋਜੀਸ਼ਨ ਪਾਰਟੀਆਂ ਕਰਨਗੀਆਂ। ਹੁਣ ਜਿੱਥੇ ਤੱਕ ਨੈਸ਼ਨਲ ਪੋਲਿਟਿਕਸ ਦੀ ਗੱਲ ਹੈਗੀ ਹੈ, ਉਹਦੇ ਵਿੱਚ ਨਿਤੀਸ਼ ਕੁਮਾਰ ਉਹਨਾਂ ਨੂੰ ਜ਼ਿਆਦਾ ਪੁੱਛਿਆ ਗਿਆ ਕਿ ਪਿਛਲੇ ਦਿਨਾਂ ਦੇ ਵਿੱਚ 14 ਕੁ ਐਂਕਰ ਤੁਸੀਂ ਮੇਨਸਟ੍ਰੀਮ ਮੀਡੀਆ ਦੇ ਬੈਨ ਕੀਤੇ ਨੇ, ਉਹਦੇ ਬਾਰੇ ਤੁਹਾਨੂੰ ਕੋਈ ਪਤਾ ਹੈ? ਕਹਿੰਦੇ ਨਹੀਂ ਜੀ ਮੈਨੂੰ ਨਹੀਂ ਪਤਾ ਹੈ ਕਦੋਂ ਬੈਨ ਹੋਏ, ਕਿੱਥੇ ਬੈਨ ਹੋਏ। ਜਿੱਥੇ ਤੱਕ ਇੰਡੀਆ ਅਲਾਈਅੰਸ ਦੀ ਮੀਟਿੰਗ ਹੈਗੀ ਹੈ, ਉਹਦੇ ਵਿੱਚ ਮੀਟਿੰਗ ਦੇ ਦੌਰਾਨ ਇਹਦਾ ਦਾ ਕੋਈ ਫੈਸਲਾ ਨਹੀਂ ਲਿੱਤਾ ਗਿਆ ਸੀ, ਪਰ ਬਾਅਦ ਚੋਂ ਕੀਤਾ ਗਿਆ। ਚਲੋ ਇਹ ਗੱਲਾਂ ਹੁਣ ਅੱਗੇ ਤੁਰਨੀ ਤੇ ਸ਼ੁਰੂ ਹੋ ਰਹੀ ਹੈ। ਪਰ ਨਾਲ ਦੇ ਨਾਲ ਅੱਜ ਦਾ ਦਿਨ, ਜਿਸ ਤਰ੍ਹਾਂ ਮੈਂ ਪਹਿਲੇ ਵੀ ਕਹਿ ਕੇ ਹਟਿਆ, ਉਹ ਪੰਜਾਬ ਵਾਸਤੇ ਬੜਾ ਇੰਪੋਰਟੈਂਟ ਹੈ। ਜਿਹੜਾ ਪੰਜਾਬ ਦੇ ਕਾਂਗਰਸੀ ਆਪਸ ਦੇ ਵਿੱਚ ਲੜਦੇ ਫਿਰਦੇ ਨੇ ਕਿ ਅਲਾਈਅੰਸ ਹੋਏਗਾ ਨਹੀਂ ਹੋਏਗਾ, ਹਾਈਕਮਾਨ ਨੇ ਇਹ ਕਿਹਾ, ਹਾਈਕਮਾਨ ਕਦੀ ਸਾਡੇ ਨੂੰ ਸੁਣੇ ਬਗੈਰ ਕੁਝ ਕਰ ਨਹੀਂ ਸਕਦਾ, ਉਹਦੇ ਉੱਤੇ ਸ਼ਾਇਦ CWC ਦੀ ਮੀਟਿੰਗ ਦੇ ਵਿੱਚ ਕੋਈ, ਕਿਉਂਕਿ ਬਾਜਵਾ ਸਾਹਿਬ ਤੇ ਰਾਜਾ ਵੜਿੰਗ ਉਹਨਾਂ ਫਲਾਈਟ ਫੜ ਕੇ ਪਹੁੰਚ ਚੁੱਕੇ ਨੇ, ਉਹਨਾਂ ਨੂੰ ਵੀ ਅੱਜ ਸੁਣਵਾਈ ਦੇ ਦੌਰਾਨ ਆਪਣੀ ਗੱਲ ਰੱਖਣ ਦਾ ਮੌਕਾ ਮਿਲੇਗਾ ਔਰ ਅੰਤਿਮ ਫੈਸਲਾ ਕੀ ਹੁੰਦਾ ਹੈ ਔਰ ਬਾਜਵਾ ਸਾਹਿਬ ਕੀ ਫੈਸਲਾ ਆ ਕੇ ਸੁਣਾਉਂਦੇ ਨੇ, ਇਹਦੇ ਉੱਤੇ ਵੀ ਸਾਡੀ ਨਜ਼ਰ ਹੈ। ਇੱਕ ਦੇਸ਼ ਇੱਕ ਪੋਲ ਦੇ ਉੱਤੇ 23 ਤਰੀਕ ਨੂੰ ਰਾਮਨਾਥ ਕੋਵਿੰਦ ਸਾਬਕਾ ਰਾਸ਼ਟਰਪਤੀ ਦੀ ਅਗਵਾਈ 'ਚ ਮੀਟਿੰਗ ਹੋਊਗੀ ਔਰ ਕਾਫੀ ਸੰਭਾਵਨਾ ਇਹ ਪ੍ਰਗਟਾਈ ਜਾ ਰਹੀ ਸੀਗੀ ਕਿ ਇਸ ਵਿਸ਼ੇਸ਼ ਸੈਸ਼ਨ ਦੇ ਵਿੱਚ ਇਹਦੇ ਤੇ ਕੋਈ ਗੱਲ ਹੋਵੇ ਜਾਂ ਕੋਈ ਪਾਰਸ਼ਲੀ ਕੁਛ ਨਾ ਕੁਛ ਇਹਦੇ ਉੱਤੇ ਅੱਗੇ ਗੱਲ ਵਧੇ। ਇੰਦਰਪ੍ਰੀਤ ਜੀ ਨਾਲ ਜੁੜੀ ਇੱਕ ਬਹੁਤ ਅਹਿਮ ਖਬਰ, ਇੰਦਰਪ੍ਰੀਤ ਜੀ ਨਾਲ ਨਹੀਂ ਸਾਡੇ ਸਾਰਿਆਂ ਨਾਲ ਜੁੜੀ, ਇੰਦਰਪ੍ਰੀਤ ਜੀ ਨੇ ਉਹ ਖਬਰ ਦੇ ਉੱਤੇ ਕੰਮ ਕੀਤਾ ਹੋਇਆ ਆਪਣੀ ਅਖਬਾਰ ਦੇ ਵਿੱਚ ਵੀ, ਤੇ ਉਹ ਖਬਰ ਬੜੀ ਅਹਿਮ ਸੀਗੀ ਕਿ ਸਾਡਾ ਅਨਾਜ ਜਦੋਂ ਕਿਸੇ ਮੋਨੋਪੋਲੀ ਦੇ ਤਹਿਤ ਕਿਸੇ ਇੱਕ ਘਰਾਣੇ ਕੋਲ ਚਲੇ ਜਾਊਗਾ ਤਾਂ ਅੱਜ ਕਿਸਾਨਾਂ ਨੂੰ ਭਾਵੇਂ ਠੀਕ ਰੇਟ ਮਿਲ ਜਾਣ, ਲੇਕਿਨ ਜਦੋਂ ਮੋਨੋਪੋਲਾਈਜ਼ ਹੋ ਜਾਂਦਾ ਕੁਝ, ਉਦੋਂ ਕਿਸੇ ਵੇਲੇ ਵੀ ਅਗਲਿਆਂ ਦਾ ਮਨ ਬਦਲ ਜੇ ਤਾਂ ਤੁਸੀਂ ਕਰ ਕੁਝ ਨਹੀਂ ਸਕਦੇ ਹੁੰਦੇ। ਔਰ ਦੂਜੀ ਗੱਲ ਜਿਹੜੀ ਹੈ
ਕਿ ਜੇਕਰ ਅਨਾਜ ਦੇਸ਼ ਦੀ ਲੋੜ ਕਿਸੇ ਵੇਲੇ ਅਚਨਚੇਤ ਬਣ ਗਈ ਤਾਂ ਉਹ ਘਰਾਣਾ ਫਿਰ ਮਨਮਰਜ਼ੀ ਵੀ ਕਰੂਗਾ ਜੇ ਦੱਬ ਕੇ ਬਹਿ ਗਿਆ। ਗੱਲ ਪੰਜਾਬ ਦੇ ਵਿੱਚ ਸਾਈਲੋ ਸ਼ੁਰੂ ਹੋਣ ਦੀ ਸੀਗੀ, ਔਰ ਸਾਈਲੋ ਜਿਹੜੇ ਅਨਾਜ ਭੰਡਾਰਨ ਦਾ ਕੰਮ ਕਰਦੇ ਆ ਸਿਰਫ ਇੱਥੋਂ ਤੱਕ ਸੀਮਤ ਨਹੀਂ, ਹੁਣ ਮੰਡੀ ਵੀ ਉਹਨੂੰ ਬਣਾਤਾ ਜਾਵੇ। ਤੁਹਾਨੂੰ ਪਤਾ ਹੋਣਾ ਕਿ ਅਸੀਂ ਸਾਲ ਭਰ ਯਾਦ ਹੋਵੇ, ਪੰਜਾਬੀ ਭੁੱਲ ਵੀ ਛੇਤੀ ਜਾਂਦੇ ਆ, ਕਿ ਇਹਨਾਂ ਮਾਮਲਿਆਂ ਦੇ ਉੱਤੇ ਹੀ ਦਿੱਲੀ ਦੀਆਂ ਬਰੂਹਾਂ 'ਚ ਬੈਠੇ ਹੋਏ ਸੀ ਕਿ ਕਾਰਪੋਰੇਟ ਘਰਾਣੇ ਪੰਜਾਬ ਦੀ ਖੇਤੀ ਤੇ ਸਾਰੇ ਦੇਸ਼ ਦੀ ਖੇਤੀ ਨੂੰ ਖਾ ਜਾਣਗੇ। ਉਹ ਅੰਦੋਲਨ ਤਾਂ ਜਿੱਤਿਆ ਗਿਆ, ਪਰ ਅੰਦੋਲਨ ਤੋਂ ਬਾਹਰ ਹੁਣ ਹੌਲੀ ਹੌਲੀ ਜਦੋਂ ਇਸ ਦਿਸ਼ਾ ਨੂੰ ਤੁਰਿਆ ਜਾਊਗਾ। ਇੰਦਰਪ੍ਰੀਤ ਜੀ, ਜੇ ਤਾਂ 1-2 ਮਿੰਟ 'ਚ ਮੁੱਢਲੀ ਗੱਲ ਕਰ ਦੇਣੀ ਆ ਤਾਂ ਠੀਕ ਆ, ਨਹੀਂ ਤੇ ਫਿਰ ਇਹਨੂੰ ਅਗਲੇ ਸੈਗਮੈਂਟ ਲਈ ਰੱਖ ਲਈਏ। ਨਹੀਂ, ਕੋਈ ਨਹੀਂ, ਮੈਂ ਕਰ ਦੂੰਗਾ ਇਹਦੇ ਵਿੱਚ ਹੀ, ਕੋਈ ਜ਼ਿਆਦਾ ਨਹੀਂ ਹੈ ਮੈਨੂੰ, ਕਿਉਂਕਿ ਇੱਕ ਇੰਪੋਰਟੈਂਟ ਹੈ, ਮੈਂ ਇਸ ਕਰਕੇ ਇਹਨੂੰ ਡਿਸਕਸ ਵੀ ਕਰਨਾ ਚਾਹੁੰਦਾ ਹੀ ਸੀਗਾ। ਦੇਖੋ, 3 ਖੇਤੀ ਕਾਨੂੰਨ ਦੀ ਲੜਾਈ ਬੇਸ਼ੱਕ ਅਸੀਂ ਜਿੱਤ ਲਈ ਹੈ, ਪਰ 3 ਖੇਤੀ ਕਾਨੂੰਨਾਂ 'ਚ ਜੋ ਲਕੂਨੇ ਸੀਗੇ ਉਸ ਨੂੰ ਅਸੀਂ ਨਹੀਂ ਜਿੱਤ ਸਕੇ। ਉਹ ਹਜੇ ਵੀ ਚੋਰ ਮੋਰੀਆਂ ਰਾਹੀਂ ਜਾਰੀ ਨੇ। 70 ਸਾਈਲੋ FCI ਨੇ ਬਣਾਣੇ ਹੈ, ਪੂਰੇ ਕੰਟਰੀ ਦੇ ਵਿੱਚ ਬਣਾਣੇ ਹੈ। ਤੇ ਪਰ ਪੂਰੇ ਕੰਟਰੀ ਦਾ ਮਤਲਬ ਹੁੰਦਾ ਕਿ ਜਿੱਥੇ ਜਿੱਥੇ ਮਤਲਬ ਕਣਕ ਜ਼ਿਆਦਾ ਪੈਦਾ ਹੁੰਦੀ ਹੈ ਉੱਥੇ ਹੀ। ਤੁਸੀਂ ਦੇਖੋ ਵੀ 70 ਦੇ 70 ਜੋ ਪੰਜਾਬ ਆੜਤੀ ਐਸੋਸੀਏਸ਼ਨ ਕਹਿ ਰਹੀ ਹੈ ਕਿ 70 ਦੇ 70 ਜਿਹੜੇ ਹੈ ਉਹ 21 ਘਰਾਣੇ ਨੂੰ ਦੇ ਦਿੱਤੇ ਗਿਆ। ਆਪਾਂ ਸਭ ਨੂੰ ਪਤਾ, ਮੈਂ ਨਾਂ ਨਹੀਂ ਲਊਂਗਾ ਉਹਨਾਂ ਦਾ, ਸਾਰੇ ਦੇ ਸਾਰੇ ਉਹਨਾਂ ਕੋਲੇ ਨੇ। ਉਹਨਾਂ ਦਾ ਆਲਰੇਡੀ ਕੰਮ ਹੈਗਾ, ਪਹਿਲਾਂ ਵੀ ਮੋਗੇ ਤੇ ਕੈਥਲ ਉਹਨਾਂ ਦਾ ਚੱਲ ਰਿਹਾ, ਹੁਣ ਵੀ ਉਹਨਾਂ ਨੂੰ ਅੱਗੇ ਦੇ ਉੱਤੇ ਦੇਣਾ ਹੈ। ਅੱਗੇ ਰੰਧਾਵਾ ਸਾਹਿਬ ਸਿਰਫ ਇਹ ਸੀਗਾ ਕਿ ਅਸੀਂ ਮੰਡੀਆਂ ਦੇ ਵਿੱਚ ਜਿਹੜਾ ਅਨਾਜ ਆਂਦਾ ਸੀਗਾ ਉੱਥੋਂ ਸਾਈਲੋਜ਼ ਭੇਜਦੇ ਸੀ, ਸਾਈਲੋ ਇੱਕ ਗੋਦਾਮ ਦੀ ਤਰ੍ਹਾਂ ਕੰਮ ਕਰਦੇ ਸੀ। ਪਰ ਹੁਣ ਜਿਹੜਾ ਹੁਣ ਸੀਜ਼ਨ ਲੰਘਿਆ ਹੈ 2023 ਦਾ ਕਣਕ ਦਾ, ਉਹਦੇ 'ਚ ਅਸੀਂ ਪਹਿਲੀ ਵਾਰ ਸਾਈਲੋ ਨੂੰ ਇੱਕ ਮੰਡੀ ਦੇ ਰੂਪ 'ਚ ਡਿਕਲੇਅਰ ਕਰਤਾ, ਇੱਕ ਮੰਡੀ ਹੈ। ਦੇਖੋ, ਰਿਫਾਰਮਸ ਦੇ ਰੂਪ 'ਚ ਤੁਸੀਂ ਅਗਰ ਉਹਨੂੰ ਦੇਖੋਗੇ ਤਾਂ ਤੁਹਾਨੂੰ ਫੈਸਲਾ ਠੀਕ ਲੱਗੇਗਾ, ਪਰ ਇਹ ਇਕੱਲਾ ਇੱਕ ਬੰਦੇ ਕੋਲੇ ਕਿਉਂ ਹੋਵੇ, ਸਾਰੇ ਲੋਕਾਂ ਕੋਲੇ ਕਿਉਂ ਨਾ ਹੋਵੇ। ਇਸ 'ਚ ਜਿਹੜਾ ਇੰਟਰਸਟਿੰਗ ਪਾਰਟ ਹੈ ਜਿਹਦੇ ਕਰਕੇ ਅੱਜ 7 ਜ਼ਿਲ੍ਹਿਆਂ ਦੇ ਸਟੇਟਾਂ ਦੇ ਆੜਤੀ ਇੱਥੇ ਇਕੱਠੇ ਹੋ ਰਹੇ ਨੇ ਕਿਸਾਨ ਭਵਨ ਦੇ ਵਿੱਚ, ਉਹ ਇੰਪੋਰਟੈਂਟ ਹੈ। ਉਹਨਾਂ ਨੇ ਕਿਹਾ ਵੀ ਜਿਹੜਾ ਟੈਂਡਰ ਨਿਕਲਿਆ, ਟੈਂਡਰ ਦੇ ਵਿੱਚ ਇਹ ਹੈਗਾ ਕਿ ਜਿਹਨੇ ਬਣਾਉਣਾ ਹੈ ਸਾਈਲੋ, ਉਹਦੀ ਜਿਹੜੀ ਵਿੱਤੀ ਸਮਰੱਥਾ ਹੈ ਉਹ 1000 ਕਰੋੜ ਰੁਪਏ ਹੋਣੀ ਚਾਹੀਦੀ ਹੈ, ਯਾਨੀ 900 ਕਰੋੜ ਤੋਂ ਲੈ ਕੇ 1000 ਕਰੋੜ ਦੇ ਵਿੱਚ ਹੋਣੀ ਚਾਹੀਦੀ ਹੈ। ਤੁਸੀਂ ਦੇਖੋ, ਇੱਕ ਸਾਈਲੋ ਤਾਂ ਬਣ ਜਾਂਦਾ 40 ਕਰੋੜ ਰੁਪਏ 'ਚ ਕੈਪੈਸਿਟੀ ਦੇ ਹਿਸਾਬ ਨਾਲ, 10 ਕਰੋੜ ਤੋਂ ਲੈ ਕੇ 40 ਕਰੋੜ ਤੱਕ ਦਾ ਬਣ ਜਾਂਦਾ। ਹੁਣ ਸਪੋਜ਼ ਕਰੋ ਕਿਸੇ ਨੇ ਮੈਂ 10 ਕਰੋੜ ਦਾ ਹੀ ਬਣਾਉਣਾ ਹੋਵੇ ਤਾਂ ਉਹ 1000 ਕਰੋੜ ਰੁਪਏ ਦੀ ਆਪਣੀ ਵਿੱਤੀ ਉਹ ਕਿਉਂ ਦੇਗਾ? ਤਾਂ ਯਾਨੀ ਕਿ ਉਹ ਦੇ ਨਹੀਂ ਸਕੇਗਾ, ਤਾਂ ਜਿਹੜਾ ਦੇ ਸਕੇਗਾ ਉਹਦੇ ਕੋਲ ਹੀ ਸਾਰਾ ਸਮਾਨ ਚਲਾ ਜਾਏਗਾ। ਇਹ ਟੈਂਡਰ ਇਸ ਕਰਕੇ ਇੱਕ ਬਹੁਤ ਤਰੀਕੇ ਨਾਲ ਬਣਾਏ ਗਏ ਤਾਂ ਕਿ ਸਾਰਾ ਸਮਾਨ ਇਹਨਾਂ ਕੋਲ ਹੀ ਸਾਰੇ ਟੈਂਡਰ ਇਹਨਾਂ ਕੋਲ ਹੀ ਚਲੇ ਜਾਣ। ਦੂਜੀ ਗੱਲ ਇਹ ਸੀ ਕਿ ਅੱਗੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਪਹਿਲਾਂ ਮੰਡੀਆਂ 'ਚ ਸਮਾਨ ਆਉਂਦਾ ਸੀ, ਮੰਡੀਆਂ ਤੋਂ ਸਾਫ਼ ਸਫਾਈ ਕਰਕੇ ਫਿਰ ਸਾਈਲੋਸ ਜਾਂਦਾ ਸੀਗਾ। ਹੁਣ ਇਹਨਾਂ ਨੇ ਡਾਇਰੈਕਟ ਉੱਥੇ ਕਰਤਾ ਕਿ ਡਾਇਰੈਕਟ ਸਾਈਲੋਸ ਜਾਏਗਾ, ਉਹੀ ਮੰਡੀ ਹੋਏਗੀ। ਤਾਂ ਉਹ ਬਹੁਤ ਆਧੁਨਿਕ ਹੁੰਦੇ ਨੇ ਸਾਈਲੋਸ, ਉਹ 'ਚ ਕੋਈ ਲੋੜ ਨਹੀਂ ਹੁੰਦੀ ਸਾਫ਼ ਸਫਾਈ ਦੀ। ਤੁਸੀਂ ਕਣਕ ਨੂੰ ਉਹਦੇ ਵਿੱਚ ਸਿੱਟੋ, ਉਹ ਤੋਲ ਦਿੰਦੀ ਹੈ ਕਿ ਕਿੰਨੀ ਕਣਕ ਹੈ, ਸਾਰਾ ਸਫਾਈ ਕਰਕੇ ਅਲੱਗ ਕਰ ਦਿੰਦੀ ਹੈ, ਕਣਕ ਅਲੱਗ ਕਰ ਦਿੰਦੀ ਹੈ, ਔਰ ਕਣਕ ਜਿਹੜਾ ਉਹ ਸਟੀਲ ਦੇ ਜਿਹੜੇ ਗੋਡਾਊਨਸ ਨੇ ਉਹਦੇ ਵਿੱਚ ਪੈ ਜਾਂਦਾ ਹੈ, ਵੈਕਿਊਮ ਕੱਢ ਦਿੰਦੇ ਨੇ ਉਹਦੇ 'ਚ। ਤਾਂ ਤੁਸੀਂ ਚਾਹੇ 8 ਸਾਲ ਰੱਖੋ, 10 ਸਾਲ ਰੱਖੋ, ਉਹ ਕਣਕ ਖਰਾਬ ਨਹੀਂ ਹੁੰਦੀ। ਇਸ ਪੱਖੋਂ ਤਾਂ ਤੁਸੀਂ ਦੇਖੋਗੇ ਤਾਂ ਇਹ ਸਹੀ ਲੱਗੇਗਾ। ਪਰ ਤੁਸੀਂ ਦੇਖੋ ਫਿਰ ਹੁਣ ਇੱਥੇ ਆੜਤੀਆਂ ਦਾ ਕੀ ਰੋਲ ਹੈ? ਤਾਂ ਜਿਹੜਾ ਆੜਤੀਆਂ ਨੂੰ 2.5% ਮਿਲਦਾ ਹੈ ਉਹ ਫਿਰ ਕਿਉਂ ਦੇਣ ਦੀ ਲੋੜ ਹੈ? ਗਵਰਨਮੈਂਟ ਆਫ ਇੰਡੀਆ ਨੇ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ, ਸਾਡਾ RDF ਔਰ ਸਾਡੀ ਮੰਡੀ ਫੀਸ, ਇਹ ਦੋਨੋਂ ਹੀ ਇਹ ਕਰਕੇ ਕੱਟਦੇ ਵੀ ਅਸੀਂ ਸਿਰਫ ਹੁਣ ਤੁਹਾਨੂੰ ਜਿਹੜਾ ਪਹਿਲਾਂ 8.5% ਦਿੰਦੇ ਸੀ, 3% RDF, 3% ਮੰਡੀ ਫੀਸ ਔਰ 2.5% ਆੜਤ, ਇਹਦੇ ਨਾਲ 1% ਜਿਹੜੀ ਆ ਹੈਗੀ ਹੈ ਲੇਬਰ, ਹੋਰ ਸੂਈ ਧਾਗੇ, ਇਹ ਉਹ ਜੋ ਵੀ ਹੈਗੇ ਨੇ, ਇਹ ਸਾਰੇ ਚਾਰजेस ਇਹ ਦਿੰਦੇ ਸੀ। ਉਹ ਹੁਣ ਸਾਰੇ ਦੇ ਸਾਰੇ ਅਸੀਂ ਸਿਰਫ ਔਰ ਸਿਰਫ 2% ਕਰਾਂਗੇ। ਤੁਸੀਂ ਦੇਖੋ, ਜਦੋਂ ਤੁਸੀਂ ਮੈਨੂਅਲੀ ਇਹ ਸਾਰਾ ਕੁਝ ਕਰੋਗੇ ਤਾਂ ਇਹ ਸੰਭਵ ਨਹੀਂ, ਪਰ ਜਦੋਂ ਤੁਸੀਂ ਸਾਈਲੋ ਵਰਗੀ ਚੀਜ਼ ਟੈਕਨੀਕ ਨਾਲ ਕਰੋਗੇ ਤਾਂ ਸੰਭਵ ਹੈ। ਫਿਰ ਤਾਂ 2% ਵੀ ਆ ਗਿਆ, ਬਹੁਤ ਹੈ। ਤਾਂ ਉਹਦੇ ਨਾਲ ਆੜਤੀਆਂ ਨੂੰ ਇਹ ਲੱਗ ਰਿਹਾ ਵੀ ਸਾਨੂੰ ਇਹ ਸਿਸਟਮ ਚੋਂ ਬਾਹਰ ਕੀਤਾ ਜਾ ਰਿਹਾ। ਹੁਣ ਆੜਤੀ ਕਹਿੰਦੇ ਵੀ ਚਲੋ ਠੀਕ ਹੈ, ਸਾਡੇ ਤੋਂ ਸਾਨੂੰ ਫਿਰ ਸਾਈਲੋ ਹੀ ਬਣਾ ਲੈਣ ਦਿਓ। ਤਾਂ ਸਾਈਲੋ ਨੂੰ ਤੁਹਾਨੂੰ ਦੱਸਤਾ ਵੀ ਉਹਦੇ ਟੈਂਡਰਾਂ ਰਾਹੀਂ ਉਹਨਾਂ ਨੂੰ ਬਾਹਰ ਕੱਢਤਾ। ਤਾਂ ਜਿਹੜਾ ਦੋਨੋਂ ਇਹ ਸਿਸਟਮ ਤੇ ਜਿਹੜਾ ਪ੍ਰੋਕਿਉਰਮੈਂਟ ਦਾ ਸਿਸਟਮ ਹੈ ਤੇ ਸਟੋਰੇਜ ਦਾ ਜਿਹੜਾ ਸਿਸਟਮ ਹੈ, ਇਹ ਸਾਰੇ ਦੇ ਸਾਰੇ ਉੱਤੇ ਇੱਕ ਕਬਜ਼ਾ ਕਰਨ ਦੀ ਕਵਾਇਦ ਚੱਲ ਪਈ ਹੈ। ਮੈਨੂੰ ਲੱਗਦਾ ਕਿ ਇਹ ਜਿਹੜਾ ਭਾਰਤ ਵਰਗੇ ਕੰਟਰੀ ਲਈ ਇਹ ਬਹੁਤ ਖਤਰਨਾਕ ਵੀ ਹੋ ਸਕਦਾ ਕਿ ਭਾਰਤ ਦੇ ਵਿੱਚ ਅਸੀਂ ਖਾਦਿਆਨ ਦੇ ਮਾਮਲੇ 'ਚ ਸੁਰੱਖਿਅਤ ਨਹੀਂ ਹੈਗੇ।
ਅਸੀਂ ਠੀਕ ਹੈ ਕਣਕ ਚਾਵਲ ਤਾਂ ਅਸੀਂ ਪੈਦਾ ਕਰ ਲੈਂਦੇ ਆਪਣੇ ਜੋਗਾ ਜਾਂ ਆਪਣੇ ਤੋਂ ਜ਼ਿਆਦਾ ਦਾ ਵੀ ਪੈਦਾ ਕਰ ਸਕਦੇ ਹਾਂ, ਪਰ ਬਾਕੀ ਚੀਜ਼ਾਂ ਸਾਡੇ ਕੋਲ ਨਹੀਂ ਹੈਗੀਆਂ। ਤੇ ਕਦੇ ਵੀ ਜਦੋਂ ਕਿਸਾਨ ਦੀ ਕਣਕ ਜਿਸ ਦਿਨ ਨਹੀਂ ਵਿਕੀ ਉਹ ਕਿਸੇ ਹੋਰ ਚੀਜ਼ਾਂ ਤੇ ਗਿਆ ਤਾਂ ਥੋੜੀ ਜਿਹੜੀ ਹੋਊਗੀ ਉਹਦੇ ਵਿੱਚ ਮਤਲਬ ਕੰਟਰੀ ਬਰਦਾਸ਼ਤ ਨਹੀਂ ਕਰ ਪਾਊਗਾ ਇਸ ਚੀਜ਼ ਨੂੰ। ਮੈਨੂੰ ਲੱਗਦਾ ਕਿ ਗਵਰਨਮੈਂਟ ਆਫ ਇੰਡੀਆ ਨੂੰ ਇਹ ਨਵੇਂ ਸਿਰੇ ਤੋਂ ਸੋਚਣ ਦੀ ਲੋੜ ਹੈ। ਇਹਦੇ ਵਿੱਚ ਵੱਖ-ਵੱਖ ਕੰਪਨੀਆਂ ਨੂੰ ਦਿੱਤਾ ਜਾਣਾ ਚਾਹੀਦਾ ਹੈ ਔਰ ਖਾਸ ਤੌਰ ਤੇ FCI ਨੂੰ ਜਾਂ ਸਟੇਟ ਏਜੰਸੀਆਂ ਜਿਹੜੀਆਂ ਸਾਡੀਆਂ ਹੈਗੀਆਂ, ਵੇਅਰ ਹਾਊਸ ਹੈ, ਮਾਰਕਫੈਡ ਹੈ, ਹੋਰ ਜਿਹੜੀਆਂ ਵੀ ਸਪਨਗ੍ਰੇਨ ਹੈ, ਬਹੁਤ ਸਾਰੀਆਂ ਸਟੇਟ ਏਜੰਸੀਆਂ ਨੇ, ਉਹਨਾਂ ਨੂੰ ਵੀ ਸਟੋਰੇਜ ਤੇ ਖਰੀਦ ਦੇ ਉੱਤੇ ਬੈਰਲਰ ਰੱਖਣਾ ਚਾਹੀਦਾ ਤਾਂ ਕਿ ਜੇ ਕੱਲ ਨੂੰ ਕੋਈ ਦਿੱਕਤ ਆਏ ਤਾਂ ਇਹ ਜਿਹੜੀ ਸਰਕਾਰੀ ਏਜੰਸੀ ਹੈ ਇਹ ਉਹਨੂੰ ਮਤਲਬ ਕੰਟਰੋਲ ਕਰ ਲੇ। ਭਾਸਕਰ ਸਾਹਿਬ, ਅਸੀਂ ਕਿਸੇ ਵੀ ਮਾਡਰਨ ਏਜ ਦੇ ਵਿੱਚ ਐਕਸਪੈਰੀਮੈਂਟਸ ਨੂੰ ਔਰ ਟੈਕਨੀਕ ਦੇ ਵਿਕਾਸ ਨੂੰ ਵਿਰੋਧੀ ਨਹੀਂ ਮੰਨਦੇ, ਔਰ ਇਹ ਕੋਈ ਉਹ ਦੌਰ ਨਹੀਂ ਕਿ ਜਦੋਂ ਕਿਸੇ ਨਵੇਂ ਖਿਆਲ, ਕਿਸੇ ਨਵੇਂ ਫਲਸਫੇ ਦੇ ਅੱਗੇ ਕੰਧ ਡਾਹਤੀ ਜਾਂਦੀ ਸੀ ਸਮਾਜ ਦੀ। ਸਵਾਲ ਇਸ ਗੱਲ ਦਾ ਹੈ ਕਿ ਇਹਨੂੰ ਤੁਸੀਂ ਤਰਕਸੰਗਤ ਕਿਉਂ ਨਹੀਂ ਬਣਾ ਦਿੰਦੇ? ਤੁਸੀਂ ਇਹਨੂੰ ਕਿਸੇ ਇੱਕ ਕੰਪਨੀ ਜਾਂ ਇੱਕ ਪਰਿਵਾਰ ਜਾਂ ਇੱਕ ਵਿਅਕਤੀ ਦੇ ਹੱਥਾਂ 'ਚ ਕਿਉਂ ਦੇ ਰਹੇ ਹੋ? ਤੁਸੀਂ ਇਹਨੂੰ ਲੌਜੀਕਲੀ, ਤੁਸੀਂ ਇਹਨੂੰ ਟੈਂਡਰ ਪ੍ਰਕਿਰਿਆ ਦੇ ਤਹਿਤ ਬਹੁਤ ਸਾਰੇ ਲੋਕਾਂ ਨੂੰ ਦਿਓ। ਜੇ ਟੈਂਡਰ ਵੀ ਕੋਈ ਇੱਕ ਹੀ ਘਰਾਣੇ ਨੂੰ ਚਲੇ ਜਾਂਦੇ ਤਾਂ ਫਿਰ ਇਹਦੀ ਪ੍ਰਕਿਰਿਆ ਹੋਰ ਅਪਣਾਓ, ਕਿਉਂਕਿ ਇਹਨੂੰ ਮੋਨੋਪੋਲਾਈਜ਼ ਨਹੀਂ ਕੀਤਾ ਜਾਣਾ ਚਾਹੀਦਾ। ਤੁਸੀਂ ਇਹਨੂੰ ਬਹੁਤ ਵੱਖ-ਵੱਖ ਪੱਧਰਾਂ ਤੇ ਵੱਖ-ਵੱਖ ਏਰੀਆਜ਼ ਲਈ ਕਰੋ। ਸੋ ਮੈਨੂੰ ਲੱਗਦਾ ਹੈ ਕਿ ਜਿੱਦਾਂ ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਦੇ ਖਿਲਾਫ ਕੇਸ ਚੱਲ ਰਹੇ ਆ ਅਦਾਲਤਾਂ ਦੇ ਵਿੱਚ ਕਿ ਇਹ ਆਪਣੇ ਕਿਸੇ ਕੰਪੀਟੀਟਰ ਨੂੰ ਪੈਦਾ ਹੀ ਨਹੀਂ ਹੋਣ ਦਿੰਦੇ, ਉਹਨੂੰ ਖਰੀਦ ਲੈਂਦੇ ਆ ਤੇ ਇਹਨਾਂ ਦੀ ਮੋਨੋਪੋਲੀ ਬਣੀ ਰਹਿੰਦੀ ਆ। ਇੰਡੀਆ ਦੇ ਵਿੱਚ ਵੀ ਹੁਣ ਕੁਝ ਇੱਕ ਘਰਾਣੇ, ਕੁਝ ਇੱਕ ਪਰਿਵਾਰ ਵੱਖ-ਵੱਖ ਖੇਤਰਾਂ 'ਚ ਆਪਣੀ ਮੋਨੋਪੋਲੀ ਕਾਇਮ ਕਰਨ 'ਚ ਕਾਮਯਾਬ ਹੋ ਗਏ ਨੇ। ਤੇ ਜੇ ਅਨਾਜ ਦੇ ਮਾਮਲੇ 'ਚ ਵੀ ਹੋ ਜਾਂਦੇ ਆ ਤੇ ਕਿਸਾਨਾਂ ਨੂੰ ਵੀ ਤੇ ਸਰਕਾਰ ਨੂੰ ਲੋੜ ਪੈਣ ਤੇ ਦੋਨਾਂ ਨੂੰ ਹੀ ਬੜਾ ਵੱਡਾ ਖਤਰਾ ਹੋ ਸਕਦਾ। ਇਹ ਦੇਸ਼ ਦੀ ਫਿਰ ਜਿਹੜੀ ਸਿਆਸਤ ਹੈ ਤੇ ਦੇਸ਼ ਦੀ ਸਥਿਤੀ ਉਹਨੂੰ ਵੀ ਡਿਕਟੇਟ ਕਰਨ ਦੇ ਸਮਰੱਥ ਹੋਣਗੇ। ਉਦੋਂ ਫਿਰ ਸਾਡੀ ਡੈਮੋਕ੍ਰੇਸੀ ਜਿਹੜੀ ਸਟੇਕ ਤੇ ਹੋਊਗੀ। ਮੈਨੂੰ ਲੱਗਦਾ ਇੱਥੇ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਸੀ। ਜੀ ਬਿਲਕੁਲ ਬਿਲकुल, ਜਿਸ ਤਰੀਕੇ ਨਾਲ ਇਹ ਗੱਲ ਅੱਗੇ ਤੁਰ ਰਹੀ ਹੈ ਔਰ ਇੱਕ ਪਾਰਟਿਕੂਲਰ ਵਿਅਕਤੀ ਜਿਹਦੇ ਉੱਤੇ ਪਹਿਲੇ ਵੀ ਐਲੀਗੇਸ਼ਨ ਲੱਗਦੇ ਨੇ, ਭਾਵੇਂ ਸ਼ੇਅਰ ਮਾਰਕੀਟ ਦੇ ਵਿੱਚ ਸ਼ੇਅਰਾਂ ਦੇ ਪ੍ਰਾਈਸ ਨੂੰ ਲੈ ਕੇ, ਜੇ ਉਸ ਵੱਲ ਗੱਲ ਤੁਰਦੀ ਹੈ ਤੇ ਫਿਰ ਆਬਜੈਕਸ਼ਨ ਵੀ ਲੱਗਦਾ। ਔਰ 3 ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ਜਾਂ ਉਹਦੀ ਵਜ੍ਹਾ ਵੀ ਸਿਰਫ ਇਹੀ ਸੀਗੀ, ਇਲਜ਼ਾਮ ਇਹੀ ਸੀਗੇ, ਜਿਹੜੇ ਇਲਜ਼ਾਮ ਹੁਣ ਡਾਇਰੈਕਟਲੀ ਇਨਡਾਇਰੈਕਟਲੀ ਸਾਈਲੋ ਦੇ ਰੂਪ ਵਿੱਚ ਅੱਗੇ ਵਧ ਰਹੇ ਨੇ। ਪਰ ਆੜਤੀਆਂ ਦਾ ਇਹ ਐਲੀਗੇਸ਼ਨ ਵੀ ਸਾਨੂੰ ਖਤਮ ਕਰਨ ਕੀਤਾ ਜਾ ਰਿਹਾ, ਇਹ ਠੀਕ ਵੀ ਹੈ ਔਰ ਗਲਤ ਵੀ ਹੈ। ਕਾਰਨ ਕਿ ਜੇ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਤੇ ਜਿਹੜੀ ਟੈਕਨੋਲੋਜੀ ਅੱਗੇ ਚੱਲ ਕੇ ਆ ਰਹੀ ਹੈ ਇਹਦੇ ਉੱਤੇ ਸਿਰਫ ਇੱਕ ਗੱਲ ਦੇ ਉੱਤੇ ਆਬਜੈਕਸ਼ਨ ਕਰਨਾ ਕਿ ਇੱਕ ਪਾਰਟਿਕੂਲਰ ਇੰਡਸਟਰੀਲਿਸਟ ਨੂੰ ਹੀ ਸਾਰੀ ਚੀਜ਼ਾਂ ਦਿੱਤੀ ਜਾ ਰਹੀ ਹੈ, ਇੱਥੇ ਤੇ ਇਹ ਵੈਲਿਡ ਹੈ। ਲੇਕਿਨ ਟੈਕਨੋਲੋਜੀ ਅਪਗ੍ਰੇਡੇਸ਼ਨ ਦੀ ਗੱਲ ਚੱਲਦੀ ਹੈ ਤਾਂ ਉੱਥੇ ਕਿਸੇ ਨਾ ਕਿਸੇ ਜਗ੍ਹਾ ਇਹ ਗੱਲ ਠੀਕ ਵੀ ਨਜ਼ਰ ਆਉਂਦੀ ਹੈ। ਪਰ ਚਲੋ ਇਹ ਮੁੱਦਾ ਹੁਣੇ ਸ਼ੁਰੂ ਹੋਇਆ, ਅੱਗੇ ਕਿੱਥੇ ਤੱਕ ਜਾ ਕੇ ਟਿਕਦਾ ਹੈ, ਰਾਜਨੀਤੀ ਕਿੰਨੀ ਕੁ ਇਨਵੋਲਵ ਹੁੰਦੀ ਹੈ, ਸਾਰੀ ਗੱਲਾਂ ਭਵਿੱਖ ਵਿੱਚ ਦੇਖਣ ਨੂੰ ਮਿਲ ਸਕਦੀ। ਕੋਈ ਸ਼ੱਕ ਨਹੀਂ ਕਿ ਬਹੁਤ ਸਾਰਾ ਅਨਾਜ ਸਾਡਾ ਖੁੱਲੇ 'ਚ ਖਰਾਬ ਹੋਇਆ। ਰਾਵਾਂ 'ਚ ਲੰਘਦਿਆਂ ਜਿਹੜੇ ਖੁੱਲੇ ਗਡਾਊਨ ਆ ਉਹਨਾਂ ਦੇ ਵਿੱਚੋਂ ਬੋਰੀਆਂ 'ਚੋਂ ਵਗਦਾ ਅਨਾਜ ਕਿਸੇ ਵੇਲੇ ਆਮ ਸਧਾਰਨ ਦੇ ਢਿੱਡ ਦੀ ਭੁੱਖ ਨੂੰ ਹੋਰ ਚਮਕਾ ਵੀ ਸਕਦਾ। ਵੀ ਵੇਖੋ, ਇੱਕ ਪਾਸੇ ਤਾਂ ਰੋਟੀ ਨਹੀਂ ਮਿਲਦੀ ਤੇ ਇੱਕ ਪਾਸੇ ਕਿਵੇਂ ਅੱਗ ਲੱਗੀ ਪਈ ਆ, ਸਾਰੀ ਕਾਲਾ ਹੋਇਆ ਅਨਾਜ, ਮੀਂਹਾਂ 'ਚ ਗਲਦਾ ਅਨਾਜ। ਉਹ ਸਾਈਲੋ ਫਾਇਦੇਮੰਦ ਨੇ, ਪਰ ਉਹਦੇ ਵਿੱਚ ਤੁਹਾਨੂੰ ਜ਼ਰੂਰ ਰੈਸ਼ਨਲ ਅਪਰੋਚ ਅਪਣਾਉਣੀ ਪਊਗੀ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ।